ਭਾਈ ਜੀ ਦੇਖੋ, ਇੱਕ ਫਸਲਾਂ ਨੇ ਖੇਤਾਂ 'ਚ ਖੜੀਆਂ ਨੇ, ਉਵੇਂ ਉਹ ਇੱਕ ਸਾਡਾ ਕਿੱਤਾ ਹੈ, ਰੁਜ਼ਗਾਰ ਆ। ਚਲੋ ਅਸੀਂ ਨਹੀਂ ਵੀ ਕੱਢਾਂਗੇ, ਉਹਦੇ ਨਾਲ ਫਰਕ ਦੱਸੋ ਕੀ ਪੈ ਜਾਊਗਾ। ਕਿਸਾਨੀ ਨਾਲ ਖੜੇ ਆ, ਜਦੋਂ ਤੱਕ ਇਹ ਲਹਿਰ ਚੱਲੂ ਉਦੋਂ ਤੱਕ ਜਾਵਾਂਗੇ। ਪਰ ਜੇ ਕੋਈ ਬੰਦਾ ਇਹ ਕਹੂਗਾ ਵੀ ਆਪਦਾ ਕੰਮਕਾਰ ਹੀ ਛੱਡ ਦਿਓ, ਉਹ ਸਾਡਾ ਕਿੱਤਾ, ਉਹ ਉੱਥੋਂ ਸਾਡਾ ਘਰ ਚੱਲਦਾ। ਉਹ ਤਾਂ ਕਰਕੇ ਸਾਡਾ ਜ਼ਰੂਰੀ ਹੈ ਆਉਣ ਵਾਲੇ ਦਿਨਾਂ 'ਚ। ਇਹ ਤਾਂ ਹੈ ਨਹੀਂ ਵੀ ਜਦੋਂ ਤੱਕ ਲਹਿਰ ਚੱਲਦੀ ਹੈ ਵੀ ਪੰਜਾਬ 'ਚ ਵਿਆਹ ਹੀ ਨਹੀਂ ਹੋਣਗੇ, ਪੰਜਾਬ 'ਚ ਕੋਈ ਕੰਮ ਹੀ ਨਹੀਂ ਹੋਊਗਾ, ਰੋਟੀ ਪਾਣੀ ਛੱਡ ਦਾਂਗੇ। ਜਾਂ ਤਾਂ ਇਹ ਹੋ ਜਾਵੇ ਵੀ ਜਦੋਂ ਤੱਕ ਲਹਿਰ ਚੱਲਦੀ ਹੈ ਵੀ ਅਸੀਂ ਇਹ ਕਹਿ ਦਈਏ ਵੀ ਪੰਜਾਬ ਫਸਲਾਂ ਹੀ ਨਹੀਂ ਬੀਜੂਗਾ, ਨਾ ਕਣਕ ਬੀਜੂਗਾ, ਨਾ ਝੋਨਾ ਵੱਢੂਗਾ, ਫਿਰ ਤਾਂ ਅਸੀਂ ਵੀ ਛੱਡ ਦਾਂਗੇ, ਫਿਰ ਤਾਂ ਸਾਰੇ ਅਸੀਂ ਨਾਲ। ਪਰ ਹੁਣ ਜਿਹੜਾ ਸਾਡਾ ਕਿੱਤਾ ਅਸੀਂ ਉਹ ਤਾਂ ਕਰਾਂਗੇ ਹੀ ਨਾ। ਇਹ ਮੈਨੂੰ ਤਾਂ ਲੱਗਦਾ ਵੀਰੇ ਇਹ ਕੋਈ ਗੱਲ ਹੀ, ਇਹ ਤਾਂ ਬੜੀ ਹਲਕੀ ਹੈ, ਛੋਟੀ ਹੈ ਗੱਲ, ਕੋਈ ਨਹੀਂ। ਸਮ ਟਾਈਮ ਹੋ ਜਾਂਦਾ। ਹੁਣ ਮੈਂ ਬਹੁਤ ਧਰਨਿਆਂ 'ਤੇ ਗਿਆ, ਮੈਨੂੰ ਮੈਕ ਨਹੀਂ ਮਿਲਿਆ, ਕਿੱਡੀ ਵੱਡੀ ਗੱਲ ਹੈ, ਕੋਈ ਪ੍ਰੋਬਲਮ ਵਾਲੀ ਗੱਲ ਨਹੀਂ। ਪਰ ਗੱਲ ਇਹ ਹੈ ਵੀ ਠੀਕ ਹੈ, ਕਲਾਕਾਰ ਇੱਕ ਉਹ ਫੇਸ ਹੁੰਦਾ ਜਿਹਨੂੰ ਨੌਜਵਾਨ ਬਹੁਤ ਵੱਡੇ ਪੱਧਰ 'ਤੇ ਜਿਹਦੀ ਗੱਲ ਸੁਣਦੇ ਆ। ਜੇ ਉੱਥੇ 5 ਮਿੰਟ ਲਾ ਵੀ ਲੈਂਦਾ ਤਾਂ ਮੈਨੂੰ ਲੱਗਦਾ ਉਹ ਆਇਆ, ਜਿਹੜਾ ਬੰਦਾ ਘਰੋਂ ਹੀ ਚੱਲ ਪਿਆ, ਉਹ ਸਾਡੇ ਸੰਘਰਸ਼ ਦਾ ਹਿੱਸਾ ਹੈ। ਸੋ ਸਾਨੂੰ ਵੀ ਇਹ ਚਾਹੀਦਾ, ਸਾਡੇ ਬਜ਼ੁਰਗਾਂ ਨੂੰ ਵੀ ਇਹ ਚਾਹੀਦਾ ਵੀ ਅਸੀਂ ਇੱਕ ਤਾਲਮੇਲ ਬਣਾਈਏ। ਜਿੱਥੇ ਨੌਜਵਾਨ ਆਉਂਦੇ ਨੇ, ਸਾਡੇ ਪਿੱਛੇ ਨੌਜਵਾਨ ਆਉਂਦੇ ਨੇ, ਜਿੱਥੇ ਸਾਡੇ ਬਜ਼ੁਰਗ ਨੇ, ਅਸੀਂ ਉਹਨਾਂ ਤੋਂ ਸਲਾਹਾਂ ਲੈ ਕੇ ਚੱਲਣੀਆਂ ਨੇ। ਅਸੀਂ ਰਲ ਮਿਲ ਕੇ ਚੱਲੀਏ, ਅਸੀਂ ਇਹਨਾਂ ਚੱਕਰਾਂ 'ਚ ਨਾ ਪਈਏ ਵੀ ਅੱਜ ਇੱਥੇ ਆ ਗਿਆ ਅਸੀਂ ਇਹਨੂੰ ਬੋਲਣ ਨਹੀਂ ਦੇਣਾ, ਅਸੀਂ ਐਂ ਨਹੀਂ ਕਰਨ ਦੇਣਾ। ਇਹ ਚੀਜ਼ ਮੈਨੂੰ ਲੱਗਦਾ ਵੀ ਥੋੜ੍ਹਾ ਜਿਹਾ ਕਿਤੇ ਨਾ ਕਿਤੇ ਜ਼ਰੂਰ ਸਮਾਜ 'ਚ ਗਲਤ ਅਸਰ ਜਾਂਦਾ। ਜੇ ਕੋਈ ਬੰਦਾ ਘਰੋਂ ਚੱਲ ਕੇ ਆਉਂਦਾ ਆਪਦੇ, ਇਹ ਨਹੀਂ ਵੀ ਉਹ ਬੋਲਣ ਲਈ ਆਉਂਦਾ, ਉਹ ਨਹੀਂ ਆਉਂਦਾ ਵੀ ਜੇ ਮੈਂ ਅੱਜ ਇੱਥੇ ਆਇਆ ਮੈਂ ਕੋਈ ਇੱਥੇ ਬੁਲਾਰਾ ਨਹੀਂ ਬਣ ਕੇ ਆਇਆ ਵੀ ਮੈਂ ਇੱਥੇ ਆਪਦਾ ਭਾਸ਼ਣ ਹੀ ਦੇਣਾ। ਨਹੀਂ, ਮੈਂ ਇਸ ਲਹਿਰ ਦਾ ਹਿੱਸਾ, ਮੇਰਾ ਕੰਮ ਹੈ ਨੌਜਵਾਨਾਂ ਨੂੰ ਮੋਟੀਵੇਟ ਕਰਨਾ। ਜੇ ਮੈਨੂੰ ਇਹ ਕਹਿੰਦੇ ਨੇ ਵੀ ਭਾਈ ਤੇਰੀ ਕਹੀ ਹੋਈ ਗੱਲ ਜ਼ਿਆਦਾ ਅਸਰ ਕਰਦੀ ਆ, ਤਾਂ ਮੈਂ ਆਪਦਾ ਫਰਜ਼ ਨਿਭਾ ਰਿਹਾ। ਤਾਂ ਕਿਤੇ ਨਾ ਕਿਤੇ ਉਹ ਵੀਰ ਵੀ ਆਪਣਾ ਫਰਜ਼ ਨਿਭਾਉਂਦੇ ਹੋਏ ਉੱਥੇ ਗਏ ਆ। ਥੋੜ੍ਹਾ ਜਿਹਾ ਜਥੇਬੰਦੀ ਵਾਲਿਆਂ ਨੂੰ ਵੀ ਚਾਹੀਦਾ ਵੀ ਭਾਈ ਜਿਹੜਾ ਬੰਦਾ ਆਗੂ ਮੰਚ 'ਤੇ ਪਹੁੰਚਦਾ ਉਹਨੂੰ ਜ਼ਰੂਰ ਕਿਤੇ ਨਾ ਕਿਤੇ ਮੌਕਾ ਜ਼ਰੂਰ ਦਿਓ। ਉਹਨੇ ਉੱਥੇ ਆ ਕੇ ਐਂ ਤਾਂ ਹੈ ਨਹੀਂ ਵੀ ਆਪਣੇ ਗੀਤਾਂ ਦੀ ਪ੍ਰਮੋਸ਼ਨ ਕਰਨੀ ਹੈ, ਗੱਲ ਤਾਂ ਉਹਨੇ ਕਿਸਾਨੀ ਦੀ ਉਹ ਕਰਨੀ ਹੈ, ਗੱਲ ਤਾਂ ਉਹਨੇ ਖੇਤਾਂ ਦੀ ਕਰਨੀ ਹੈ। ਜੋ ਤੁਹਾਡੇ ਮੀਡੀਆ ਰਾਹੀਂ ਬਿਆਨ ਜਾਂਦਾ, ਜਿਹੜੇ ਲੋਕ ਬਾਹਰਲੇ ਮੁਲਕਾਂ 'ਚ ਵੀ ਸਾਡੇ ਭਰਾ ਬੈਠੇ ਨੇ, ਉਹ ਐਸਾ ਜਾਵੇ। ਕਈ ਵਾਰੀ ਨਾ ਬੰਦਾ ਹੈੱਡਲਾਈਨ ਪੜ੍ਹ ਕੇ ਹੀ ਨਹੀਂ ਖਬਰ ਪੜ੍ਹਦਾ। ਹੈੱਡਲਾਈਨਾਂ ਵੀ ਇਹੋ ਜਿਹੀਆਂ ਆਉਂਦੀਆਂ ਨੇ ਵੀ ਜਸ ਬਾਜਵੇ ਨੇ ਕਿਹਾ ਦਨਾਲੀਆਂ ਚੱਕ ਲਓ, ਫਲਾਣੇ ਨੇ ਕਿਹਾ ਵੀ ਅਸੀਂ ਐਂ ਕਰ ਦਿਆਂਗੇ। ਇਹ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਦੁਖਾਂਤ ਹੈ। ਅੱਜ ਜੇ ਅਸੀਂ ਬਹੁਤ ਮੀਡੀਆ ਕਰਕੇ ਇਹ ਲਹਿਰ ਹੈ ਜਿਹੜੀ ਬਹੁਤ ਵੱਡੇ ਪੱਧਰ 'ਤੇ ਗਈ ਹੈ, ਇਹਦੇ 'ਚ ਮੀਡੀਆ ਦਾ ਬਹੁਤ ਵੱਡਾ ਯੋਗਦਾਨ ਹੈ। ਪਰ ਕੁਛ ਕੁ ਬੰਦੇ ਇਹ ਸਾਡੇ 'ਚ ਵੀ ਨੇ, ਅਸੀਂ ਨਹੀਂ ਕਹਿੰਦੇ ਹੈਗੇ। ਪਹਿਲਾਂ ਇਹਨਾਂ ਨੂੰ ਕਹਿਣ ਨਾਲੋਂ ਅਸੀਂ ਆਪਦੇ ਆਪ 'ਤੇ ਇਹ ਗੱਲ ਲਵਾਂਗੇ ਵੀ ਥੋੜ੍ਹਾ ਜਿਹਾ ਕਈ ਵਾਰੀ ਵਿੱਚ ਇਹ ਪੰਜਾਬੀ ਨੇ, ਪੰਜਾਬੀ ਕੀ ਸਾਰੀ ਦੁਨੀਆ ਦਾ ਹੀ ਇਹੀ ਹਾਲ ਹੈ। ਕਿਤੇ ਨਾ ਕਿਤੇ ਪੋਜ਼ੀਟਿਵਿਟੀ ਹੈ ਜਿਹੜੀ ਉਹਦੇ ਨਾਲ ਦੁਨੀਆ ਚੱਲਦੀ ਹੈ, ਪਰ ਨੈਗੇਟਿਵਿਟੀ ਹੈ ਜਿਹੜੀ ਉਹ ਜ਼ਿਆਦਾ ਸਰਵਾਈਵ ਕਰਦੀ ਹੈ। ਫੋਰ ਐਗਜ਼ਾਮਪਲ ਕਿ ਪਿੰਡ 'ਚ ਇੱਕ ਅਮਲੀ ਹੁੰਦਾ ਅਤੇ ਉਹਦਾ 3 ਪਿੰਡਾਂ ਨੂੰ ਪਤਾ ਹੁੰਦਾ ਵੀ ਇਹ ਫਲਾਣਾ ਬੰਦਾ, ਇਹ ਇੱਥੇ ਮਿਲੂਗਾ ਹੀ ਮਿਲੂਗਾ ਤੁਹਾਨੂੰ ਮੋੜ 'ਤੇ। ਉਸੇ ਪਿੰਡ 'ਚ ਕੋਈ ਬੁੱਧੀਜੀਵੀ ਹੋਵੇ, ਕੋਈ ਸਮਾਜ ਸੇਵੀ ਹੋਵੇ, ਜਾਂ ਕੋਈ ਚੰਗਾ ਗੁਣਕਾਰੀ ਬੰਦਾ ਹੋਵੇ, ਉਹਦਾ ਕਿਸੇ ਨੂੰ ਨਹੀਂ ਪਤਾ ਹੁੰਦਾ। ਇਹ ਫੈਕਟ ਹੈ ਸ਼ੁਰੂ ਤੋਂ ਜਿਹੜਾ ਰਿਹਾ। ਸੋ ਆਪਾਂ ਗੱਲ ਕਰਦੇ ਹਾਂ ਇਸ ਲਹਿਰ ਦੀ ਕਿ ਕਿਉਂ ਅੱਜ ਲੋੜ ਪਈ ਇਸ ਲਹਿਰ ਦੀ। ਕੇਂਦਰ ਸਰਕਾਰ ਨੇ ਸਿੱਧਾ ਜਿਹੜਾ ਆਹ ਆਰਡੀਨੈਂਸ ਸਾਡੇ 'ਤੇ ਬੰਬ ਸੁੱਟਿਆ, ਸਾਡੇ ਗਲ 'ਚ ਇੱਕ ਫਾਹਾ ਪਾਇਆ। ਸਾਡੇ ਤਾਂ ਪਹਿਲਾਂ ਹੀ ਨਹੀਂ ਲਿਮਟਾਂ ਸੂਤ ਆਉਂਦੀਆਂ ਸੀ, ਰੇਹਾਂ ਸਪਰੇਹਾਂ ਸਾਡੇ ਤਾਂ ਪਹਿਲਾਂ ਹੀ ਗਲਾਂ 'ਚ ਫੰਦੇ ਸੀ ਜ਼ਿਮੀਂਦਾਰਾਂ ਦੇ। ਪਰ ਇਹਨਾਂ ਨੇ ਹੁਣ ਜਿਹੜਾ ਮਾੜਾ ਮੋਟਾ ਅਸੀਂ ਕਰਕੇ ਤੋਰੀ ਫੁਲਕਾ ਚੱਲਦਾ ਸੀ, ਅਸੀਂ ਕਿਹੜਾ ਖੇਤੀ 'ਚੋਂ ਕੋਈ 20-20 ਲੱਖ ਰੁਪਇਆ ਬਣਾਉਂਦੇ ਸੀ, 25-25 ਲੱਖ ਚਲਾਉਂਦੇ ਸੀ। ਸਾਡੇ ਤਾਂ ਘਰ ਹੀ ਚੱਲਦੇ ਸੀ ਇਕੱਲੇ, ਨਾਲ 2-4 ਮੈਸਾਂ ਰੱਖ ਲਈਆਂ, ਡੈਰੀ 'ਚ ਦੁੱਧ ਪਾਤਾ, ਖੇਤ 'ਚ ਫਸਲ ਹੋ ਗਈ, ਖਾਣ ਨੂੰ ਬੀਜ ਲਿਆ, ਉਹੀ ਸੀ, ਆਈ ਚਲਾਈ ਸੀ। ਹੁਣ ਪ੍ਰੋਬਲਮ ਕੀ ਆ ਗਈ ਬਈ ਇਹ ਗੱਲਾਂ ਉੱਤੇ ਤੁਸੀਂ ਵੈਸੇ ਤਾਂ ਹੁਣ ਸਾਰੇ ਜਾਣੂ ਹੋ, ਸੋਸ਼ਲ ਮੀਡੀਆ ਦਾ, ਇੰਟਰਨੈਟ ਦਾ ਜ਼ਮਾਨਾ ਹੈ। ਜਦੋਂ ਇਹ ਸਰਕਾਰਾਂ ਬਣਦੀਆਂ ਨੇ, ਇਹਦੇ ਪਿੱਛੇ ਬਹੁਤ ਵੱਡੀਆਂ ਮੋਨੋਪੋਲੀਆਂ ਕੰਮ ਕਰਦੀਆਂ ਨੇ, ਇਹਦੇ ਪਿੱਛੇ ਬਹੁਤ ਵੱਡੇ ਘਰਾਣੇ ਕੰਮ ਕਰਦੇ ਨੇ। ਗਿਵ ਐਂਡ ਟੇਕ ਵਾਲਾ ਕੰਮ ਹੋਇਆ ਵੀ ਅਸੀਂ ਤੈਨੂੰ ਜੇ ਆਹ ਦੇਵਾਂਗੇ ਤਾਂ ਤੂੰ ਸਾਨੂੰ ਕੀ ਦੇਵੇਂਗਾ। ਸੋ ਜਦੋਂ ਉੱਪਰ ਇਹ ਡੀਲਾਂ ਬਣਦੀਆਂ ਨੇ ਵੱਡੇ ਪੱਧਰ 'ਤੇ, ਤਾਂ ਇਹਨਾਂ 'ਚ ਸੂਬਿਆਂ ਦੇ ਸੌਦੇ ਹੁੰਦੇ ਨੇ ਵੀ ਫਲਾਣਾ ਤੈਨੂੰ ਪੰਜਾਬ ਦੇ ਦਿਆਂਗੇ, ਤੈਨੂੰ ਹਰਿਆਣਾ ਦੇ ਦਿਆਂਗੇ, ਤੂੰ ਆਪਦਾ ਉੱਥੇ ਜੋ ਮਰਜ਼ੀ ਕਰੀ। ਹੁਣ ਜਿਹੜੇ ਸੂਬੇ ਦੇ ਅਧਿਕਾਰ ਹੁੰਦੇ ਨੇ, ਜਿਵੇਂ ਸਪੋਜ਼ ਕਰੋ ਆਪਣਾ ਪੰਜਾਬ ਹੈ, ਇਹਦੇ ਕੋਲ ਆਪ ਦੇ ਬੜੇ ਹੱਕ ਨੇ। ਉਹ ਹੱਕ ਮਾਰਨ ਵਾਸਤੇ ਉਹ ਸਰਕਾਰ ਐਸੀ ਦਿੱਲੀ ਵਾਲੀ ਰਣਨੀਤੀ ਬਣਾ ਰਹੀ ਆ ਵੀ ਸੂਬੇ ਦੇ ਸਿੱਧੇ ਤੌਰ 'ਤੇ ਜ਼ਮੀਨਾਂ 'ਤੇ ਡਾਕਾ ਤਾਂ ਹੈਗਾ ਹੀ ਹੈਗਾ। ਲੋਕਤੰਤਰ ਦਾ ਐਡਾ ਵੱਡਾ ਘਾਣ ਹੈ, ਸੰਵਿਧਾਨ ਦਾ ਐਡਾ ਵੱਡਾ ਘਾਣ ਹੈ, ਇਹ ਸੂਬੇ ਦੇ ਅਧਿਕਾਰਾਂ 'ਤੇ ਵੀ ਡਾਕਾ ਹੈ ਵੀ ਜਿਹੜਾ ਕੰਮ, ਜਿਹੜੇ ਫੈਸਲੇ ਸੂਬੇ ਨੇ ਲੈਣੇ ਨੇ ਉਹਦੇ ਤੋਂ ਲੈਣ ਤੋਂ ਰੋਕਿਆ ਜਾ ਰਿਹਾ ਹੈ। ਇੱਕ ਛੋਟਾ ਜਿਹਾ ਮੈਂ ਤੁਹਾਨੂੰ ਉਦਾਹਰਨ ਦੇ ਤੌਰ 'ਤੇ ਦੱਸ ਦੇਵਾਂ ਵੀ GST ਆਈ ਸੀ। ਹੁਣ ਦਿੱਲੀ ਵਾਲਿਆਂ ਤੋਂ ਵੀ ਆਪਾਂ ਜੇ ਪੁੱਛ ਲਈਏ ਕਿਸੇ ਆਪਣੇ MLA ਨੂੰ ਵੀ ਭਾਈ ਵਿਕਾਸ ਕਿਉਂ ਨਹੀਂ ਹੋ ਰਿਹਾ, ਕੰਮ ਕਿਉਂ ਨਹੀਂ ਕਰ ਰਹੇ, ਉਹ ਕਹਿੰਦੇ ਜੀ ਦਿੱਲੀ ਤੋਂ ਤਾਂ ਪੈਸੇ ਆਏ ਨਹੀਂ ਹੈਗੇ।
ਚਲੋ ਪੰਜਾਬ ਇਹ ਨਹੀਂ ਹੈਗਾ ਵੀ ਸਾਡੇ ਸੂਬੇ ਕੋਲ ਪੈਸੇ ਨਹੀਂ, ਸਾਡੇ ਕੋਲ ਤਾਂ ਜੇ ਸਾਡਾ ਪਾਣੀ ਰਹਿ ਜਾਵੇ, ਮੈਂ ਕਹਿੰਦਾ ਅਸੀਂ ਤਾਂ ਕਿਸੇ ਦੇ ਪਾਣੀ ਹਰ ਹੈ ਹੀ ਨਹੀਂ। ਫਿਰ ਇੱਕ ਕਹਾਵਤ ਹੈ ਇੱਕ ਪੰਜਾਬੀ ਦੀ, ਜੇ ਹਰਿਆਣੇ ਦਾ ਰੋਕ ਲਈਏ, ਜੇ ਰਾਜਸਥਾਨ ਤੋਂ ਪੈਸੇ ਲੈ ਲਈਏ, ਕੱਲੇ ਮੋਦੀ ਸਾਹਿਬ ਤਾਂ ਕਹਿੰਦੇ ਸੀ ਵੀ 15-15 ਲੱਖ ਆਊਗਾ, ਜੇ ਅਸੀਂ ਆਪਦੇ ਪਾਣੀਆਂ ਦੇ ਪੈਸੇ ਲੈ ਲਈਏ, ਮੈਨੂੰ ਲੱਗਦਾ ਜੇ ਪੰਜਾਬ ਸਰਕਾਰ ਉਹਨਾਂ ਕੁ ਰੋਕ ਕੇ ਸਾਨੂੰ ਦੇ ਦੇਵੇ 25-25 ਲੱਖ ਵੀ ਸਾਡੇ ਖਾਤਿਆਂ 'ਚ ਆ ਸਕਦਾ। ਪਰ ਗੱਲ ਉਹੀ ਹੈ, ਡੁੱਬੀ ਤਾਂ ਜੇ ਸਾਹ ਨਹੀਂ ਆਇਆ, ਕਰੂਗਾ ਕੌਣ? ਸ਼ੇਰ ਦੇ ਗਲ ਟੱਲੀ ਪਾਉਣ ਵਾਲਾ ਕੰਮ ਹੈ, ਪਾਊਗਾ ਕੌਣ? ਪਹਿਲੀ ਗਲਤੀ ਥੋੜ੍ਹੀ ਜਿਹੀ ਆਪਣੀ ਵੀ ਹੈ, ਆਪਾਂ ਸੁੱਤੇ ਹੀ ਉਸ ਤਰੀਕੇ ਨਾਲ ਪਏ ਹਾਂ। ਅੱਜ ਆਪਾਂ ਲੀਡਰਾਂ ਨੂੰ ਇਹਨਾਂ ਮੰਚਾਂ ਤੋਂ ਬਹੁਤ ਭੰਡਦੇ ਹਾਂ, ਬਹੁਤ ਐਂ ਕਹਿੰਦੇ ਹਾਂ ਵੀ ਟੰਗ ਦਿਆਂਗੇ, ਚੱਕ ਦਿਆਂਗੇ। ਉਹ ਲੀਡਰ ਬਣਾਏ ਕਿਹਨੇ ਨੇ? ਆਪਾਂ ਹੀ ਬਣਾਏ ਨੇ। ਜਿਹੜਾ ਬੰਦਾ ਜਦੋਂ ਵੋਟਾਂ ਪੈਂਦੀਆਂ ਨੇ ਨਾ, ਤੁਸੀਂ ਦੇਖਿਓ ਰਵਾਇਤੀ ਪਾਰਟੀਆਂ ਦੇ ਨੁਮਾਇੰਦੇ ਤਾਂ ਖੜੇ ਹੁੰਦੇ ਨੇ, ਪਰ ਹਰ ਇੱਕ ਹਲਕੇ 'ਚ ਇੱਕ ਐਸਾ ਆਗੂ ਖੜਾ ਹੁੰਦਾ ਜਿਹੜਾ ਸੱਚ ਦੀ ਆਵਾਜ਼ ਚੱਕਦਾ। ਚਾਹੇ ਤੁਸੀਂ ਉਹਨੂੰ ਕਾਮਰੇਡ ਲਾ ਲਓ, ਚਾਹੇ ਤੁਸੀਂ ਜੋ ਮਰਜ਼ੀ ਲਾ ਲਓ, ਉਹ ਰੌਲਾ ਪਾਉਂਦਾ ਰਹਿੰਦਾ ਵਿਚਾਰਾ ਵੀ ਤੁਸੀਂ ਯਾਰ ਕਿੱਧਰ ਤੁਰੇ ਫਿਰਦੇ ਹੋ, ਇੱਥੇ ਆਓ, ਆਹ ਗੱਲ ਹੈਗਾ, ਆਹ ਤੁਹਾਡੇ ਅਧਿਕਾਰ ਨੇ, ਆਹ ਤੁਹਾਨੂੰ ਮੈਂ ਹੱਕ ਲਾ ਕੇ ਦਊਂਗਾ। ਪਰ ਅਫਸੋਸ ਇਸ ਗੱਲ ਦਾ ਹੁੰਦਾ ਵੀ ਉਹਦੀ ਵਿਚਾਰੀ ਦੀ ਜ਼ਮਾਨਤ ਜ਼ਬਤ ਹੋ ਜਾਂਦੀ ਹੈ। ਉਹ ਕਿਉਂ ਹੁੰਦੀ ਹੈ? ਉਹ ਸਾਡੀ ਚੌਧਰ ਕਰਕੇ ਹੁੰਦੀ ਹੈ ਵੀ MLA ਸਾਹਿਬ ਆਉਣਗੇ, ਸਾਡੇ ਵਿਆਹ 'ਚ ਆਉਣਗੇ, ਸਾਡਾ ਥਾਣੇਦਾਰ ਨੂੰ ਕਹਿ ਦੇਣਗੇ ਫੋਨ ਕਰਕੇ ਵੀ ਕਾਕਾ ਇਹ ਬੰਦੇ ਮੇਰੇ ਨੇ। ਇੱਥੇ ਤੱਕ ਹੀ ਸੋਚ ਸਾਡੀ ਖੜੀ ਹੈ, ਫਿਰ ਆਪਾਂ ਕਹਿੰਦੇ ਹਾਂ ਤਰੱਕੀ ਨਹੀਂ ਹੁੰਦੀ। ਕਿਤੇ ਨਾ ਕਿਤੇ ਭਾਗੇਦਾਰ ਪਹਿਲਾਂ ਆਪਾਂ, ਪਹਿਲੀ ਗਲਤੀ ਆਪਣੀ ਹੈ, ਦੂਜੀ ਉਹਨਾਂ ਦੀ ਹੈ। ਹੁਣ ਬਿੱਲੀ ਮੂਹਰੇ ਜਦੋਂ ਦੁੱਧ ਪਿਆ ਹੋਊਗਾ ਤਾਂ ਪੀਊਗੀ ਨਾ, ਉਹਦੀ ਉਹ ਆਦਤ ਹੈ, ਕੁਦਰਤ ਹੈ, ਉਹਨੇ ਤਾਂ ਰੁਕਣਾ ਹੀ ਨਹੀਂ। ਜਦੋਂ ਤੁਸੀਂ ਪਰੋਸ ਕੇ ਇੱਕ ਥਾਲ 'ਚ ਪਾ ਕੇ ਦੇ ਦੋਗੇ ਅਗਲੇ ਨੂੰ, ਤੇ ਨਾ ਤੁਸੀਂ ਸਵਾਲ ਕਰੋਗੇ, ਨਾ ਤੁਹਾਨੂੰ ਇਹ ਪਤਾ ਵੀ ਇੱਕ MLA ਹਲਕੇ ਦਾ ਹੁੰਦਾ, ਉਹਦੇ ਕੋਲ ਕਿਹੜੇ ਅਧਿਕਾਰ ਹੁੰਦੇ ਨੇ, ਤੇ ਉਹਦੇ ਤੋਂ ਕਿਹੜੀਆਂ ਆਪਾਂ ਮੰਗਾਂ ਮਨਾ ਸਕਦੇ ਹਾਂ। ਸੋ ਇਹਦੀ ਜਾਣਕਾਰੀ ਰੱਖਣੀ ਜ਼ਰੂਰੀ ਹੈ। ਅੱਜ ਇਸ ਮੰਚ ਤੋਂ ਇਹ ਗੱਲ ਮੈਂ ਤਾਂ ਕਹਿ ਰਿਹਾ ਕਿਉਂਕਿ ਜਿਹੜੀ ਜਵਾਨੀ ਹੈ ਉਹ ਇੰਨੀ ਕੁ ਲਾਮਬੰਦ ਤੇ ਇੰਨੀ ਕੁ ਜਾਗ ਚੁੱਕੀ ਹੈ ਵੀ ਹੁਣ ਆਪਾਂ ਜੇ ਜਾਗ ਹੀ ਗਏ ਤਾਂ ਫਿਰ ਥੋੜ੍ਹੀਆਂ ਜਿਹੀਆਂ ਅੱਖਾਂ ਖੋਲ੍ਹ ਕੇ ਰੱਖੀਏ। ਹੁਣ ਆਪਾਂ ਸਵਾਲ ਕਰਨੇ ਸ਼ੁਰੂ ਕਰੀਏ ਵੀ ਭਾਈ ਇੱਥੇ ਆਹ ਸੜਕ ਬਣਨੀ ਸੀ, ਇੰਨੀ ਤੈਨੂੰ ਗ੍ਰਾਂਟ ਆ ਗਈ, ਇੰਨਾ ਤੈਨੂੰ ਟੈਂਡਰ ਹੋ ਗਿਆ, ਹੁਣ ਤੱਕ ਬਣੀ ਕਿਉਂ ਨਹੀਂ? ਜਿਹੜਾ ਆਹ ਧਰਨਾ ਹਲਕੇ ਦਾ, ਇਹ ਜਾ ਕੇ ਆਪਣੇ ਜਿਹੜਾ ਨੁਮਾਇੰਦਾ ਚੁਣਿਆ ਹੋਇਆ ਉਹਦੇ ਘਰ ਮੂਹਰੇ ਲਾਈਏ ਤਾਂ ਆਪਣੇ ਸਾਰੇ ਮਸਲੇ ਹੱਲ ਨੇ। 2-3 ਵਾਰੀ ਤੁਸੀਂ ਲਾਓਗੇ, ਚੌਥੀ ਵਾਰੀ ਅਗਲੇ ਨੂੰ ਆਪ ਹੀ ਪਤਾ ਲੱਗ ਜਾਣਾ ਵੀ ਹੁਣ ਕੰਮ ਤਾਂ ਕਰਨਾ ਹੀ ਪੈਣਾ। ਇਹ ਹੈਗੀ ਆਪਣੀ ਵੱਡੀ ਜਿੱਤ। ਇਹਦਾ ਇਹਨਾਂ ਬਿੱਲਾਂ ਨਾਲ ਕੋਈ ਸੰਬੰਧ ਨਹੀਂ। ਇਹ ਸਮਾਜ ਦੀ ਗੱਲ ਕਰਦੇ ਆਂ ਵੀ ਪੰਜਾਬ ਪਿੱਛੇ ਚਲੇ ਗਿਆ, ਇਹ ਤਾਂ ਚਲੋ ਇੱਕ ਬੰਬ ਹੀ ਸੱਟਿਆ ਗਿਆ ਨਾ ਆਪਣੇ 'ਤੇ। ਜੇ ਆਪਾਂ ਇਹਦੇ 'ਤੇ ਵੀ ਆਵਾਂਗੇ, ਪਰ ਇਹਦੇ ਤੋਂ ਪਹਿਲਾਂ ਜਿਹੜੇ ਆਪਣੇ ਨਿੱਜੀ ਫਰਜ਼ ਨੇ, ਜੇ ਆਪਾਂ ਵੋਟ ਪਾਉਂਦੇ ਹਾਂ, ਇੱਕ ਵੋਟ ਇੱਕ ਬੜੀ ਵੱਡੀ ਪਾਵਰ ਹੈ ਸਾਡੇ ਕੋਲ। ਉਹ ਇੱਕ ਐਸੀ ਪਾਵਰ ਹੈ, ਆਪਾਂ 5 ਸਾਲ ਪਿੱਟਦੇ ਹੀ ਰਹਿੰਦੇ ਹਾਂ ਨਾ ਵੀ ਸਰਕਾਰਾਂ ਖਾ ਗਈਆਂ, ਲੁੱਟ ਗਈਆਂ। ਉਹ ਸਰਕਾਰਾਂ ਆਪਾਂ ਹੀ ਬਣਾਈਆਂ ਨੇ, ਤਾਂ ਆਪਾਂ ਨੂੰ ਖਾ ਗਈਆਂ। ਸੋ ਆਗੂ ਮੈਨੂੰ ਲੱਗਦਾ ਹੈ ਵੀ ਜਵਾਨੀ ਜਿਹੜੀ ਹੁਣ ਜਾਗੀ ਹੈ ਉਹ ਉਸ ਪੱਧਰ ਤੱਕ ਜਾਊਗੀ ਵੀ ਹੁਣ ਜਿਹੜੀ ਤੁਸੀਂ ਗਾਂਹ ਵਾਲੀ 2022 ਵਾਲੀ ਸਰਕਾਰ ਬਣਾਓਗੇ, ਉਹਦੇ 'ਚ ਉਹ ਬੰਦੇ ਚੁਣ ਕੇ ਅੱਗੇ ਭੇਜੋਗੇ ਜਿਹੜੇ ਅੱਜ ਪੰਜਾਬ ਦੀ ਗੱਲ ਕਰਨਗੇ, ਪੰਜਾਬੀਅਤ ਦੀ ਗੱਲ ਕਰਨਗੇ, ਸਾਡੇ ਹੱਕਾਂ ਦੀ ਗੱਲ ਕਰਨਗੇ, ਕਿਉਂਕਿ ਲੋੜ ਹੈ। ਅੱਜ ਸਾਨੂੰ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਵੈਂਟੀਲੇਟਰ 'ਤੇ ਪੰਜਾਬ ਆਇਆ ਪਿਆ। ਅਸੀਂ ਪੰਜਾਬੀ ਹਾਂ, ਹਮੇਸ਼ਾ ਚੜ੍ਹਦੀ ਕਲਾ ਦਾ ਸੰਕੇਤ ਦਿੰਦੇ ਹਾਂ, ਹਾਂ ਦਾ ਨਾਰਾ ਮਾਰਦੇ ਹਾਂ ਅਤੇ ਮਾਰਦੇ ਰਹਾਂਗੇ, ਪਰ ਸੱਚ ਤੋਂ ਕਿਤੇ ਨਾ ਕਿਤੇ ਅਸੀਂ ਭੱਜ ਨਹੀਂ ਸਕਦੇ। ਅੱਜ ਸਾਡੇ ਕੰਮਕਾਰ ਕਰਾਉਣ ਦਾ ਤਰੀਕਾ ਜਿਹੜਾ ਬਦਲ ਗਿਆ, ਅੱਜ ਆਪਾਂ ਯੂਜ਼ ਟੂ ਹੋ ਗਏ। ਅੱਜ ਜਦੋਂ ਕਿਤੇ ਆਪਾਂ ਨੂੰ ਕੋਈ ਪੁਲਿਸ ਵਾਲਾ ਰੋਕ ਲਵੇ, ਆਪਣਾ ਸਿੱਧਾ ਹੱਥ ਪਹਿਲਾਂ ਐਂ ਜਾਂਦਾ, ਆਪਾਂ ਉਹਦੀ ਗੱਲ ਵੀ ਨਹੀਂ ਸੁਣਦੇ, ਆਪਾਂ ਪਹਿਲਾਂ ਜੇਬ 'ਚੋਂ ਫੋਨ ਕੱਢਦੇ ਹਾਂ। ਹੋ ਸਕਦਾ ਹੁੰਦਾ ਉਹਨੇ ਕੁਛ ਆਪਾਂ ਨੂੰ ਹੋਰ ਹੀ ਕਹਿਣਾ ਹੁੰਦਾ, ਆਪਾਂ ਫੋਨ ਕੱਢਦੇ ਹਾਂ ਵੀ ਆ, ਜਦ ਤੱਕ ਉਹ ਗੱਡੀ ਰੋਕਦੇ ਹਾਂ, ਜਦ ਤੱਕ ਨੰਬਰ ਡਾਇਲ ਕਰਕੇ ਮਿਲਾ ਦਿੰਦੇ ਹਾਂ ਵੀ ਆਹ ਕਰ ਲਾ ਗੱਲ। ਉਹ ਕਹਿੰਦਾ ਯਾਰ ਗੱਲ ਕਰਨ ਨੂੰ ਤਾਂ ਮੈਂ ਤਾਂ ਤੈਨੂੰ ਕਹੇ ਨਹੀਂ ਵੀ ਮੇਰੀ ਕਿਸੇ ਨਾਲ ਗੱਲ ਕਰਾ। ਇਹ ਸਿਸਟਮ ਨੂੰ ਚੇਂਜ ਕਰਨ ਦੀ ਲੋੜ ਆਪਣੇ 'ਚ ਵੀ ਹੈ। ਕਮੀਆਂ ਨੇ ਜਿਹੜੀਆਂ ਉਹ ਸਾਡੇ ਤੋਂ ਸ਼ੁਰੂ ਹੁੰਦੀਆਂ ਨੇ, ਦੂਜੇ ਨੂੰ ਭੰਡਣਾ ਆਪਾਂ ਬਾਅਦ 'ਚੋਂ ਸ਼ੁਰੂ ਕਰੀਏ। ਇਹ ਤਾਂ ਗੱਲ ਹੋ ਗਈ ਸਿਸਟਮ ਦੀ। ਅਤੇ ਮੈਨੂੰ ਆਸ ਆ ਕਿ ਜਿੰਨੇ ਕੁ ਵੀਰ ਜਾਗੇ ਨੇ, ਜਿੰਨੇ ਕੁ ਤੁਸੀਂ ਆਏ ਹੋ ਇੱਥੇ, ਹੁਣ ਤੁਸੀਂ ਆਪਦੇ ਅਧਿਕਾਰ, ਆਪਦੇ ਹੱਕਾਂ ਨੂੰ ਪਛਾਣੋਗੇ, ਸਵਾਲ ਕਰਨੇ ਸ਼ੁਰੂ ਕਰੋਗੇ। ਹੁਣ ਦੂਜੀ ਗੱਲ ਆ ਗਈ ਆਰਡੀਨੈਂਸਾਂ ਦੀ। ਇਹ ਸਿੱਧੇ ਤੌਰ 'ਤੇ ਕੇਂਦਰ ਦੀ ਸਰਕਾਰ ਨੇ ਸਾਡੇ 'ਤੇ ਜਿਹੜਾ ਇਹ ਸਾਡੇ ਗਲ 'ਚ ਫਾਹਾ ਪਾਇਆ, ਇਹ ਧੋਖਾ ਹੈ ਸਾਡੀ ਸਟੇਟ ਨਾਲ। ਇਹ ਬਿੱਲ ਕਿਵੇਂ ਪਾਸ ਹੋਇਆ? ਰਾਜ ਸਭਾ ਦੇ ਮੈਕ ਬੰਦ ਕਰਾ ਕੇ, ਮਿਨੋਰਟੀ ਉੱਥੇ ਉਹਨਾਂ ਦੀ ਹੈ, ਵੋਟਾਂ ਪਵਾ ਕੇ ਪਾਸ ਕਰਤਾ, ਥੋਪਤਾ। ਪਰ ਇੱਥੇ ਤੁਹਾਡੀ ਜਿੱਤ ਕਿੱਥੇ ਹੋਈ ਹੈ? 6 ਮਹੀਨੇ ਹੋ ਗਏ, ਜੂਨ ਦਾ ਪਾਸ ਹੋਇਆ। ਉਹ ਐਸੇ ਡਿਕਟੇਟਰਸ਼ਿਪ ਸਰਕਾਰ ਚੱਲ ਰਹੀ ਹੈ ਵੀ ਜਿਹੜੀ ਕਹਿੰਦੇ ਵੀ ਇੱਕ ਵਾਰੀ ਉਹਨਾਂ ਨੇ ਜਿਵੇਂ ਜੱਜ ਪੈਨ ਤੋੜ ਦਿੰਦਾ ਨਾ ਸਜ਼ਾ ਸੁਣਾ ਕੇ ਵੀ ਮੁੜ ਕੇ ਕੋਈ ਕੰਮ ਦਾ ਹੀ ਨਾ ਰਹੇ, ਉੱਦਾਂ ਫਰਮਾਨ ਜਾਰੀ ਕਰਦੇ ਆ ਉੱਥੋਂ ਉਹ ਵੀ ਆਹ ਬਿੱਲ ਲਾਗੂ ਕਰਤਾ, ਧਾਰਾ 370 ਤੋੜਤੀ, ਵੀ ਚਲੋ ਜੀ ਤੋੜਤੀ, ਕੋਈ ਚੱਕਰ ਨਹੀਂ। ਉਹ ਜੰਮੂ ਕਸ਼ਮੀਰ ਤਾਂ ਬਣਾ ਦੇ, ਉੱਥੇ ਇੱਕ ਜਿਉਂਦੀ ਜਾਗਦੀ ਜੇਲ੍ਹ ਬਣਾਤੀ ਉਹਨਾਂ ਲੋਕਾਂ ਨੂੰ। ਕੀ ਯਾਰ ਇਨਸਾਨ ਨਹੀਂ ਹੈਗੇ ਉਹ ਵੀ ਸਾਡੇ ਵਰਗੇ ਨੇ? ਤੁਸੀਂ ਸੋਚ ਕੇ ਦੇਖੋ, ਕੱਲ੍ਹ ਨੂੰ ਪੰਜਾਬ 'ਚ ਇੱਦਾਂ ਦਾ ਮਾਹੌਲ ਆ ਜਾਵੇ ਤਾਂ ਕੀ ਵੀ ਤੂੰ ਉਸ ਤਾਂ ਪਹਿਲਾਂ ਹੀ ਸਾਡੇ ਤਾਂ ਇੰਨੇ ਦੁਖਾਂਤ ਨੇ, ਅਸੀਂ ਤਾਂ ਉਹ ਨਹੀਂ ਭੁੱਲੇ, ਸਾਨੂੰ ਤਾਂ ਉਹਨਾਂ ਦਾ ਨਹੀਂ ਹੁਣ ਤੱਕ ਇਨਸਾਫ ਮਿਲਿਆ, ਇਹਨਾਂ ਤੋਂ ਆਪਾਂ ਆਸ ਕੀ ਰੱਖਾਂਗੇ?
ਸੋ ਇਹ ਕਿਤੇ ਨਾ ਕਿਤੇ ਸਿੱਧੇ ਤੌਰ ਤੇ ਗੱਲ ਆਉਂਦੀ ਆ ਘੁੰਮ ਕੇ ਘੱਟ ਗਿਣਤੀ ਤੇ। ਉੱਥੇ ਹੋਇਆ ਯੂਪੀ 'ਚ ਕੀ ਹੋਇਆ, ਉਹ ਕੁੜੀ ਦਾ ਵਿਚਾਰੀ ਦਾ ਰੇਪ ਕਰਕੇ ਉਹਨੂੰ ਮਾਰਤਾ, ਉਹਦੀ ਜੀਭ ਵੱਢਤੀ, ਤੇ ਉਹਦਾ ਬਿਆਨ ਕੀ ਆਇਆ ਉੱਥੇ ਉਹਨਾਂ ਦਾ ਵੀ ਠਾਕਰਾਂ ਦੇ ਖੂਨ 'ਚ ਤਾਂ ਜੀ ਸ਼ੁਰੂ ਤੋਂ ਥੋੜ੍ਹੀ ਜਿਹੀ ਗਰਮੀ ਹੁੰਦੀ ਹੈ। ਦੇਖੋ ਕਿੱਡੀ ਇਹ ਮਤਲਬ ਮੈਂ ਇਦੋਂ ਘਟੀਆ ਸਟੇਟਮੈਂਟ ਅੱਜ ਤੱਕ ਨਹੀਂ ਕਿਸੇ ਦੀ ਸੁਣੀ। ਮਸਜਿਦ ਢਾਤੀ, ਉਹਨੇ ਜੱਜ ਨੇ ਰਾਤੋਂ ਰਾਤ ਫੈਸਲਾ ਸੁਣਾਤਾ ਤੇ ਦੂਜੇ ਦਿਨ ਉਹ ਰਿਟਾਇਰ ਹੋ ਗਿਆ। ਬਾਬਰੀ ਮਸਜਿਦ ਢਾਈ ਆ, ਕਹਿੰਦਾ ਜੀ ਇੱਥੇ ਤਾਂ ਇਹ ਤਾਂ ਸਾਨੂੰ ਧੁੰਦਲੇ ਦਿੰਦੇ ਨੇ, ਸਾਨੂੰ ਤਾਂ ਦਿਖਿਆ ਹੀ ਨਹੀਂ ਕੌਣ ਢਾਹ ਗਿਆ। ਹੁਣ ਇਦੋਂ ਉੱਤੇ ਲੋਕਤੰਤਰ ਦਾ ਘਾਣ ਕੀ ਹੋ ਜਾਊਗਾ। ਹੁਣ ਇਹ ਜਿਹੜੀਆਂ ਪੰਜਾਬ ਤੇ ਵੀ ਅੱਖ ਰੱਖੀ ਗਈ, ਉਹਨਾਂ ਨੂੰ ਪਤਾ ਵੀ ਇਹ ਮਾਰਸ਼ਲ ਕੌਮ ਹੈ, ਇਹਨਾਂ ਨੇ ਛੇਤੀ ਹੱਥ ਧਰਾਉਣਾ ਨਹੀਂ ਸਾਡੇ ਤੋਂ। ਸ਼ੁਰੂ ਹੋ ਗਏ, ਇਹ ਬਿੱਲ ਜੂਨ ਦਾ ਲਾਗੂ ਕੀਤਾ, ਹੁਣ ਤੱਕ ਅਸੀਂ ਬਗਾਵਤ ਕੀਤੀ ਹੈ, ਚਲੋ ਕਰਨੀ ਵੀ ਬਣਦੀ ਹੈ, ਠੀਕ ਹੈ। ਸਾਨੂੰ ਵੀ ਬੜੇ ਫੋਨ ਆਉਣ ਲੱਗ ਗਏ ਵੀ ਤੁਸੀਂ ਕੀ ਯਾਰ ਅੰਬ ਲੈਣੇ ਨੇ, ਤੁਸੀਂ ਉਹੀ ਲੀਡਰ ਬਣੇ ਹੋ, ਅੱਗੇ ਜਾ ਕੇ ਬੋਲਦੇ ਹੋ ਮਾਈਕਾਂ ਤੇ, ਰੋਜ਼ ਭਾਸ਼ਣ ਕਰਦੇ ਹੋ। ਪਰ ਇੱਕ ਜ਼ਮੀਰ ਜਾਗਦੀ ਹੈ ਅੰਦਰੋਂ। ਮੈਂ ਤਾਂ ਆਪਣੇ ਤੋਂ ਹੀ ਗੱਲ ਸ਼ੁਰੂ ਕਰਦਾ ਹੁੰਦਾ। ਪਹਿਲਾਂ ਮੈਨੂੰ ਵੀ ਐਂ ਲੱਗਦਾ ਸੀ ਵੀ ਕੋਈ ਨਹੀਂ, ਜਿੱਧਰ ਗਿਆ ਬਾਣੀਆ ਉੱਧਰ ਗਿਆ ਬਾਜ਼ਾਰ, ਵੀ ਜੋ ਕੁਛ ਦੁਨੀਆ ਨਾਲ ਹੋਊਗਾ ਉਹੀ ਸਾਡੇ ਨਾਲ ਹੋਊਗਾ, ਸਾਡੇ ਨਾਲ ਕਿਹੜਾ ਕੁਛ ਲਹਿਦਾ ਹੀ ਹੋਣਾ। ਸਾਰਿਆਂ ਦੀ ਜ਼ਿਆਦਾ ਆਪਣੀ ਇਹੀ ਸੋਚ ਹੈ ਵੀ ਕੋਈ ਨਹੀਂ, ਦੇਖਾਂਗੇ ਕੀ ਹੋਊਗਾ। ਹਾਲੇ ਵੀ ਮੈਂ ਪਿੰਡਾਂ 'ਚ ਜਾਂਦਾ, ਬਥੇਰੇ ਬੈਠੇ ਐਂ ਕਰੀ ਜਾਣਗੇ, ਨਾ ਹੁਣ ਤਾਂ ਨਹੀਂ ਕੈਂਸਲ ਹੁੰਦੇ, ਹੁਣ ਕੈਂਸਲ ਤਾਂ ਨਹੀਂ ਹੁੰਦੇ, ਕੁਛ ਨਾ ਕੁਛ ਹੋਰ ਹੋ ਜਾਊਗਾ। ਜਦੋਂ ਉਹ ਗੱਲ ਉਹੀ ਹੈ ਜਿਹਦੀ ਜ਼ੁਬਾਨ 'ਤੇ ਫਤਿਹ ਉਹਦੀ ਜਹਾਨ 'ਚ ਫਤਿਹ। ਜਦੋਂ ਤੁਹਾਡੀ ਸੋਚ 'ਚ ਹੀ ਉਹ ਚੀਜ਼ ਵੜ ਗਈ ਵੀ ਹੋਣਾ ਹੀ ਨਹੀਂ, ਫਿਰ ਤੁਸੀਂ ਕਰਾ ਵੀ ਕਿਵੇਂ ਲਓਗੇ। ਸਾਰਿਆਂ ਦੀ ਗੱਲ ਨਹੀਂ ਮੈਂ ਕਰਦਾ, ਪਰ ਬਹੁਤੇ ਲੋਕਾਂ ਦੀ ਗੱਲ ਕਰਦਾ। ਫਿਰ ਮੇਰੀ ਉਹਨਾਂ ਨਾਲ ਬਹਿਸ ਵੀ ਹੋ ਜਾਂਦੀ ਹੈ ਇਸ ਗੱਲ ਪਿੱਛੋਂ ਵੀ ਯਾਰ ਤੁਸੀਂ ਕਿਉਂ, ਯਾਰ ਜੇ ਤੁਸੀਂ ਸਾਡੇ ਨਾਲ ਧਰਨਿਆਂ 'ਤੇ ਨਹੀਂ ਆ ਸਕਦੇ ਤਾਂ ਤੁਹਾਡੇ ਕੋਲ ਇਹ ਵੀ ਕਮ ਸੇ ਕਮ ਇੱਥੇ ਤਾਂ ਤੁਸੀਂ ਹੌਸਲਾ ਰੱਖੋ ਨਾ ਵੀ ਹਾਂ ਅਸੀਂ ਜਿੱਤਾਂਗੇ, ਸਾਨੂੰ ਵੀ ਮਾੜਾ ਮੋਟਾ ਮੋਟੀਵੇਸ਼ਨ ਮਿਲਦੀ ਹੈ ਵੀ ਚਾਹੇ ਬੰਦਾ ਜਿਹੜੇ ਮਰਜ਼ੀ ਪੱਧਰ 'ਤੇ ਆ ਉਹ ਸਾਡੇ ਨਾਲ ਹੈ। ਥੋੜ੍ਹੇ ਲੋਕ ਨੇ ਜਿਹੜੇ ਇਹ ਸੋਚ ਰੱਖਦੇ ਨੇ, ਉਹ ਵੀ ਆਪਣੇ ਹੀ ਨੇ, ਉਹਨਾਂ ਨੂੰ ਸਮਝਾਉਣਾ ਸਾਡਾ ਫਰਜ਼ ਹੈ ਵੀ ਅਸੀਂ ਇਹ ਬਿੱਲ ਰੱਦ ਕਰਵਾਵਾਂਗੇ। ਪੰਜਾਬੀਆਂ ਨੇ ਇਤਿਹਾਸ ਬਣਾਇਆ, ਭਗਤ ਸਿੰਘ ਨੇ ਕੁਰਬਾਨੀ ਦਿੱਤੀ ਸੀ ਤਾਂ ਇਹ ਮੁਲਕ ਆਜ਼ਾਦ ਹੋਇਆ ਸੀ। ਕਰਤਾਰ ਸਿੰਘ ਸਰਾਭਾ 17 ਸਾਲ ਦੀ ਉਮਰ 'ਚ ਸੀ ਜਦੋਂ ਉਹ ਇੰਨਾ ਇੰਟੈਲੀਜੈਂਟ ਆ ਗਿਆ ਸੀ। ਕਦੇ ਤੁਸੀਂ ਪੜ੍ਹੇ ਉਹਦੇ ਬਾਰੇ ਵੀ ਉਹਨੇ ਕਿਵੇਂ ਉਸ ਲਹਿਰ 'ਚ ਹਿੱਸਾ ਪਾਇਆ ਆਜ਼ਾਦੀ ਦੀ। ਅਸੀਂ ਜਿੱਤਾਂਗੇ ਤੇ ਇਤਿਹਾਸ ਬਣਾਵਾਂਗੇ। ਸਾਡੇ ਕੋਲ ਹੋਰ ਕੋਈ ਚਾਰਾ ਨਹੀਂ। ਜੇ ਅਸੀਂ ਇਹ ਜੰਗ ਹਾਰ ਗਏ ਤਾਂ ਸਾਡੇ ਪੱਲੇ ਕੁਛ ਨਹੀਂ ਰਹਿਣਾ। ਜਿਹੜੇ ਹੁਣ ਮੁੰਡੇ ਸਾਡੇ ਬਾਹਰ ਵੀ ਚਲੇ ਜਾਂਦੇ ਆ ਨਾ, ਇੱਕ ਸਾਨੂੰ ਕੈਨੇਡਾ ਦਾ ਸਹਾਰਾ ਮਿਲਿਆ ਹੋਇਆ, ਇਹਨਾਂ ਨੇ ਤਾਂ ਨਹੀਂ ਦਿੱਤਾ ਪਰ ਉਹਨਾਂ ਨੇ ਦਿੱਤਾ, ਫਿਰ ਕਿਤੇ ਨਾ ਕਿਤੇ ਜਾ ਕੇ ਉਹ ਵੀ ਸਾਡਾ ਕੈਂਸਲ ਹੋ ਜਾਊਗਾ। ਕਿਉਂਕਿ ਜਿਹੜੀਆਂ ਜ਼ਮੀਨਾਂ 'ਤੇ ਅਸੀਂ ਲਿਮਟਾਂ ਲੈ ਕੇ ਜਾਂਦੇ ਆ, ਉਹ ਜ਼ਮੀਨਾਂ ਦੇ ਰੇਟ ਹੀ 5-5 4-4 ਲੱਖ ਰਹਿ ਜਾਣਗੇ। ਮੈਨੂੰ ਦੱਸੋ ਇੱਕ ਬੰਦਾ ਹੱਥ ਖੜਾ ਕਰਕੇ ਕਹਿ ਦੇਵੇ ਕਿਹਦੀਆਂ ਲਿਮਟਾਂ ਨਹੀਂ ਚੱਲਦੀਆਂ, ਕਿਹਦੀ ਜ਼ਮੀਨ 'ਤੇ ਕਰਜ਼ਾ ਨਹੀਂ ਹੈਗਾ। ਇਦੋਂ ਬਾਅਦ 'ਚ ਅਗਲੀ ਰਣਨੀਤੀ ਕੀ ਬਣਾਉਣਗੇ? 2-3 ਸਾਲ ਇਹ ਆਉਣਗੇ ਆਪਦੇ ਜਿੱਥੇ ਅੱਜ ਸਾਡੀਆਂ ਮੋਟਰਾਂ ਨੇ ਉੱਥੇ ਇਹਨਾਂ ਦੇ ਬੋਰਡ ਲੱਗੇ ਹੋਣਗੇ, ਅਡਾਨੀ ਫਾਰਮ, ਅੰਬਾਨੀ ਫਾਰਮ, ਫਲਾਣਾ ਫਾਰਮ, ਉੱਥੇ ਇਹਨਾਂ ਦੇ ਬੋਰਡ ਲੱਗੇ ਹੋਣਗੇ। ਉਦੋਂ ਬਾਅਦ 'ਚ ਕੀ ਕਰਨਗੇ? 2-3 ਸਾਲ ਇਹ ਸਾਨੂੰ ਕਹਿਣਗੇ ਵੀ ਸਾਡੀਆਂ ਮਰਜ਼ੀ ਦੀਆਂ ਫਸਲਾਂ ਬੀਜੋ, ਚਲੋ ਦੇ ਦੇਣਗੇ। ਉਦੋਂ ਬਾਅਦ 'ਚ ਜਦੋਂ ਸਾਡੀ ਇਹਨਾਂ ਨਾਲ ਤਕਰਾਰ ਸ਼ੁਰੂ ਹੋ ਗਈ, ਤਕਰਾਰ ਕਿਵੇਂ ਸ਼ੁਰੂ ਹੋਊਗੀ? ਬਿੱਲ ਦੇ ਵਿੱਚ ਲਿਖੇ ਹੋਏ ਨੇ ਵੀ ਜੇ ਆਹ ਚੀਜ਼ ਇੰਨੀ ਪਰਫੈਕਟ ਨਾ ਹੋਈ, ਸਾਡੇ ਕਹੇ ਤੋਂ ਤੁਸੀਂ ਯੂਰੀਆ ਖੇਤ 'ਚ ਆਹ ਖਾਦ ਨਾ ਪਾਈ ਤਾਂ ਵੀ ਅਸੀਂ ਕਾਰਵਾਈ ਕਰ ਸਕਦੇ ਹਾਂ, ਸਾਡੇ ਕਹੇ ਤੋਂ ਤੁਸੀਂ ਬੀਜ ਨਾ ਬੀਜਿਆ ਤਾਂ ਵੀ ਅਸੀਂ ਕਾਰਵਾਈ। ਫਿਰ ਇਹ ਸਾਡੇ ਨਾਲ ਅੜਨਗੇ। ਦੇਖੋ ਬਿਲਾਂ ਬੁਲਾਂ ਦਾ ਤਾਂ ਸਿੱਧਾ ਇਹ ਇੱਕ ਫੰਡਾ ਜਿਹਾ ਹੀ ਆ। ਸਿੱਧਾ ਦਾ ਤੌਰ 'ਤੇ ਇਹਨਾਂ ਨੇ ਸਾਡੀਆਂ ਜ਼ਮੀਨਾਂ ਖੋਹਣੀਆਂ ਨੇ। ਇੱਥੇ ਇਹਨਾਂ ਨੇ ਬਿਲਡਿੰਗਾਂ ਖੜੀਆਂ ਕਰਨੀਆਂ ਨੇ ਚਾਈਨਾ ਦੀ ਤਰਜ਼ 'ਤੇ, ਵੀ ਚਾਈਨਾ ਤਰੱਕੀ ਕਰ ਰਿਹਾ, ਉਦੋਂ ਦੂਜੇ ਨੰਬਰ 'ਤੇ ਸਾਡੀ ਕੰਟਰੀ ਆਉਂਦੀ ਹੈ ਵੀ ਅਸੀਂ ਡਿਵੈਲਪਮੈਂਟ ਕਰਨੀ ਹੈ। ਜਿਹੜਾ ਰੂਰਲ ਏਰੀਆ ਨੂੰ ਖ਼ਤਮ ਕਰਨਾ, ਵੀ ਜਿੱਥੇ ਸ਼ਹਿਰ ਆ ਗਿਆ ਇਹ ਸ਼ਹਿਰ ਨੂੰ ਡਿਵੈਲਪਮੈਂਟ ਕਹਿੰਦੇ ਨੇ। ਜਦੋਂ ਸਾਡੇ ਹਿੰਦੁਸਤਾਨ ਦਾ 85% ਏਰੀਆ ਹੀ ਰੂਰਲ ਹੈ, ਕਿਸਾਨਾਂ 'ਤੇ ਨਿਰਭਰ ਖੇਤੀਬਾੜੀ 'ਤੇ ਕਰਦਾ, ਤਾਂ ਇਹ ਚੀਜ਼ ਹੋ ਨਹੀਂ ਸਕਦੀ। ਜੇ ਹੋਊਗੀ ਵੀ ਚਲੋ ਮੰਨ ਲੈਂਦੇ ਹਾਂ, ਤਰੱਕੀ ਕਰਨ ਦਾ ਅਧਿਕਾਰ ਹਰ ਇੱਕ ਸੂਬੇ ਨੂੰ ਆ। ਹਰ ਇੱਕ ਬੰਦਾ ਜਿਹੜਾ ਸਾਡਾ ਪ੍ਰਾਈਮ ਮਿਨਿਸਟਰ ਬਣਦਾ ਉਹਦੇ ਕੋਲ ਇਹ ਰਾਈਟ ਹੁੰਦਾ ਵੀ ਉਹ ਸੂਬਿਆਂ ਨੂੰ ਨਾਲ ਲੈ ਕੇ ਚੱਲੇ, ਪਰ ਇੱਕ ਤਰੀਕਾ ਹੁੰਦਾ। ਤੁਹਾਡੀ ਚੁੱਪ 'ਚ ਇੰਨੀ ਤਾਕਤ ਹੈ, ਇਹਨਾਂ ਧਰਨਿਆਂ 'ਚ ਇੰਨੀ ਤਾਕਤ ਹੈ, ਉੱਥੇ ਉਹ ਲੋਕ ਬੌਂਦਲੇ ਹੋਏ ਨੇ, ਉਹਨਾਂ ਨੂੰ ਇਹ ਨਹੀਂ ਸਮਝ ਆ ਰਿਹਾ। ਤੇ ਕਰੀਏ ਤਾਂ ਹੁਣ ਕਰੀਏ ਕੀ? ਜਥੇਬੰਦੀਆਂ ਗਈਆਂ ਨੇ, ਮੈਂ ਬਹੁਤ ਸ਼ਲਾਘਾ ਕਰਦਾ ਜਥੇਬੰਦੀਆਂ ਦੀ। ਉਹ ਗਈਆਂ ਨੇ, ਉਹਨਾਂ ਨੇ ਆਪਣੀ ਗੱਲ ਰੱਖੀ ਉੱਥੇ ਤੇ ਉਹਨਾਂ ਨੇ ਨਹੀਂ ਮੰਨੀ। ਅਗਲੇ ਆ ਗਏ ਉੱਥੇ ਮੀਡੀਆ ਨਾਲ ਲੈ ਕੇ ਗਏ, ਮੁਰਦਾਬਾਦ ਦੇ ਨਾਅਰੇ ਲਾ ਕੇ ਆਏ ਆ, ਚੰਗਾ ਜਲੂਸ ਕੱਢ ਕੇ ਆਏ ਆ, ਤੇ ਨਾਲ ਇਹ ਵੀ ਕਹਿ ਕੇ ਆਏ ਆ ਜੇ ਤੁਸੀਂ ਸਾਡੀਆਂ ਮੰਗਾਂ ਨਾ ਮੰਨੀਆਂ ਅਸੀਂ ਸੰਘਰਸ਼ ਨੂੰ ਤਿੱਖਾ ਕਰਾਂਗੇ, ਤੇ ਕਰ ਵੀ ਦਿੱਤਾ। ਕੱਲ੍ਹ ਨੂੰ ਹੁਣ ਕੈਬਨਿਟ ਦੀ ਮੀਟਿੰਗ ਹੈ, ਮੈਂ ਆਸ ਕਰਦਾ ਪੰਜਾਬ ਸਰਕਾਰ ਤੋਂ, ਜੇ ਉਹ ਕਿਸਾਨਾਂ ਦੀ ਹਿਤੈਸ਼ੀ ਹੈ, ਜੇ ਉਹ ਸਾਡੇ ਨਾਲ ਆ, ਤਾਂ 2-3 ਐਸੇ ਮਤੇ ਪਾਵੇ ਜਿਹੜੇ ਉਹ ਸਾਡੇ ਹੱਕ 'ਚ ਹੋਣ। ਪਹਿਲਾ ਮਤਾ ਤਾਂ ਇਹ ਪਾਵੇ ਵੀ ਇਹਨਾਂ ਕਾਨੂੰਨਾਂ ਦੇ ਨੂੰ ਰੱਦ ਕਰਕੇ ਭੇਜ ਦੇਵੇ, ਵੀ ਨਾ ਪੰਜਾਬ ਇਹਨਾਂ ਨੂੰ ਅੱਜ ਮੰਨੇ ਨਾ ਕੱਲ੍ਹ ਨੂੰ ਮੰਨੇ। ਦੂਜਾ ਇਹ ਪਾਵੇ ਵੀ MSP ਤਾਂ ਇੱਕ ਵੱਡਾ ਮੁੱਦਾ ਹੈ ਹੀ ਆ, ਪਰ MSP ਤੋਂ ਥੱਲੇ ਜਿਹੜਾ ਚੱਕਦਾ ਉਹਨੂੰ ਕਾਨੂੰਨੀ ਤੌਰ 'ਤੇ 10 ਸਾਲ ਦੀ ਸਜ਼ਾ, ਤੇ ਉਹਨੂੰ ਜਿੰਨੀ ਜਿਹੜੇ ਏਰੀਏ 'ਚ ਜਿੰਨਾ ਕਿ ਜਿਹੜੇ ਹਿਸਾਬ ਨਾਲ ਬੰਦਾ ਉਨਾ ਕੁ ਉਹਨੂੰ ਪੈਸੇ 'ਚ ਵੀ ਜੁਰਮਾਨਾ ਪੈਣਾ ਚਾਹੀਦਾ। ਗੱਲ ਸਾਡੇ ਪਾਣੀਆਂ ਦੀ ਹੋਵੇ,
ਚਲੋ ਇਹ ਤਾਂ ਲੰਬੀਆਂ ਗੱਲਾਂ ਨੇ, ਪਰ 2-3 ਚੀਜ਼ਾਂ ਸਾਡੀਆਂ ਇਹੀ ਸਰਕਾਰ ਕਰ ਦੇਵੇ ਤਾਂ ਅਸੀਂ ਸਰਕਾਰ ਦਾ ਬਹੁਤ ਸਮਰਥਨ ਕਰਾਂਗੇ ਜੇ ਸਾਡੇ ਹੱਕ 'ਚ ਆ ਜਾਵੇ। ਪਰ ਕਿਉਂਕਿ ਚੁਣੀ ਹੋਈ ਸਾਡੀ ਹੈ ਤਾਂ ਉਹਦਾ ਫਰਜ਼ ਬਣਦਾ ਸਾਡੇ ਲਈ ਕੰਮ ਕਰਨਾ। ਹੁਣ ਕੀ ਹੋ ਗਿਆ, ਧਰਨੇ ਬਹੁਤ ਸ਼ਾਂਤਮਈ ਤਰੀਕੇ ਨਾਲ ਚੱਲ ਰਹੇ ਨੇ, ਸਾਰਾ ਕੁਝ ਵਧੀਆ ਚੱਲ ਰਿਹਾ। ਠੀਕ ਹੈ, ਮਾੜਾ ਮੋਟਾ ਜਿਹੜੇ ਸਰਕਾਰਾਂ ਦੇ ਵਿੱਚ ਏਜੰਸੀਆਂ ਕੰਮ ਕਰਦੀਆਂ ਨੇ, ਇਹਨਾਂ ਨੇ ਅੱਗੇ ਆਪਦੀ ਇਹਨਾਂ ਦੀ ਵੀ ਡਿਊਟੀ ਹੁੰਦੀ ਆ, ਪਹੁੰਚਾਉਣੀ ਹੁੰਦੀ ਹੈ ਗੱਲ। ਦੇਖਦੇ ਆ ਵੀ ਅੱਛਾ ਆਹ ਮੁੰਡਾ ਐਕਟਿਵ ਹੋਇਆ ਫਲਾਣੇ 'ਚ ਫਲਾਣੀ ਜਥੇਬੰਦੀ ਐਕਟਿਵ ਹੈ ਪਿੰਡ 'ਚ, ਇਹਨਾਂ ਨੂੰ ਦੱਬਣ ਦੀ ਕੋਸ਼ਿਸ਼ ਕਰੀਏ। ਹੋ ਵੀ ਰਿਹਾ ਸਾਡੇ ਨਾਲ ਇੱਦਾਂ ਡੇਲੀ ਬੇਸਿਸ 'ਤੇ ਬਹੁਤ ਸਾਨੂੰ ਸੁਨੇਹੇ ਲੱਗਦੇ ਆ ਵੀ ਭਾਈ ਤੁਸੀਂ ਬਹਿ ਜਾਓ ਘਰੇ। ਪਰ ਸਾਨੂੰ ਲੱਗਦਾ ਜੇ ਅਸੀਂ ਅੱਜ ਘਰੇ ਬਹਿ ਗਏ ਤਾਂ ਗੱਲ ਉਹੀ ਹੈ ਵੀ ਇਤਿਹਾਸ ਯਾਦ ਰੱਖਦਾ ਜਿਹੜਾ ਬੰਦਾ ਲੜ ਕੇ ਮਰਦਾ, ਹਾਂ ਦਾ ਨਾਰਾ ਮਾਰਦਾ। ਜੇ ਘਰੇ ਬੈਠੇ ਹੀ ਮਰ ਗਏ ਤਾਂ ਫਿਰ ਕੀ ਇਤਿਹਾਸ ਨੇ ਯਾਦ ਰੱਖਣਾ। ਤਾਂ ਸਾਡਾ ਇਹ ਫਰਜ਼ ਹੈ, ਨਾ ਅਸੀਂ ਪਿੱਛੇ ਅੱਜ ਹਟਾਂਗੇ ਤੇ ਨਾ ਕੱਲ੍ਹ ਨੂੰ ਹਟਾਂਗੇ। ਜਿੱਥੇ ਤੱਕ ਇਹ ਘੋਲ ਜਾਊਗਾ, ਜਿਵੇਂ ਵੀ ਜਾਊਗਾ ਉਵੇਂ ਇਹਦੇ ਨਾਲ ਜਾਵਾਂਗੇ। ਹੁਣ ਦੂਜੀ ਗੱਲ ਇਹ ਹੈ, ਵਾਰ-ਵਾਰ ਜਿਹੜੀ ਮੈਂ ਗੱਲ ਕਹਿਣਾ, ਸੁਚੇਤ ਹੋਣ ਦੀ ਆਪਾਂ ਨੂੰ ਕਿੱਥੇ ਲੋੜ ਹੈ। ਹੁਣ ਜਿਹੜੇ ਬੰਦੇ ਵਿੱਚ ਵੜਨਗੇ ਇਸ ਘੋਲ ਨੂੰ ਖਰਾਬ ਕਰਨ ਵਾਲੇ ਵੜ ਵੀ ਗਏ। ਹੁਣ ਜ਼ੋਰ ਉਹਨਾਂ ਨੇ ਵੀ ਉੱਧਰੋਂ ਲਾਉਣਾ, ਕਿਉਂਕਿ ਵਾਹ ਤਾਂ ਉਹਨਾਂ ਦੀ ਚੱਲਦੀ ਨਹੀਂ ਸਿੱਧੇ ਤੌਰ 'ਤੇ। ਹੁਣ ਉਹ ਸਾਡੇ ਵਿੱਚ ਬੰਦੇ ਵਾੜਨਗੇ ਜਿਹੜੇ ਹੁੱਲੜਬਾਜ਼ੀ ਕਰਨਗੇ। ਦੇਖੋ ਇੱਕ ਗੱਲ ਕਲੀਅਰ ਹੈ, ਜਿਹੜਾ ਬੰਦਾ ਹਿੰਸਕ ਹੈ ਉਹ ਸਾਡੇ ਇਸ ਧਰਨੇ ਦਾ ਹਿੱਸਾ ਨਹੀਂ ਹੈਗਾ। ਜੇ ਅਸੀਂ ਹਿੰਸਕ ਹੁੰਦੇ, ਅਸੀਂ 20,000 ਬੰਦਾ ਸ਼ੰਭੂ 'ਤੇ ਇਕੱਠੇ ਹੋਏ ਸੀ, ਜੇ ਅਸੀਂ ਵੱਢ ਕੱਟ ਕਰਨੀ ਹੁੰਦੀ ਤਾਂ ਅਸੀਂ ਉਦੋਂ ਹੀ ਕਰ ਦਿੰਦੇ। ਉੱਥੇ 1.5 ਮਹੀਨਾ ਹੋ ਗਿਆ, ਅਸੀਂ ਕੁਛ ਨਹੀਂ ਕੀਤਾ। ਜਿੰਨੇ ਕਹਾ ਹਮਲੇ ਕਰਾਏ ਨੇ ਇਹ ਇਹਨਾਂ ਨੇ ਆਪ ਹੀ ਕਰਾਏ ਨੇ ਬੰਦੇ ਵਿੱਚ ਵੜ ਕੇ ਆਪਣੇ। ਜੇ ਅਸੀਂ ਲੜਨਾ ਹੁੰਦਾ ਤਾਂ ਅਸੀਂ ਤਾਂ ਕਦੇ ਹੀ ਡਾਂਗਾਂ ਚੱਕ ਲੈਂਦੇ। ਸੋ ਅਸੀਂ ਲੜਾਈ ਸ਼ਾਂਤਮਈ ਤਰੀਕੇ ਨਾਲ ਲੜਾਂਗੇ ਤੇ ਜਿੱਤਾਂਗੇ, ਤੇ ਸਾਡੀ ਜਿੱਤ ਵੀ ਯਕੀਨਨ ਹੈ ਹੋਊਗੀ। ਉਹਨਾਂ 'ਤੇ ਪ੍ਰੈਸ਼ਰ ਬਹੁਤ ਹੈ। ਅੱਜ ਤੱਕ ਨਹੀਂ ਉਹਨਾਂ ਨੇ ਕਦੇ ਪੰਜਾਬੀ 'ਚ ਟਵੀਟ ਕੀਤਾ। 3 ਵਾਰੀ ਉਹ ਇੱਕ ਬਿੱਲ 'ਤੇ ਕਦੇ ਨਹੀਂ ਬੋਲੇ। ਮੋਦੀ ਜੀ ਹਰੇਕ ਵਾਰੀ ਆ ਕੇ ਕਹਿੰਦੇ ਆ, ਆਪਦੇ ਮੰਤਰੀ ਵੀ ਭੇਜਦੇ ਆ ਉੱਥੋਂ ਵੀ ਜਾ ਕੇ ਤੁਸੀਂ ਸਮਝਾਓ, ਤੇ ਉਹਨਾਂ ਨੂੰ ਜਿਹੜਾ ਮਾਣ ਤਾਣ ਪੰਜਾਬ ਦੇ ਰਿਹਾ ਉਹਨਾਂ ਕੋਲ ਉਹਨਾਂ ਦਾ ਬਣਦਾ ਵੀ ਹੈ ਤੇ ਦੇਣਾ ਚਾਹੀਦਾ ਵੀ ਹੈ। ਚਲੋ ਜਿਹੜੇ ਦਿੱਲੀ ਤੋਂ ਆਉਂਦੇ ਨੇ ਉਹ ਤਾਂ ਮੈਂ ਮੰਨਦਾ ਵੀ ਠੀਕ ਹੈ, ਪਰ ਜਿਹੜੇ ਪੰਜਾਬ ਵਾਲੇ ਨੇ ਉਹ ਕਹੀ ਜਾਂਦੇ ਨੇ ਇਹ ਬਿੱਲ ਬਹੁਤ ਵਧੀਆ ਨੇ, ਇਹ ਇੱਦਾਂ। ਉਹਨਾਂ ਦਾ ਨਾ ਕੋਈ ਖੇਤੀ ਨਾਲ ਲੈਣਾ, ਨਾ ਕੋਈ ਦੇਣਾ, ਨਾ ਕੋਈ ਵਾਸਤਾ। ਬਸ ਉਹੀ ਇੱਕ ਨਹੀਂ ਹੁੰਦਾ ਵੀ ਪੋਚੇ ਪਾਲਸ਼ਾਂ ਵਾਲਾ ਕੰਮ ਹੈ ਵੀ ਬਹੁਤ ਵਧੀਆ, ਜਿੱਧਰ ਨੂੰ ਚੱਲ ਪਿਆ ਭੇਡਾਂ ਵਾਲਾ ਕੰਮ ਵੀ ਇੱਧਰ ਨੂੰ ਚੱਲ ਪਿਆ ਤਾਂ ਹੁਣ ਇੱਧਰ ਨੂੰ ਜਾਈ ਜਾਣਾ। ਵੀ ਤੁਸੀਂ ਪੰਜਾਬ 'ਚ ਯਾਰ ਵਿਚਰਦੇ ਹੋ, ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਪੰਜਾਬ ਅੱਜ ਕਿਹੜਿਆਂ ਹਾਲਾਤਾਂ 'ਤੇ ਖੜ੍ਹਾ, ਇਹ ਸੂਬਾ ਕਿੱਥੇ ਖੜ੍ਹਾ ਹੈ। ਅੱਜ ਖੇਤੀ ਅਸੀਂ ਕਰਦੇ ਹਾਂ, ਪਰ ਮੈਨੂੰ ਇੱਕ ਬੰਦਾ ਖੜ੍ਹਾ ਹੋ ਕੇ ਦੱਸ ਦੇਵੇ ਵੀ ਕਿਹੜਾ 25 ਲੱਖ ਰੁਪਈਆ ਕਮਾਉਂਦਾ ਖੇਤੀ 'ਚੋਂ। ਆਈ ਚਲਾਈ ਚੱਲਦੀ ਹੈ ਸਾਡੀ। ਹੁਣ ਆਈ ਚਲਾਈ ਵੀ ਨਹੀਂ ਕਰਨ ਦਿੰਦੇ। ਉਹ ਵੀ ਹੁਣ ਕਹੀ ਜਾਂਦੇ ਨੇ ਅਸੀਂ ਕਰਕੇ ਦੇਵਾਂਗੇ, ਐਂ ਕਰਕੇ ਦੇਵਾਂਗੇ। 2 ਕਰੋੜ ਨੌਕਰੀ ਦਾ ਵਾਅਦਾ ਸਾਡੇ ਤਾਂ ਮੈਨੂੰ ਤਾਂ ਨਹੀਂ ਲੱਗਦਾ ਕਿਸੇ ਨੂੰ ਮਿਲੀ ਹੈ। 15 ਲੱਖ ਦਾ ਵਾਅਦਾ ਤੁਹਾਡੇ ਖਾਤੇ 'ਚ ਆਊਗਾ, ਕੱਖ ਨਹੀਂ ਆਇਆ। GST ਹੈ ਜਿਹੜਾ ਉੱਤੋਂ ਉਹ ਪੰਜਾਬ ਦਾ ਰੋਕਿਆ ਹੋਇਆ, ਉਹ ਨਹੀਂ ਦਿੰਦੇ। ਇਹ ਚੀਜ਼ਾਂ ਬਾਈ ਤੁਸੀਂ ਪੜ੍ਹਿਆ ਕਰੋ। ਤੁਸੀਂ ਬਹੁਤ 4-4 GB ਡਾਟਾ, 5-5 GB ਡਾਟਾ ਪਾਉਂਦੇ ਹੋ। ਇਹਨਾਂ ਚੀਜ਼ਾਂ ਦੀ ਗੌਰ ਰੱਖਿਆ ਕਰੋ, ਕਿਉਂਕਿ ਤੁਹਾਡਾ ਫਿਊਚਰ ਹੈ। ਤੁਹਾਡਾ ਵੀ ਇਹ 'ਚ ਕੋਈ ਕਸੂਰ ਨਹੀਂ। ਏਜੰਸੀਆਂ ਨੇ ਸਿਸਟਮ ਹੀ ਐਸਾ ਪੈਦਾ ਕਰਤਾ, ਜਿਹੜੀਆਂ ਇਹ ਟਿਕਟੋਕਾਂ ਚਲਾਤੀਆਂ ਜਾਂ ਜਿਹੜੀਆਂ ਇਹ ਚੀਜ਼ਾਂ ਬਣਾਤੀਆਂ ਵੀ ਤੁਹਾਡੇ ਮੁੱਦਿਆਂ 'ਤੇ ਧਿਆਨ ਹੀ ਨਾ ਰਹੇ, ਤੁਹਾਡਾ ਧਿਆਨ ਹੀ ਭਟਕ ਜੇ। ਤੁਹਾਨੂੰ ਕਿਤਾਬਾਂ 'ਚ ਨਹੀਂ ਪਤਾ, 10 ਗੁਰੂਆਂ ਦੇ ਨਾਂ ਨਹੀਂ ਪਤਾ, ਸਾਨੂੰ ਸਾਡੇ ਇਤਿਹਾਸ ਦਾ ਨਹੀਂ ਪਤਾ। ਕਿਤਾਬਾਂ 'ਚੋਂ ਸਿੱਖੀ ਚੱਕਤੀ, ਸਾਡੇ ਜਿਹੜੇ ਸਾਡੇ ਸੂਰਵੀਰ ਯੋਧੇ ਸੀ ਉਹਨਾਂ ਦੇ ਨਾਂ ਕੱਢਤੇ, ਸਾਰਾ ਉਹੀ ਥੋਪੀ ਜਾਂਦੇ ਨੇ, ਫਲਾਣਾ ਜੀ ਢਮਕਾਣਾ ਜੀ, ਜਿਹਦਾ ਸਾਡੇ ਨਾਲ ਕੋਈ ਵਾਸਤਾ ਹੀ ਨਹੀਂ। ਯੂਰਪ ਦਾ ਇਤਿਹਾਸ ਅੱਜ ਅੰਗਰੇਜ਼ੀ ਸਕੂਲਾਂ 'ਚ ਆਪਾਂ ਪੜ੍ਹਦੇ ਹਾਂ, ਸਾਡੇ ਵੀ ਜਵਾਕ ਪੜ੍ਹਦੇ ਆ। A to Z ਹਿਸਟਰੀ ਉਹਨਾਂ ਨੂੰ ਯੂਰਪ ਦੀ ਪੜ੍ਹਾਉਂਦੇ ਆ। ਅਸੀਂ ਕੀ ਲੈਣਾ ਉਹਨਾਂ ਤੋਂ? ਅਸੀਂ ਕੀ ਲੈਣਾ ਉਹਨਾਂ ਤੋਂ? ਸਾਨੂੰ ਜਦ ਇਹੀ ਨਹੀਂ ਪਤਾ ਵੀ ਭਗਤ ਸਿੰਘ ਕੌਣ ਸੀ, ਸਾਨੂੰ ਜਦ ਇਹੀ ਨਹੀਂ ਪਤਾ ਊਧਮ ਸਿੰਘ ਕੌਣ ਸੀ, ਫਿਰ ਅਸੀਂ ਉਸ ਇਤਿਹਾਸ ਤੋਂ ਕੀ ਲੈਣਾ? ਸਾਡੀ ਦੌੜ ਸਿਰਫ ਉੱਥੇ ਤੱਕ ਹੀ ਹੈ ਵੀ ਸਾਡਾ ਨਿਆਣਾ ਅੰਗਰੇਜ਼ੀ ਬੋਲੇ। ਮੈਂ ਇੱਥੇ ਕੋਈ ਜਵਾਕ ਦੇਖ ਲਵੇ, ਕੋਈ 7-8 ਸਾਲ ਦਾ ਬੱਚਾ ਆਵੇ ਜਿਹੜਾ ਮੈਨੂੰ 50 ਤੱਕ ਗਿਣਤੀ ਸੁਣਾ ਦੇਵੇ, 1 ਤੋਂ ਲੈ ਕੇ ਪੰਜਾਬੀ 'ਚ ਨਹੀਂ ਆਉਂਦੀ। ਇਹ ਦੁਖਾਂਤ ਹੈ। ਆਪਾਂ ਕਹਿ ਦਿੰਦੇ ਹਾਂ ਵੀ ਚਲ ਪੰਜਾਬੀ ਬੋਲਣੀ ਤਾਂ ਆਉਂਦੀ। ਪੰਜਾਬੀ ਬੋਲਣੀ ਤਾਂ ਆਊਗੀ ਨਾ, ਚਾਹੇ ਪੜ੍ਹੀਏ ਚਾਹੇ ਨਾ ਪੜ੍ਹੀਏ, ਅਨਪੜ੍ਹ ਨੂੰ ਵੀ ਆਊਗੀ। ਪਰ ਸਕੂਲ 'ਚ ਆਪਾਂ ਭੇਜਦੇ ਹਾਂ ਜਵਾਕ ਨੂੰ ਤਾਂ ਕਿਸੇ ਉੱਥੇ ਫਰਜ਼ ਹੁੰਦੇ ਨੇ। ਉਹਦਾ ਇਹ ਹੈ ਵੀ ਉਹ ਸਾਡੇ ਇਤਿਹਾਸ ਤੋਂ ਜਾਣੂ ਹੋਵੇ। ਸੋ ਇਹਨਾਂ ਚੀਜ਼ਾਂ 'ਤੇ ਏਜੰਸੀਆਂ ਵਰਕ ਕਰਦੀਆਂ ਨੇ ਵੀ ਕਿਵੇਂ ਜਵਾਨੀ ਨੂੰ ਕਰਾਹੇ ਪਾ ਦਈਏ। ਇਹ ਨੌਜਵਾਨਾਂ 'ਤੇ ਵੀ, ਗਾਉਣੇ ਵਾਲਿਆਂ 'ਤੇ ਬਹੁਤ ਵੱਡਾ ਧੱਬਾ ਲੱਗਦਾ। ਇੱਥੇ ਬਹੁਤ ਨੌਜਵਾਨ ਵੀਰ ਖੜ੍ਹੇ ਨੇ, ਬਜ਼ੁਰਗ ਵੀ ਬੈਠੇ ਨੇ। ਪਹਿਲਾਂ ਵੀ ਇਹ ਗਾਇਕੀ ਇੱਦਾਂ ਹੀ ਚੱਲਦੀ ਸੀ। ਅੱਜ ਨਹੀਂ ਇਹ ਹੋਇਆ ਵੀ ਆ ਕੇ ਅੱਜ ਹਥਿਆਰਾਂ ਵਾਲੇ ਗਾਣੇ ਚੱਲਣ ਲੱਗੇ ਜਾਂ ਤੁਸੀਂ ਕਹਿਤਾ ਲੱਚਰ ਗਾਇਕੀ ਚੱਲਣ ਲੱਗੀ। ਨਹੀਂ, ਇਹ ਝੂਠ ਹੈ। ਅੱਜ ਮੀਡੀਆ ਉੱਤੇ ਆ ਗਿਆ ਤਾਂ ਕਰਕੇ ਇਹ ਚੀਜ਼ਾਂ ਪ੍ਰਮੋਟ ਹੋ ਗਈਆਂ। ਮਾਨਕ ਸਾਹਿਬ ਨੇ, ਸਦੀਕ ਸਾਹਿਬ ਨੇ, ਜਮਲਾ ਜੱਟ ਨੇ ਕੀ ਨਹੀਂ ਗਾਇਆ? ਸਾਡੇ ਨਾਲੋਂ ਵੀ ਗਾਣੇ ਚੱਕਵੇਂ, ਜਿਹਨੂੰ ਮੈਂ ਪੰਜਾਬੀ 'ਚ ਕਹਿ ਦੇਵਾਂ, ਇਹੋ ਜਿਹੇ ਗਾਏ ਨੇ।
ਪਰ ਉੱਥੇ ਇਹ ਸੀ ਪ੍ਰੋਬਲਮ ਕੀ ਆਈ ਸੀ, ਮੈਂ ਉੱਥੇ ਵੀ ਬੈਠਾ ਹੀ ਗੱਲ ਕਰਦਾ ਸੀ ਵੀ ਬਾਬਿਆਂ ਨੇ ਉਦੋਂ ਇਹ ਸੀ ਵੀ ਜਿਹਦਾ ਗਾਣਾ ਚੰਗਾ ਲੱਗਿਆ ਸੁਣ ਲਿਆ, ਜਿਹਦਾ ਨਹੀਂ ਲੱਗਿਆ ਉਹਨੂੰ ਅੱਗੇ ਕਰਤਾ। ਹੁਣ ਪ੍ਰੋਬਲਮ ਕੀ ਹੋਣ ਲੱਗੀ, ਹੁਣ ਅਸੀਂ ਗਾਉਣੇ ਵਾਲਿਆਂ ਨੂੰ ਰੋਲ ਮਾਡਲ ਮੰਨਣ ਲੱਗ ਗਏ ਆਪਣਾ, ਵੀ ਇਹ ਸਾਡਾ ਸਾਰਾ ਕੁਝ ਇਹੀ ਆ, ਰੋਲ ਮਾਡਲ ਹੈ, ਅਸੀਂ ਤਾਂ ਐਂ ਹੀ ਕਰਾਂਗੇ ਜਿਵੇਂ ਇਹ ਕਰੂਗਾ। ਅਗਲਾ ਤਾਂ 4 ਲੱਖ ਰੁਪਈਆ ਲੈ ਕੇ 5 ਹੋ ਜਾਂਦਾ ਕੰਪਨੀ 'ਚ ਗਾਣਾ ਵੇਚ ਕੇ, ਤੁਹਾਡਾ ਦੱਸੋ ਉਹਦੇ ਨਾਲ ਕੀ ਫਾਇਦਾ ਹੋ ਜਾਂਦਾ। ਗਾਣਾ ਸੁਣੋ, ਅੱਗੇ ਕੱਢ ਦਿਓ, ਠੀਕ ਆ। ਬਦਨਾਮ ਕੀਤਾ। ਅੱਜ ਇਹਦੇ ਇੱਕ ਇਹ ਨੈਗੇਟਿਵ ਪੱਖ ਆ ਜਿਹੜਾ ਤੁਹਾਡੇ 'ਤੇ ਪਿਆ। ਪੋਜ਼ੀਟਿਵ ਪੱਖ ਇਹਦਾ ਕੀ ਹੈ ਜਿਹੜਾ ਤੁਸੀਂ ਫੋਲੋ ਕੀਤਾ ਕਲਾਕਾਰਾਂ ਨੂੰ। ਅੱਜ ਕਲਾਕਾਰਾਂ ਨੇ ਸੜਕ 'ਤੇ ਆਏ ਨੇ, ਇਸ ਲਹਿਰ ਦਾ ਹਿੱਸਾ ਬਣੇ ਨੇ, ਉਹਨਾਂ ਨੇ ਤੁਹਾਨੂੰ ਇੱਕ ਆਵਾਜ਼ ਦਿੱਤੀ ਹੈ ਵੀ ਆ ਕੇ ਸਾਡੇ ਨਾਲ ਜੁੜੋ। ਤੁਸੀਂ ਅੱਧੀ ਆਵਾਜ਼ 'ਤੇ ਆਏ ਹੋ। ਅੱਜ ਬੜੀਆਂ ਲਹਿਰਾਂ ਉੱਠੀਆਂ ਨੇ, ਬਜ਼ੁਰਗਾਂ ਨੇ ਬਹੁਤ ਕੁਛ ਹੰਢਾਇਆ, ਪਰ ਇਹ ਜਿਹੜੀ ਲਹਿਰ ਹੈ ਇਹਦਾ ਇੱਕ ਵੱਖਰਾ ਹੀ ਇੱਕ ਰੂਪ ਹੈ, ਵੱਖਰਾ ਹੀ ਇੱਕ ਢੰਗ ਹੈ। ਇਹਦੇ ਨਾਲ ਨੌਜਵਾਨੀ ਐਡੇ ਵੱਡੇ ਪੱਧਰ ਨਾਲ ਜੁੜੀ ਹੈ ਵੀ ਮੈਂ ਕਹਿੰਦਾ ਗੱਲਾਂ ਹੀ ਛੱਡ ਦਿਓ। ਹੁਣ ਬਸ ਤੁਸੀਂ ਲਾਮਬੰਦੀ ਉਸ ਤਰੀਕੇ ਨਾਲ ਕਰਨੀ ਹੈ ਵੀ ਸਾਨੂੰ ਪਤਾ ਸਾਡੀ ਫਸਲ ਵੀ ਆ ਗਈ, ਅਸੀਂ ਫਸਲਾਂ ਦੀ ਤਾਂ ਲੜਾਈ ਲੜ ਰਹੇ ਹਾਂ। ਤੁਸੀਂ ਉੱਥੇ ਮੈਂ ਇਹ ਗੱਲ ਕਹੀ ਸੀ ਵੀ ਤੁਸੀਂ ਗਰੁੱਪ ਬਣਾ ਲਓ WhatsApp। ਮੈਂ ਇਹ ਚੀਜ਼ ਉਧਰ ਮਾਨਸਾ ਵੱਲ ਦੇਖ ਕੇ ਆਇਆ, 100 ਮੁੰਡਿਆਂ ਦਾ ਉਹਨਾਂ ਨੇ ਗਰੁੱਪ ਬਣਾ ਲਿਆ ਵੀ ਇੱਕ ਪਿੰਡ 'ਚੋਂ 5 ਬੰਦੇ ਆਉਣਗੇ ਜੀ, ਅਤੇ 10 ਪਿੰਡਾਂ 'ਚੋਂ 50 ਬੰਦੇ ਆ ਗਏ, ਅਤੇ ਉਹ ਆਪਦਾ ਪੰਪ ਰੋਕਣਗੇ ਜਾਂ ਜਿੱਥੇ ਵੀ ਜਥੇਬੰਦੀਆਂ ਡਿਊਟੀ ਲਾਉਣਗੀਆਂ ਉੱਥੇ ਆਉਣਗੀਆਂ। ਉਹਦੇ ਨਾਲ ਇਹ ਹੋਊਗਾ ਇੱਕ ਤਾਂ ਰੋਜ਼ ਆਉਣ ਤੋਂ ਬਚਾਅ ਹੋ ਜਾਊਗਾ, ਦੂਜਾ ਇਹ ਹੋ ਜਾਊਗਾ ਵੀ ਜਿਹੜੇ ਸਾਡੇ ਕੰਮਕਾਰ ਕਰਨ ਵਾਲੇ ਨੇ ਅਸੀਂ ਉਹ ਕਰ ਲਾਂਗੇ। ਪਰ ਜੇ ਆਪਾਂ ਕਹਿ ਦਈਏ ਵੀ ਇਸ ਸੰਘਰਸ਼ ਨੂੰ ਬੜੇ ਵੀਰ ਕਹਿਣ ਲੱਗੇ ਵੀ ਗਾਉਣੇ ਵਾਲਿਆਂ ਨੇ ਹੁਣ ਘਰੇ ਬਹਿ ਜਾਣਾ ਅਤੇ ਉਦੋਂ ਬਾਅਦ 'ਚ ਬਸ ਠੀਕ ਹੈ ਸਾਡੇ ਵੀ ਅੱਗੇ ਵਿਆਹ ਚੱਲ ਪੈਣੇ ਨੇ ਵੀ ਦੇਖਾਂਗੇ ਕੀ ਬਣੂਗਾ। ਪਰ ਜੇ ਆਪਾਂ ਇਹ ਸੋਚ ਆਪਦੇ ਦਿਮਾਗ 'ਚ ਫਿੱਟ ਕਰ ਲਈ, ਫਿਰ ਮੈਨੂੰ ਇਹ ਬੜੇ ਦੁੱਖ ਨਾਲ ਕਹਿਣਾ ਪੈਂਦਾ ਵੀ ਫਿਰ ਅਸੀਂ ਆਪਣੇ ਟੀਚੇ ਤੱਕ ਨਹੀਂ ਪਹੁੰਚ ਸਕਦੇ। ਅੱਜ ਇਹ ਮੁੱਦਾ ਬਹੁਤ ਸੀਰੀਅਸ ਹੈ। ਅੱਜ ਇਹ ਮੁੱਦਾ ਇੱਥੇ ਤੱਕ ਆਪਾਂ ਸੀਮਤ ਨਾ ਕਰ ਦਈਏ ਵੀ ਕੋਈ ਗਾਉਣੇ ਵਾਲਾ ਆਇਆ, ਉਹਦੇ ਨਾਲ ਫੋਟੋਆਂ ਕਰਾਈਆਂ ਅਤੇ ਉਦੋਂ ਬਾਅਦ 'ਚ ਘਰੇ ਜਾ ਵੜੇ। ਬਜ਼ੁਰਗਾਂ ਦੀ ਸਾਡੀ ਇਸੇ ਗੱਲ 'ਤੇ ਬਹਿਸ ਹੋ ਜਾਂਦੀ। ਉਹ ਕਹਿੰਦਾ ਯਾਰ ਤੁਸੀਂ ਆਉਂਦੇ ਹੋ, ਬਹੁਤਿਆਂ ਮੰਚਾਂ 'ਤੇ ਮੈਕ ਨਹੀਂ ਦਿੱਤਾ ਜਾਂਦਾ ਗਾਉਣੇ ਵਾਲਿਆਂ ਨੂੰ। ਉਹ ਕਿਉਂ ਨਹੀਂ ਦਿੱਤਾ ਜਾਂਦਾ? ਉਹਦਾ ਇਹੀ ਕਾਰਨ ਹੈ। ਉਹ ਕਹਿੰਦਾ ਯਾਰ ਤੁਸੀਂ ਤਾਂ ਆਉਣਾ ਹੁੰਦਾ 10 ਮਿੰਟ ਵਾਸਤੇ ਆਉਂਦੇ ਹੋ, ਗੱਲਾਂ ਕੀਤੀਆਂ 4 ਇੱਧਰ ਦੀਆਂ ਉੱਧਰ ਦੀਆਂ, ਜਾ ਵੜੇ, ਤੁਹਾਨੂੰ ਜਿੰਨੇ ਕੁ ਸੁਣਨ ਆਉਂਦੇ ਨੇ ਉਦੋਂ ਬਾਅਦ ਤੁਸੀਂ ਗਏ, ਤੁਹਾਡੇ ਨਾਲੋਂ ਪਹਿਲਾਂ ਉਹ ਚਲੇ ਜਾਂਦੇ ਨੇ। ਇਹ ਸੱਚ ਵੀ ਹੈ, ਇਹ 'ਚ ਕੋਈ ਦੋ ਰਾਏ ਨਹੀਂ ਹੈਗੀ। ਇੱਥੇ ਇਹ ਚੀਜ਼ ਸਮਝਣੀ ਚਾਹੀਦੀ ਹੈ ਵੀਰੇ, ਜਿਹੜੀਆਂ ਦਰੀਆਂ 'ਤੇ ਸਾਡੇ ਬਜ਼ੁਰਗ ਬੈਠੇ ਨੇ ਉੱਥੇ ਤੁਹਾਨੂੰ ਬਹਿਣਾ ਚਾਹੀਦਾ। ਇਹਦਾ ਆਪਣੇ ਕੋਲ ਗੇੜਾ ਮਾਰਨ ਆਉਣ, ਚਾਹ ਪਾਣੀ ਲੈ ਕੇ ਆਉਣ। ਕਿਉਂਕਿ ਇਹ ਲੜਾਈ ਆਪਣੀ ਹੈ। ਇਹ ਜ਼ਮੀਨਾਂ ਸਾਨੂੰ ਇਹਨਾਂ ਨੇ ਦੇ ਕੇ ਜਾਣੀਆਂ ਨੇ, ਤਾਂ ਕਿਤੇ ਜਾ ਕੇ ਅੱਗੇ ਨੌਕਰੀਆਂ ਤਾਂ ਤੁਹਾਨੂੰ ਮਿਲਣੀਆਂ ਨੇ। ਇਹ ਤਾਂ ਗੱਲ ਕਲੀਅਰ ਹੈ। ਤੁਹਾਡੇ ਕੋਲ ਤਾਂ ਉਹੀ ਟਰੈਕਟਰ ਟਰਾਲੀ ਰਹਿ ਜਾਣਾ, ਜਾਂ ਕੈਨੇਡਾ। ਜੇ ਕਿਤੇ ਬਿੱਲ ਲਾਗੂ ਹੋ ਗਿਆ ਫਿਰ ਕੈਨੇਡਾ ਵੀ ਨਹੀਂ ਰਹਿਣਾ। ਕੈਨੇਡਾ ਜਾਣ ਦੀ ਲੋੜ ਕਿਉਂ ਪਈ? ਜੇ ਉਹਦੇ 'ਤੇ ਚਰਚਾ ਕਰਾਂਗੇ ਉਹ ਬਹੁਤ ਲੰਬਾ ਹੋ ਜਾਣਾ। ਪਰ ਅੱਜ ਜੇ ਤੁਸੀਂ ਜਾਗੇ ਹੋ, ਮੈਂ ਬਸ ਇਹੀ ਬੇਨਤੀ ਕਰਨਾ ਚਾਹੁੰਦਾ, ਬਿੱਲਾਂ ਨੂੰ ਤਾਂ ਰੱਦ ਕਰਾਉਣਾ ਹੀ ਆ ਅਸੀਂ। ਇਹਨਾਂ ਬਿੱਲਾਂ ਦੀਆਂ ਅਸੀਂ ਪੰਜਾਬੀ 'ਚ, ਸ਼ੁੱਧ ਪੰਜਾਬੀ 'ਚ ਜਿਹੜੀ ਸਾਡੀ ਬੋਲਣ ਵਾਲੀ ਬੋਲੀ ਹੈ, ਇੱਕ ਕਿਤਾਬੀ ਬੋਲੀ ਹੁੰਦੀ ਹੈ, ਇੱਕ ਸਾਡੀ ਸ਼ੁੱਧ ਬੋਲੀ ਹੁੰਦੀ ਹੈ ਜਿਹੜੀ ਅਸੀਂ ਬੋਲਦੇ ਹਾਂ। ਉਹਦੇ 'ਚ ਅਸੀਂ 1 ਲੱਖ ਕਾਪੀ ਬਿੱਲਾਂ ਦੀ ਪੰਜਾਬੀ 'ਚ ਛਪਵਾਈ ਹੈ, ਜਿਹੜੀ ਕੱਲ੍ਹ ਤੋਂ ਵੰਡਣੀ ਸ਼ੁਰੂ ਕਰਾਂਗੇ ਅਸੀਂ। ਉਹਨੂੰ ਤੁਸੀਂ ਪੜ੍ਹ ਲਿਓ, ਉਹਦੀ PDF ਫਾਈਲ ਵੀ ਤੁਹਾਡੇ ਤੱਕ ਪਹੁੰਚਦੀ ਕਰ ਦਾਂਗੇ, ਅਤੇ ਉਹਨੂੰ ਅੱਗੇ ਵੀ ਤੁਸੀਂ ਗਰੁੱਪਾਂ 'ਚ ਸੈਂਡ ਕਰਿਓ ਤਾਂ ਜੋ ਤੁਹਾਨੂੰ ਪਤਾ ਲੱਗ ਜਾਵੇ ਵੀ ਕਿਹੜੀਆਂ ਇਹਨਾਂ ਬਿੱਲਾਂ 'ਚ ਘੁੰਡੀਆਂ ਨੇ, ਚੰਗਿਆਂ ਵਕੀਲਾਂ ਤੋਂ ਬਣਵਾਈ ਹੈ, ਵੀ ਕਿਵੇਂ ਇਹਨਾਂ ਨੇ ਸਾਡੇ 'ਤੇ ਮਾਰੂ ਅਸਰ ਕਰਨਾ। ਸੋ ਜੇ ਕੋਈ ਵੀਰ ਉਹ ਅੱਗੇ ਕਾਪੀਆਂ 500-700 ਬਣਾਉਣੀਆਂ ਵੀ ਚਾਹੁੰਦਾ ਤਾਂ ਆਪਦੇ ਪਿੰਡਾਂ 'ਚ ਜ਼ਰੂਰ ਉਹ ਬਣਾ ਕੇ ਵੰਡੋ। ਜਿਹੜਾ ਬੰਦਾ ਨਹੀਂ ਸਾਡੇ ਨਾਲ ਧਰਨਿਆਂ 'ਚ ਆ ਰਿਹਾ, ਜੇ ਉਹਦੀ ਸੋਚ ਸਾਡੇ ਨਾਲ ਆ ਤਾਂ ਉਹ ਸਾਡੇ ਨਾਲ ਹੀ ਆ। ਆਪਦੀਆਂ ਤੁਸੀਂ ਲਾਮਬੰਦੀ ਉਸ ਤਰੀਕੇ ਨਾਲ ਕਰ ਲਓ ਵੀ ਉਹਨਾਂ ਕੇਂਦਰ ਦੀ ਸਰਕਾਰ ਦਾ ਜਿਹੜਾ ਇਹ ਫਰਮਾਨ ਡਿਕਟੇਟਰਸ਼ਿਪ 'ਚ ਜਾਰੀ ਹੋਇਆ ਵੀ ਅਸੀਂ ਕਰਤਾ ਤਾਂ ਕਰਤਾ, ਆਪਾਂ ਉਹਦਾ ਮੂੰਹ ਤੋੜ ਜਵਾਬ ਦੇ ਸਕੀਏ। ਦੂਜੀ ਗੱਲ ਇਹ ਆ, ਬਹੁਤ ਵੀਰ ਕਹਿੰਦੇ ਨੇ ਆਪਾਂ ਦਿੱਲੀ ਚੱਲੀਏ, ਬਾਈ ਇੱਥੇ ਕੁਛ ਨਹੀਂ ਹੋਣਾ ਦਿੱਲੀ ਜਾ ਕੇ ਵੀ ਕੁਛ ਨਹੀਂ। ਅੱਜ ਦਿੱਲੀ ਨੂੰ ਸਾਡੀ ਲੋੜ ਹੈ, ਸਾਨੂੰ ਦਿੱਲੀ ਦੀ ਲੋੜ ਨਹੀਂ ਹੈਗੀ। ਜਦੋਂ ਸਾਡਾ ਇੱਥੇ ਏਕਾ ਹੋ ਗਿਆ, ਸਾਡਾ ਇਕੱਠ ਵੱਡਾ ਹੋ ਗਿਆ, ਸਾਡਾ ਮੰਚ ਵੱਡਾ ਹੋ ਗਿਆ, ਤਾਂ ਦਿੱਲੀ ਵਾਲਿਆਂ ਨੂੰ ਤਾਂ ਹੁਣ ਦੀ ਨੀਂਦ ਆਉਂਦੀ। ਉਹ ਇੱਥੇ ਆਉਣਗੇ ਸਾਡੇ ਕੋਲ ਅਤੇ ਆ ਕੇ ਬਕਾਇਦਾ ਇੱਜ਼ਤ ਨਾਲ ਬਿੱਲ ਲਾਗੂ ਕਰਕੇ ਰੱਦ ਕਰਕੇ ਜਾਣਗੇ ਬਿੱਲਾਂ ਨੂੰ। ਸੋ ਤਾਂ ਕਰਕੇ ਇੱਕ ਇਹਨੂੰ ਲਾਮਬੰਦੀ ਦੀ ਲੋੜ ਹੈ। ਆਪਦੇ ਆਗੂ ਚੁਣੋ, ਲਹਿਰਾਂ 'ਚੋਂ ਆਗੂ ਨਿਕਲਦੇ ਨੇ। ਬਹੁਤ ਇਤਿਹਾਸ ਗਵਾਹ ਹੈ, ਜਿੰਨੀਆਂ ਲਹਿਰਾਂ ਉੱਠੀਆਂ ਨੇ ਉਹਦੇ 'ਚੋਂ ਆਗੂ ਨਿਕਲੇ ਨੇ ਜਿਨ੍ਹਾਂ ਨੇ ਸਮਾਜ ਨੂੰ ਬੜਾ ਕੁਝ ਦਿੱਤਾ ਹੈ। ਹਰ ਇੱਕ ਚੀਜ਼ ਨੂੰ ਚਲੋ ਠੀਕ ਹੈ, ਉੱਥੇ ਸਾਡੀ ਵੀ ਕਿਤੇ ਨਾ ਕਿਤੇ ਮਜਬੂਰੀ ਬਣ ਜਾਂਦੀ ਹੈ। ਸਾਡੇ ਨਾਲ ਧੋਖੇ ਹੀ ਪਹਿਲਾਂ ਇੰਨੇ ਜ਼ਿਆਦਾ ਹੋ ਗਏ, ਹੁਣ ਸਾਡਾ ਜੀਅ ਨਹੀਂ ਕਰਦਾ ਕਿਸੇ 'ਤੇ ਯਕੀਨ ਕਰਨ। ਪਰ ਫਿਰ ਵੀ ਆਪਾਂ ਸਾਰਿਆਂ ਨੂੰ ਇੱਕ ਰੱਸੇ ਨਾਲ ਨਾ ਬੰਨਿਆ ਕਰੀਏ। ਜੇ ਕੋਈ ਸਾਡੇ ਸੰਘਰਸ਼ 'ਚ ਵੀਰ ਆਉਂਦਾ ਚੰਗੀ ਸੋਚ ਲੈ ਕੇ, ਤਾਂ ਆਪਾਂ ਉਹਨੂੰ ਐਪਰੀਸ਼ੀਏਟ ਕਰੀਏ। ਆਪਦੇ ਹੱਕਾਂ ਦਾ ਸਾਨੂੰ ਪਤਾ ਹੋਵੇ ਵੀ ਅਸੀਂ ਸਾਡੇ ਕੋਲ ਕਿਹੜੇ ਅਧਿਕਾਰ ਨੇ। ਪਿੱਛੋਂ ਰੌਲਾ ਪਾਉਣ ਨਾਲੋਂ ਤਾਂ ਜੇ ਪਹਿਲਾਂ ਰੌਲਾ ਪਾ ਲਾਂਗੇ ਤਾਂ ਚੰਗੇ ਰਹਿ ਜਾਂਗੇ। ਜੇ ਇਹੀ ਧਰਨੇ ਅੱਜ ਤੋਂ 10 ਸਾਲ ਪਹਿਲਾਂ ਲੱਗੇ ਹੁੰਦੇ ਵੀ ਪੰਜਾਬ 'ਚ ਕੋਈ ਬਾਹਰਲਾ ਬੰਦਾ ਆ ਕੇ ਜ਼ਮੀਨ ਹੀ ਨਹੀਂ ਲੈ ਸਕਦਾ, ਤਾਂ ਅੱਜ ਆ ਦਿਨ ਹੀ ਨਾ ਆਉਂਦੇ।
ਜੇ ਹੁਣ ਆਪਾਂ ਅੱਜ ਜਾਗੇ ਆ ਤਾਂ ਆਪਾਂ ਨੂੰ ਆਪਣੇ ਅਧਿਕਾਰਾਂ ਦਾ ਵੀ ਪਤਾ ਲੱਗੇ। ਇਕੱਲਾ ਇਹ ਨਾ ਹੋਵੇ ਵੀ ਬਿੱਲ ਤਾਂ ਰੱਦ ਕਰਾਵਾਂਗੇ, ਬਿੱਲਾਂ ਤੋਂ ਬਿਨਾਂ ਜਿਹੜੇ ਮੈਂ ਇਹ ਆਸ ਕਰਦਾ ਵੀ ਜਿਹੜੀ ਅਗਲੀ ਸਰਕਾਰ ਆਊਗੀ ਤੁਸੀਂ ਐਸੀ ਸਰਕਾਰ ਲੈ ਕੇ ਆਓ, ਐਸੇ ਬੰਦੇ ਚੁਣ ਕੇ ਲੈ ਕੇ ਆਇਓ ਵੀ ਤੁਹਾਨੂੰ ਇਹ ਲੱਗੇ ਵੀ ਹਾਂ ਯਾਰ ਜੇ ਇਹ ਇਲਾਕੇ ਦਾ MLA ਆ ਤਾਂ ਇਹ ਸਾਡਾ ਹੀ ਹੈ। ਜਿਹੀ ਜੀ ਗੱਲ ਮੈਂ ਕਹਿਤੀ ਬੋਲ ਕੇ ਅਹੀ ਜੀ ਉਹਨੇ ਕਹਿਤੀ, ਐਸੇ ਯਕੀਨਮੰਦ ਬੰਦਿਆਂ ਨੂੰ ਚੁਣੇ। ਫਿਰ ਪਿੱਛੋਂ ਨਾ ਪਰੇ ਕਿਹਾ ਕਰੋ ਵੀ ਸਰਕਾਰਾਂ ਲੁੱਟ ਕੇ ਖਾ ਗਈਆਂ, ਸਰਕਾਰਾਂ ਇੱਦਾਂ। ਉਹ ਸਰਕਾਰਾਂ ਦੇ ਕਿਤੇ ਨਾ ਕਿਤੇ ਗੁਨਾਹਗਾਰ ਆਪਾਂ ਹੀ ਆ, ਉਹ ਆਪਾਂ ਹੀ ਬਣਾਈਆਂ ਹੁੰਦੀਆਂ। ਸੋ ਜ਼ਿਆਦਾ ਮੈਂ ਸਮਾਂ ਨਹੀਂ ਲੈਂਦਾ, ਤੁਸੀਂ ਸਾਰੇ ਸਿਆਣੇ ਹੋ, ਸਿਆਣਿਆਂ ਨੂੰ ਸੁਣਨਾ ਚਾਹੀਦਾ। ਤੁਹਾਡੇ ਕੋਲ ਜ਼ਿੰਦਗੀ ਦਾ ਤਜਰਬਾ, ਜ਼ਿਆਦਾ ਬੋਲਣਾ ਨਹੀਂ ਚਾਹੀਦਾ। ਪਰ ਫਿਰ ਵੀ ਇਹ ਸਾਡਾ ਫਰਜ਼ ਹੈ, ਜੇ ਸਾਨੂੰ ਜੋ ਸਾਡਾ ਉਹਨਾਂ ਦਾ ਸੁਨੇਹਾ ਹੋਇਆ ਅਸੀਂ ਤੁਹਾਡੇ ਤੱਕ ਡਿਲੀਵਰ ਕਰਾਂਗੇ। ਕਿਉਂਕਿ ਤੁਸੀਂ ਸੋਸ਼ਲ ਮੀਡੀਆ 'ਤੇ ਬਹੁਤ ਲੋਕ ਸਾਨੂੰ ਫੋਲੋ ਕਰਦੇ ਨੇ ਤਾਂ ਤੁਹਾਨੂੰ ਪਤਾ ਲੱਗ ਹੀ ਜਾਂਦਾ। ਦੂਜੀ ਗੱਲ ਇਹ ਹੋ ਗਈ ਵੀ ਹੁਣ ਇਸ ਲਹਿਰ ਬਾਰੇ ਇਹ ਚੀਜ਼ ਉੱਠ ਗਈ ਵੀ ਹੁਣ ਤਾਂ ਠੰਡਾ ਪੈ ਗਿਆ ਕੰਮ, ਨਾ ਮੀਡੀਆ ਵਾਲੇ ਵੀ ਆਉਣੋਂ ਹਟ ਗਏ ਤੇ ਵੀਰ ਵੀ ਆਉਣੋਂ ਹਟ ਗਏ। ਆਉਣ ਵਾਲੇ ਦਿਨਾਂ 'ਚ ਅਸੀਂ 2-3 ਇਕੱਠ ਪੰਜਾਬ 'ਚ ਉਸ ਲੈਵਲ 'ਤੇ ਰੱਖ ਰਹੇ ਹਾਂ ਵੱਡੇ, ਕਿ 10,000 15,000 ਬੰਦੇ ਦਾ ਇਕੱਠ ਰੱਖੀਏ, ਜਿੱਥੇ ਸਾਰੇ ਕਲਾਕਾਰ ਭਰਾਵਾਂ ਨੂੰ ਵੀ ਬੁਲਾਈਏ, ਬੁੱਧੀਜੀਵੀ ਵੀਰਾਂ ਨੂੰ ਵੀ ਬੁਲਾਈਏ, ਜਥੇਬੰਦੀਆਂ ਦੇ ਆਗੂ ਵੀ ਬੁਲਾਈਏ, ਜਿਹੜੇ ਦੁਬਾਰੇ ਤੁਹਾਨੂੰ ਇੱਕ ਬੂਸਟ ਅਪ ਦੇ ਕੇ ਜਾਣ। ਉਦੋਂ ਤੱਕ ਤੁਹਾਡੇ ਵੀ ਕੰਮਕਾਰ ਨਿਬੜ ਜਾਣਗੇ। ਤਾਂ ਉਹਦੇ ਨਾਲ ਕੀ ਹੋਊਗਾ, ਜਦੋਂ ਪੂਰੇ ਪੰਜਾਬ 'ਚ 2-3 ਇਕੱਠ ਵੱਡੇ ਕਰਤੇ ਉਦੋਂ ਬਾਅਦ 'ਚ ਲਹਿਰ ਆ ਜਿਹੜੀ ਉਹ ਦੁਬਾਰੇ ਫਿਰ ਸਰਗਰਮ ਹੋ ਜਾਊਗੀ। ਸੋ ਤੁਸੀਂ ਉੱਥੇ ਵੀ ਪਹੁੰਚਣ ਦੀ ਜ਼ਰੂਰ ਕਿਰਪਾਲਤਾ ਕਰਿਓ। ਇੱਥੇ ਤਾਂ ਤੁਸੀਂ ਡਿਊਟੀਆਂ ਨਿਭਾਉਣੀਆਂ ਨੇ ਆਪਦੀਆਂ। ਜਿੰਨੇ ਵੀ ਨੌਜਵਾਨ ਵੀਰ ਆਏ ਨੇ, ਇਹ ਮੈਂ ਵੀਰਾਂ ਨੂੰ ਬੇਨਤੀ ਕਰਦਾ ਕਿ ਬਸ ਇਹ ਬਜ਼ੁਰਗ ਬਹੁਤ ਟਿਚਰਾਂ ਕਰਦੇ ਆ ਪਿੱਛੋਂ ਸਾਨੂੰ, ਆਪਾਂ ਤਾਂ ਫੋਟੋਆਂ ਕਰਾ ਕੇ ਮੁੜ ਜਾਂਦੇ ਆ। ਮੁੜ ਕੇ ਮੇਰੀ ਤਾਂ ਹੁਣ ਇਹਨਾਂ ਨਾਲ ਉਹ ਪਰਿਵਾਰਕ ਸਾਂਝ ਬਣ ਚੁੱਕੀ ਹੈ। ਮੈਨੂੰ ਤਾਂ ਫੋਨ ਆਉਣ ਲੱਗ ਜਾਂਦੇ ਇਹਨਾਂ ਦੇ, ਹਾਂ ਇੱਥੇ ਆਇਆ ਸੀ ਤੂੰ ਮਾਝੇ 'ਚ, 200 ਮੁੰਡਾ ਪਹੁੰਚ ਗਿਆ, ਤੇਰੀ ਗੱਡੀ ਹਲੇ ਜਲੰਧਰ ਨਹੀਂ ਪਹੁੰਚੀ ਤੇ ਅਸੀਂ 25 ਫੁੜੇ ਰਹਿ ਗਏ ਇੱਥੇ ਬੈਠੇ। ਫਿਰ ਸ਼ਰਮ ਆਉਂਦਾ ਵੀ ਯਾਰ ਹੁਣ ਕੀ ਜਵਾਬ ਦਈਏ। ਸਿਆਣੀਆਂ ਗੱਲਾਂ ਮੈਂ ਵੀ ਬਹੁਤ ਕਰਕੇ ਚਲੇ ਜਾਂਦਾ, ਬੈਠਣ ਨੂੰ ਤਾਂ ਮੈਂ ਬਹਿ ਜਾਵਾਂ 50 ਬੰਦੇ ਲੈ ਕੇ ਇੱਕ ਥਾਵੇਂ। ਪਰ ਮੇਰੀ ਇਹ ਡਿਊਟੀ ਲੱਗੀ ਹੈ ਵੀ ਪੰਜਾਬ 'ਚ ਮੈਨੂੰ ਵੀਰ ਕਹਿੰਦੇ ਨੇ ਵੀ ਬਾਈ ਆਪਾਂ ਇੱਕ ਲਾਮਬੰਦੀ ਕਰੀਏ, ਆਪਾਂ ਇੱਕ ਨੁਕਤਾ ਐਸਾ ਬਣਾਈਏ, ਇਕੱਠ ਕਰੀਏ ਜਿਹਦੇ ਨਾਲ ਨੌਜਵਾਨੀ ਜਾਗੇ। ਸੋ ਆਪਦੀ ਡਿਊਟੀ ਸਮਝਦੇ ਹੋਏ, ਇਹ ਐਂ ਤਾਂ ਹੈ ਨਹੀਂ ਵੀ 10 ਦਿਨਾਂ 'ਚ 20 ਦਿਨਾਂ 'ਚ ਕੰਮ ਨਿਬੜ ਜਾਣਾ। ਇਹਦਾ ਹੋ ਸਕਦਾ 6 ਮਹੀਨੇ ਚੱਲੀ ਜਾਵੇ। ਸ਼ਹੀਨ ਬਾਗ ਦਾ ਮੋਰਚਾ ਉਹਨਾਂ ਨੇ ਲੜਾਈ ਲੜੀ ਆ, 4.5 ਮਹੀਨੇ ਚੱਲੀ ਗਿਆ। ਕੰਮਕਾਰ ਕਰਕੇ ਰਾਤ ਨੂੰ ਜਾ ਕੇ ਫੇਰ ਬਹਿ ਜਾਂਦੇ ਸੀ ਬੰਦੇ ਵੀ ਤੇ ਬੁੜੀਆਂ ਵੀ। ਸੋ ਆਪਾਂ ਤਾਂ ਹੁਣ ਕਰਨਾ ਹੀ ਕੁਛ ਨਹੀਂ ਨਾ। ਆਪਾਂ ਜੇ ਆਪਣੇ ਖੇਤ ਹੀ ਚਲੇ ਗਏ ਕਰਨ ਜੋਗੇ, ਆਪਾਂ ਰਹਿ ਵੀ ਕੀ ਜਾਵਾਂਗੇ ਪਿੱਛੇ। ਕੈਨੇਡਾ ਵੀ ਜੇ ਤੁਸੀਂ ਜਾਣਾ ਤਾਂ ਖੇਤਾਂ ਕਰਕੇ ਜਾਇਆ ਜਾਊਗਾ, ਕੈਨੇਡਾ ਇੱਦਾਂ ਨਹੀਂ ਜਾਇਆ ਜਾਊਗਾ। ਇੱਕ ਆਸ ਹੈ, ਸਾਡੇ ਵੀ ਸਾਰੇ ਨਿਆਣੇ ਨੇ, ਤੁਹਾਡੇ ਵੀ ਪਿੰਡਾਂ 'ਚੋਂ ਨਿਆਣੇ ਗਏ ਨੇ, ਉਹ ਖੇਤਾਂ ਕਰਕੇ ਗਏ ਨੇ। ਜੋ ਖੇਤ ਹੀ ਨਾ ਰਹੇ ਤਾਂ ਫਿਰ ਪਿੱਛੇ ਵੀ ਕੁਛ ਨਹੀਂ ਬਚਣਾ। ਇਹ ਖੇਤਾਂ ਨਾਲ ਇਕੱਲਾ ਸਾਡਾ ਰੁਜ਼ਗਾਰ ਥੋੜ੍ਹੀ ਜੁੜਿਆ ਵੀ ਅਸੀਂ ਇਹ 'ਚੋਂ ਕਮਾਈ ਕਰਦੇ ਹਾਂ। ਸਾਡਾ ਵੀ ਆਈ ਚਲਾਈ ਚੱਲਦੀ ਹੈ। ਮੈਂ ਪਹਿਲਾਂ ਸਾਡਾ ਇੱਕ ਇਤਿਹਾਸ ਜੁੜਿਆ ਖੇਤਾਂ ਨਾਲ। ਸਾਡੀਆਂ ਉੱਥੇ ਅਮਰੂਦ ਲੱਗੇ ਹੋਏ ਸੀ, ਉੱਥੇ ਜਾਮਣਾ ਹੁਣ ਵੀ ਲੱਗੀਆਂ ਹੋਈਆਂ ਨੇ, ਉੱਥੇ ਮੋਟਰਾਂ ਨੇ, ਉੱਥੇ ਅਸੀਂ ਨਹਾ ਕੇ ਆਪਦਾ ਬਚਪਨ ਗੁਜ਼ਾਰਿਆ। ਉੱਥੇ ਬਜ਼ੁਰਗਾਂ ਨੇ ਬਲਦਾਂ ਨਾਲ ਕੰਮ ਸ਼ੁਰੂ ਕੀਤਾ ਸੀ, ਜਿਨ੍ਹਾਂ ਦੇ ਸੁਹਾਗਿਆਂ 'ਚ ਬਹਿ ਕੇ ਅਸੀਂ ਝੂਟੇ ਲਏ ਹੈ। ਤਾਂ ਉਹ ਇੱਕ ਇਤਿਹਾਸ ਤੋਂ ਸਾਨੂੰ ਤੋੜਨਾ ਚਾਹੁੰਦੇ ਆ, ਸਾਡੀ ਸੱਭਿਅਤਾ ਤੋਂ। ਉਹਨਾਂ ਨੂੰ ਪ੍ਰੋਬਲਮ ਹੈ ਵੀ ਇਹ ਇੱਕ ਐਸਾ ਦਿਲਦਾਰ ਸੂਬਾ ਪੰਜਾਬ ਦਾ, ਚਾਹੇ ਆਪਾਂ ਜਿੰਨਾ ਮਰਜ਼ੀ ਭੰਡੀ ਜਾਈਏ। ਪਰ ਤੁਸੀਂ ਇੱਕ ਚੀਜ਼ ਨੋਟ ਕਰ ਲਿਓ, ਤੁਸੀਂ ਪੰਜਾਬ ਤੋਂ ਕਿਤੇ ਬਾਹਰ ਨਿਕਲ ਕੇ ਬਿਹਾਰ ਦਾ ਗੇੜਾ ਕੱਢਿਆ ਹੋ, ਯੂਪੀ ਦਾ ਕੱਢਿਆ ਹੋ, ਰਾਜਸਥਾਨ ਦੇ ਕਈ ਏਰੀਏ ਨੇ, ਤੁਸੀਂ ਜਾ ਵੜੋ, ਇੰਨੀ ਤਰੱਕੀ ਕਿਤਨੀ ਜਿੰਨੀ ਪੰਜਾਬ 'ਚ ਹੈ। ਆਪਾਂ ਇੱਕ ਐਸੀ ਲਗਜ਼ਰੀ ਜ਼ਿੰਦਗੀ ਜਿਉਂਦੇ ਹਾਂ। ਪੰਜਾਬੀ, ਇਹ ਤੁਹਾਡੀ ਪ੍ਰਾਪਤੀ ਹੈ, ਤੁਹਾਡੀ ਜਿੱਤ ਹੈ, ਸਾਡੇ ਸੂਬੇ ਦੀ ਇੱਕ ਇੱਜ਼ਤ ਹੈ, ਜਿਹਨੂੰ ਚੜ੍ਹਾਈ ਕਹਿ ਦਈਏ। ਤਾਂ ਹੀ ਉਹਨਾਂ ਨੇ ਅੱਖ ਰੱਖੀ ਹੈ ਵੀ ਉਪਜਾਊ ਜ਼ਮੀਨਾਂ ਨੇ, ਆਉਣ ਵਾਲੇ ਸਮੇਂ 'ਚ ਉਹਨਾਂ ਨੇ ਦੱਬਣੀਆਂ ਹੀ ਨੇ। ਇੱਕ ਤਾਂ ਹੋ ਗਿਆ ਵੀ ਐਕਵਾਇਰ ਕਰਨੀ ਜ਼ਮੀਨ, ਸਰਕਾਰ ਨੇ ਖਰੀਦਣੀ ਹੈ ਨਹੀਂ। ਜਦੋਂ ਇੱਕ ਵਾਰੀ ਉਹ ਆ ਗਏ, ਉਹਨਾਂ ਨੇ ਐਸਾ ਸਿਸਟਮ ਫਿੱਟ ਕਰਨਾ, ਉਹਨਾਂ ਨੇ ਜ਼ਮੀਨ ਖੋਹਣੀ ਹੈ ਸਾਡੇ ਤੋਂ। ਉਹ ਤਰੀਕੇ ਘੜੀ ਬੈਠੇ ਆ ਸਾਰੇ। ਦੂਜਾ ਬਿੱਲ ਵੀ ਐਸਾ ਮਾਰੂ ਲਾਗੂ ਹੋਣਾ ਸੀ, ਵਿੱਚ ਬੰਦੇ ਬੜੇ ਮੇਰੇ ਜਾਣਕਾਰ ਨੇ ਜਿਹੜੇ ਸਿਸਟਮ ਦੇ ਵਿੱਚ ਨੇ, ਜਿਹੜੇ ਅਫਸਰ ਨੇ। ਆਉਣ ਵਾਲੇ ਬਿੱਲ ਐਸੇ ਨੇ ਵੀ ਆਪਾਂ ਸੋਚ ਨਹੀਂ ਸਕਦੇ। ਜੇ ਅੱਜ ਇਹਨਾਂ ਨੂੰ ਆਪਾਂ ਇੱਥੋਂ ਨਾ ਮੋੜਿਆ ਤਾਂ ਕੱਲ੍ਹ ਨੂੰ ਆਪਣੇ ਤੇ ਖੇਤਾਂ 'ਚ ਤਾਂ ਵੜੀ ਗਏ, ਉਦੋਂ ਬਾਅਦ 'ਚ ਇਹਨਾਂ ਨੇ ਘਰਾਂ 'ਚ ਵੜਨਾ। ਸੋ ਤਾਂ ਕਰਕੇ ਸਾਡਾ ਫਰਜ਼ ਹੈ, ਚਾਹੇ ਧਰਨਿਆਂ ਰਾਹੀਂ, ਪਹਿਲਾ ਤਾਂ ਇਹੀ ਆ ਵੀ ਪਹਿਲਾ ਵਾਰ ਕਲਮਾਂ ਦਾ, ਦੂਜਾ ਵਾਰ ਖੰਡੇ ਦਾ ਸ਼ਾਂਤੀਪੂਰਵਕ ਹੀ ਰੱਖਣਾ ਸਾਰਾ ਕੁਝ। ਉਹ ਤਾਂ ਅਗਲੇ ਚਾਹੁੰਦੇ ਨੇ ਵੀ ਹੁੱਲੜਬਾਜੀ ਹੋਵੇ ਤੇ ਅਸੀਂ ਡਾਂਗਾ ਮਾਰੀਏ, ਖਦੇੜੀਏ। ਇਸ ਸਾਰੇ ਸਿਸਟਮ ਦੇ ਵਿੱਚ ਪ੍ਰਸ਼ਾਸਨ ਦਾ ਬਹੁਤ ਵੱਡਾ ਰੋਲ ਹੈ। ਇਸ ਵਾਰ ਇਸ ਲਹਿਰ 'ਚ ਜਿੰਨਾ ਸਾਥ ਸਾਡਾ ਪ੍ਰਸ਼ਾਸਨ ਨੇ ਦਿੱਤਾ, ਮੈਨੂੰ ਨਹੀਂ ਲੱਗਦਾ ਕਿਸੇ ਨੇ ਦਿੱਤਾ ਹੋਣਾ। ਜਦੋਂ ਮੇਰੀ ਗੱਲ ਹੁੰਦੀ ਆ, ਸਾਡੇ ਕਈ ਵੀਰ ਮਹਿਕਮੇ ਦੇ ਵਿੱਚ ਨੇ, ਉਹ ਕਹਿੰਦੇ ਨੇ ਯਾਰ ਵੀ ਅਸੀਂ ਵੀ ਚਾਹੁੰਦੇ ਹਾਂ ਵੀ ਇਹ ਸੰਘਰਸ਼ ਲੰਬਾ ਚੱਲੇ ਤੇ ਅਸੀਂ ਆਪਦੀਆਂ ਮੰਜ਼ਿਲ ਆਪਦੀ ਪ੍ਰਾਪਤ ਕਰੀਏ, ਅਸੀਂ ਜਿੱਤ ਪ੍ਰਾਪਤ ਕਰੀਏ। ਕਿਉਂ? ਕਿੱਤਾ ਤਾਂ ਉਹਨਾਂ ਦਾ ਵੀ ਖੇਤੀਬਾੜੀ ਦਾ ਹੀ ਆ, ਉਹ ਨਹੀਂ ਚਾਹੁੰਦੇ। ਪਰ ਕਿਤੇ ਨਾ ਕਿਤੇ
ਉਹਨਾਂ ਦੀ ਵੀ ਮਜਬੂਰੀ ਬਣ ਜਾਂਦੀ ਹੈ ਜਦੋਂ ਹੁੱਲੜਬਾਜੀ ਹੋ ਗਈ। ਤੁਸੀਂ ਬੰਦੇ ਪਛਾਣਨੇ ਵੀ ਨੇ ਵਿੱਚ, ਜਿਹੜੇ ਤੁਹਾਡੇ ਵਿੱਚ ਹੀ ਖੜੇ ਹੁੰਦੇ ਆ, ਉਹ ਜਿਹੜੇ ਹੁੱਲੜਬਾਜੀ ਕਰਨ ਆਏ ਹੁੰਦੇ। ਆਪਾਂ ਨੇੜੇ ਤੇੜੇ ਦੇ ਪਿੰਡਾਂ ਵਾਲਿਆਂ ਨੂੰ ਤਾਂ ਜਾਣਦੇ ਹੀ ਆ ਸਾਰੇ, ਪਤਾ ਹੀ ਹੁੰਦਾ ਵੀ ਇਹ ਫਲਾਣੇ ਪਿੰਡ ਦਾ, ਢਮਕਾਣੇ ਪਿੰਡ ਦਾ। ਜੇ ਕੋਈ ਬੰਦਾ ਉੱਪਰਾ ਲੱਗੇ ਤਾਂ ਉਹਨੂੰ ਪੁੱਛ ਲਿਆ ਕਰੋ। ਮੈਂ ਇਹ ਗੱਲ ਵਾਰ-ਵਾਰ ਤੁਹਾਨੂੰ ਤਾਂ ਕਹਿਣਾ ਕਿਉਂਕਿ ਅਸੀਂ ਦੱਪਰ ਵਾਲਾ ਟੋਲ ਰੋਕਣਾ ਸੀ। ਉੱਥੇ ਇੰਟੈਲੀਜੈਂਸੀ ਦੀ ਰਿਪੋਰਟ ਸੀ, ਸਾਨੂੰ ਪੁਲਿਸ ਵਾਲੇ ਵੀਰ ਬਹੁਤ ਵੱਡੇ ਪੱਧਰ 'ਤੇ ਫੋਰਸ ਆ ਗਈ, ਉਹਨਾਂ ਨੇ ਸਾਨੂੰ ਰੋਕਤਾ। ਚਲੋ ਅਸੀਂ ਵੀ ਥੋੜ੍ਹਾ ਜਿਹਾ ਗਰਮੀ 'ਚ ਆ ਗਏ ਵੀ ਕਿਉਂ ਰੋਕਣ ਲੱਗੇ ਨੇ ਯਾਰ, ਵੀ ਤੁਸੀਂ ਸਾਡਾ ਸਾਥ ਨਹੀਂ ਦੇ ਰਹੇ। ਪਰ ਇਹਨਾਂ ਦੀ ਮਜਬੂਰੀ ਸੀ, ਇਹਨਾਂ ਕੋਲ ਰਿਪੋਰਟ ਸੀ ਵੀ ਇੱਥੇ ਕੁਛ ਹੈਪਨ ਹੋਣਾ। ਇਹਨਾਂ ਨੂੰ ਪਤਾ ਹੁੰਦਾ ਪਹਿਲਾਂ, ਇਹਨਾਂ ਦੇ ਬੜੇ ਸੋਰਸ ਨੇ ਉਸ ਤਰੀਕੇ ਦੇ। ਚਲੋ ਅਸੀਂ ਅੱਧੇ ਘੰਟੇ ਵਾਸਤੇ ਉਹ ਰੋਕਿਆ ਤੇ ਆ ਗਏ। ਰੋਕ ਅਸੀਂ ਦੂਜੇ ਦਿਨ ਵੀ ਲਿਆ, ਇਹਨਾਂ ਨੇ ਕੁਝ ਵੀ ਨਹੀਂ ਕਿਹਾ, ਕਹਿੰਦੇ ਵੀ ਠੀਕ ਹੈ ਦੂਜੇ ਦਿਨ ਆ ਕੇ ਰੋਕ ਲਓ, ਸਾਡੇ ਕੋਲ ਅੱਜ ਰਿਪੋਰਟ ਸੀ, ਉਹ ਕਲੀਅਰ ਹੋ ਗਈ। ਜਿਹੜਾ ਕੰਮ ਉੱਥੇ ਹੁਸ਼ਿਆਰਪੁਰ ਹੋਇਆ, ਉਹ ਕਹਿੰਦੇ ਵੀ ਉੱਥੇ ਵੀ ਕਾਰ ਕੋਈ ਭੰਨਣੀ ਸੀ, ਬੰਦੇ ਤੁਹਾਡੇ ਵਿੱਚ ਹੀ ਖੜੇ ਸੀ। 2 ਘੜੀ ਸਾਨੂੰ ਵੀ ਗੁੱਸਾ ਲੱਗਿਆ ਇਹ ਵੀ ਯਾਰ ਕਿਉਂ ਰੋਕੀ ਜਾਂਦੇ ਆ। ਪਰ ਜਿੱਦਣ ਜੇ ਅਸੀਂ ਉਦੋਂ ਉਹ ਧਰਨਾ ਲਾ ਦਿੰਦੇ ਤਾਂ ਉੱਥੇ ਹੁੱਲੜਬਾਜੀ ਹੋ ਜਾਂਦੀ। ਤਾਂ ਉਹਦੇ ਨਾਲ ਅੱਜ ਇਹ ਨਹੀਂ ਹੈਗਾ ਵੀ ਮਾਛੂਵਾੜੇ ਪੰਪ ਰੋਕਿਆ ਹੋਇਆ, ਇੱਥੇ ਪੂਰਾ ਪੰਜਾਬ ਜੁੜਿਆ ਇਸ ਲਹਿਰ ਨਾਲ। ਜੇ ਇੱਥੇ ਕੋਈ ਹੈਪਨ ਹੋ ਗਿਆ ਤਾਂ ਸਾਰੇ ਪੰਜਾਬ 'ਚ ਖਬਰ ਜਾਣੀ ਆ ਵੀ ਲਹਿਰ ਨੂੰ ਢਾਹ ਲੱਗ ਗਈ। ਸੋ ਬੰਦੇ ਪਛਾਣਨੇ ਨੇ। 2 ਅੱਖਾਂ ਦੀ ਥਾਵੇਂ ਆਪਾਂ ਨੂੰ 4 ਅੱਖਾਂ ਖੁੱਲ੍ਹਣੀਆਂ ਪੈਣੀਆਂ ਨੇ, ਨਾਲ ਦੇਖਣਾ ਵੀ ਪੈਣਾ। ਪੁੱਛ ਲਿਆ ਕਰੋ ਜੇ ਕੋਈ ਉੱਪਰਾ ਲੱਗੇ ਵੀ ਭਾਈ ਤੇਰਾ ਕਿਹੜਾ ਪਿੰਡ ਆ, ਤੂੰ ਕਿੱਥੋਂ ਆਇਆ। ਵੈਸੇ ਤਾਂ ਅਸੀਂ ਜਾਣਦੇ ਹਾਂ ਸਾਰੇ ਇੱਕ ਦੂਜੇ ਨੂੰ। ਸੋ ਤਾਂ ਕਰਕੇ ਹੁਣ ਇਹ ਐਸੀਆਂ ਰਣਨੀਤੀਆਂ ਬਣਾਉਣ ਲੱਗ ਗਏ ਵੀ ਹੁਣ ਸਾਡੇ ਵਿੱਚ ਇੱਕ ਤਾਂ ਇਹਨਾਂ ਨੇ ਬੰਦੇ ਵਾੜਤੇ, ਦੂਜਾ ਇਹ ਜਦੋਂ ਵੀ ਹੱਥ ਪਾਉਂਦੇ ਆ ਸਾਡੇ ਪਿਓ ਦੀ ਪੱਗ ਨੂੰ ਹੱਥ ਪਾਉਂਦੇ। ਜਦੋਂ ਵੀ ਇਹ ਬੇਅਦਬੀ, ਜਦੋਂ ਵੀ ਕੋਈ ਲਹਿਰ ਖੜੀ ਹੋਵੇ, ਬਰਗਾੜੀ ਮੋਰਚਾ ਵੀ ਸੀ ਜਾਂ ਹੋਰ ਵੀ ਬੜੀਆਂ ਲਹਿਰਾਂ ਸੀਗੀਆਂ, ਇਹ ਜਦੇ ਬੇਅਦਬੀ ਕਰਾ ਦਿੰਦੇ ਨੇ। ਤੇ ਇੱਕ ਚੀਜ਼ ਨੋਟ ਕਰ ਲਿਓ, ਕਰਾਉਂਦੇ ਕਿਹਦੇ ਤੋਂ ਨੇ? ਇਹ ਤਾਂ ਪਾਗਲ ਹੈ ਜੀ, ਇਹ ਤਾਂ ਸੈਂਟਰ 'ਚੋਂ ਆਇਆ ਜੀ, ਇਹਨੇ ਤਾਂ ਨਸ਼ੇ ਛੱਡਣੇ ਸੀ। ਕੋਈ ਬੰਦਾ ਜੇਬ 'ਚ ਪਰਚੀ ਲੈ ਕੇ ਘੁੰਮਦਾ ਵੀ ਮੈਂ ਸਪੋਜ਼ ਕਰੋ ਵੀ ਕਿਸੇ ਦੀ ਦਵਾਈ ਚੱਲਦੀ ਹੈ, ਚਲੋ ਮੰਨ ਲਿਆ ਗੋਲੀ ਤਾਂ ਰੱਖ ਲੂਗਾ ਜੇਬ 'ਚ, ਪਰ ਪਰਚੀ ਤਾਂ ਨਹੀਂ ਰੱਖੂਗਾ। ਉਹ ਸਾਰਾ ਪਲੈਨਡ ਸੀ, ਪ੍ਰੋਪਰ ਤਰੀਕਾ। ਉਹ ਪਰਿਵਾਰ ਲੱਭਿਆ, ਬੜੇ ਦੁੱਖ ਨਾਲ ਮੈਨੂੰ ਇਹ ਕਹਿਣਾ ਪੈਂਦਾ, ਮੈਂ ਉਸ ਮਾਤਾ ਦੀ ਇੰਟਰਵਿਊ ਦੇਖੀ। ਚਲੋ ਕਹਿ ਤਾਂ ਦਿੰਦੇ ਹੈ ਤਾਂ ਨਸ਼ੇੜੀ ਸੀ, ਪਰ ਲੱਭਿਆ ਉਹਨਾਂ ਨੇ ਨਸ਼ੇੜੀ ਆ ਜਾਣ ਕੇ। 3 ਪਿੰਡਾਂ 'ਚ ਗਿਆ, ਜੱਲਾ ਪਿੰਡ ਆ ਸਾਡਾ ਦੋਸਤ ਆ ਉੱਥੇ ਦਾ, ਉਦੋਂ ਪਹਿਲਾਂ ਇੱਕ ਪਿੰਡ ਆਉਂਦਾ, ਉੱਥੇ ਉਹ ਰੁਕਿਆ ਪਹਿਲਾਂ ਮੁੰਡਾ। ਉੱਥੇ ਬੰਦੇ ਬੈਠੇ ਸੀ ਗੁਰਦੁਆਰੇ ਦੇ ਬਾਹਰ, ਉਹ ਅੱਗੇ ਆ ਗਿਆ। ਜੱਲੇ ਪਿੰਡ ਬੇਅਦਬੀ ਕੀਤੀ, ਉਦੋਂ ਤਰਖਾਣ ਖਿੜੀ ਆ ਕੇ ਉਹਨੇ ਬੇਅਦਬੀ ਕੀਤੀ। ਤੇ ਉਦੋਂ ਬਾਅਦ 'ਚ ਉਹਨੂੰ ਲੈ ਗਏ, ਚਲੋ ਕੁੱਟਮਾਰ ਕੀਤੀ ਉਹਦੀ, ਜੋ ਵੀ ਲੈ ਗਏ ਅੰਦਰ ਲੈ ਗਏ। ਉਦੋਂ ਬਾਅਦ 'ਚ ਮੀਡੀਆ ਉਹਦੀ ਮਾਤਾ ਕੋਲੇ ਗਿਆ। ਮੈਂ ਅੱਜ ਇਸ ਮੰਚ ਤੋਂ ਇਹ ਗੱਲ ਕਹਿਣਾ ਚਾਹੁੰਦਾ ਵੀ ਜੇ ਮੇਰਾ ਪਿਓ ਬੇਅਦਬੀ ਕਰੇ ਤਾਂ ਮੈਂ ਇੰਨਾ ਜਿਗਰਾ ਰੱਖਦਾ, ਮੈਂ ਉਹਦੇ ਗੋਲੀ ਮਾਰ ਦੇਵਾਂ ਆਪਦੇ ਪਿਓ ਦੇ। ਜੇ ਮੇਰੀ ਮਾਂ ਬੇਅਦਬੀ ਕਰੇ ਤਾਂ ਮੈਂ, ਜੇ ਮੇਰਾ ਭਰਾ ਕਰੇ ਮੈਂ ਉਹਦੇ ਗੋਲੀ ਮਾਰ ਦੇਵਾਂ, ਕਿਉਂਕਿ ਸਾਨੂੰ ਸਾਡੇ ਧਰਮ ਤੋਂ ਉੱਤੇ ਕੋਈ ਚੀਜ਼ ਪਿਆਰੀ ਨਹੀਂ। ਤਾਂ ਉਹਨਾਂ ਨੇ ਕੀ ਕੀਤਾ, ਉਹਦੀ ਬੇਬੇ ਦੀ ਇੰਟਰਵਿਊ ਕੀਤੀ, ਉਹ ਰਟਿਆ ਰਟਾਇਆ ਭਾਸ਼ਣ ਬੋਲਦੀ ਆ, ਮੇਰਾ ਤਾਂ ਜੀ ਮੁੰਡਾ ਫਲਾਣੀ ਤਰੀਕ ਤੋਂ ਲੈ ਕੇ ਫਲਾਣੀ ਤਰੀਕ ਤੱਕ ਇਹਦੀ ਦਵਾਈ ਚੱਲਦੀ ਰਹੀ, ਇੱਥੇ ਜੀ ਉਹ ਐਂ ਹੋ ਗਿਆ, ਉਹ ਤਾਂ ਜੀ ਵਿਚਾਰਾ ਐਂ ਸੀ। ਉਹਨੇ ਇੱਕ ਵਾਰੀ ਉਹਦੇ ਮੂੰਹੋਂ ਇਹ ਚੀਜ਼ ਨਹੀਂ ਨਿਕਲੀ ਵੀ ਹਾਂ ਮੇਰੇ ਮੁੰਡੇ ਦੀ ਗਲਤੀ ਆ, ਇਹਨੇ ਗਲਤੀ ਕੀਤੀ ਆ। ਉਲਟਾ ਉਹ ਐਂ ਕਹੀ ਜਾਂਦੀ ਆ, ਇਹਨੂੰ ਜੀ ਛੱਡ ਦਿਓ, ਅਸੀਂ ਤਾਂ ਚਾਹੁੰਦੇ ਇਹਨੂੰ ਛੱਡ ਦਿਓ। ਵੀ ਸਾਡੇ ਉਹ ਆ ਕੇ ਪਿਓ ਦੀ ਪੱਗ ਰੋਲ ਗਿਆ, ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ, ਸਾਡੇ ਹਾਜ਼ਰ ਨਾਜ਼ਰ ਗੁਰੂ, ਉਹਨਾਂ ਦੇ ਅੰਗ ਉਹਨੇ ਆ ਕੇ ਉਹਦੀ ਬੇਅਦਬੀ ਕਰਤੀ, ਵਰਕੇ ਪਾੜਤੇ, ਤੇ ਤੁਸੀਂ ਉਹਨਾਂ ਨੂੰ ਕਹਿੰਦੇ ਹੋ ਛੱਡ ਦਿਓ। ਇੱਕ ਵਾਰੀ ਤਾਂ ਤੁਹਾਡੇ ਮੂੰਹੋਂ ਇਹ ਨਿਕਲਣਾ ਚਾਹੀਦਾ ਸੀ ਨਾ, ਪੁੱਤ ਪਿਆਰਾ ਕਿ ਧਰਮ ਪਿਆਰਾ। ਤਾਂ ਸਾਡੇ ਗੁਰੂ ਨੇ ਤਾਂ ਜੇ ਪੁੱਤ ਪਿਆਰਾ ਹੁੰਦਾ ਫਿਰ ਤਾਂ ਅੱਜ ਦਾ ਅਸੀਂ ਮੁਗਲਾਂ ਦੇ ਗੁਲਾਮ ਹੁੰਦੇ। ਸਾਡੇ ਗੁਰੂਆਂ ਨੇ 4 ਸਾਹਿਬਜ਼ਾਦੇ ਵਾਰਤੇ, ਸਾਰਾ ਪਰਿਵਾਰ ਵਾਰਤਾ, ਤੇ ਸਾਡੇ ਮੂੰਹੋਂ ਇੱਕ ਵਾਰੀ ਇਹ ਨਹੀਂ ਨਿਕਲਿਆ ਵੀ ਹਾਂ ਮੇਰੇ ਪੁੱਤ ਦੀ ਗਲਤੀ ਹੈ। ਇਹ ਸਾਰਾ ਪਲੈਨਡ ਹੈ, ਸਿਸਟਮ ਬਣਿਆ ਹੋਇਆ। ਉਹ ਬੰਦੇ ਹੀ ਐਸੇ ਚੁਣਦੇ ਨੇ ਵੀ ਕੱਲ੍ਹ ਨੂੰ ਜਦੋਂ ਪ੍ਰਸ਼ਾਸਨ ਵੀ ਉਹ ਮੁੱਦਾ ਚੱਕੇ ਤਾਂ ਪ੍ਰਸ਼ਾਸਨ ਵੀ ਕਹੇ ਵੀ ਹਾਂ ਯਾਰ ਅਮਲੀ ਸੀਗਾ ਯਾਰ। ਅਮਲੀ ਉਹ ਕਿਉਂ ਬੇਅਦਬੀ ਕਰਦੇ ਨੇ ਹਰੇਕ ਵਾਰੀ, ਪਾਗਲ ਹੀ ਕਿਉਂ ਬੇਅਦਬੀ ਕਰਦੇ ਨੇ? ਉਹ ਚੁਣੇ ਜਾਂਦੇ ਨੇ ਬੰਦੇ। ਸੋ ਤੁਹਾਨੂੰ, ਤੁਹਾਡੀ ਲਹਿਰ ਨੂੰ ਢਾਉਣ ਵਾਸਤੇ ਹੁਣ ਇਹ ਬੰਦੇ ਵਿੱਚ ਐਸਾ ਬਹੁਤ ਕੁਝ ਹੋਊਗਾ। ਹੋ ਸਕਦਾ ਸਾਡੇ 'ਤੇ ਵੀ ਕੱਲ੍ਹ ਨੂੰ ਕੋਈ ਕਾਰਵਾਈ ਹੋ ਜਾਵੇ, ਕਰਨ ਨੂੰ ਕਰਾਉਣ ਵਾਲਾ ਕੁਝ ਵੀ ਕਰਾ ਸਕਦਾ, ਪਰ ਮਹਾਰਾਜ ਜਾਣਦਾ ਅਸੀਂ ਸੱਚੇ ਦਿਲੋਂ ਚੱਲੇ ਹਾਂ। ਅਸੀਂ ਹੋਰ ਕਿਸੇ 'ਤੇ ਤਾਂ ਆਸ ਰੱਖਦੇ ਨਹੀਂ, ਹਾਜ਼ਰ ਨਾਜ਼ਰ ਸਾਡਾ ਗੁਰੂ ਸਾਡੇ ਨਾਲ ਹੈ। ਸਵੇਰੇ ਓਟ ਆਸਰਾ ਲੈ ਕੇ ਨਿਕਲਦੇ ਹਾਂ। ਤੁਸੀਂ ਵੀ ਵੀਰੋ ਜਦੋਂ ਨਿਕਲਦੇ ਹੋ ਘਰੋਂ ਤਾਂ ਅਰਦਾਸ ਕਰਕੇ ਨਿਕਲਿਆ ਕਰੋ ਕਿ ਮਹਾਰਾਜ ਇਸ ਜੰਗ 'ਚ ਸਾਨੂੰ ਸਾਡੀ ਜਿੱਤ ਦਿਓ, ਪੰਜਾਬ ਦੀ ਜਿੱਤ ਦਿਓ। ਲੋੜ ਹੈ ਉਹ ਮਾਹੌਲ ਦੀ ਦੁਬਾਰੇ ਪੰਜਾਬ ਨੂੰ। ਅੱਜ ਪੱਗਾਂ ਦੀ ਲੋੜ ਹੈ। ਮੈਂ ਚਲੋ ਬੰਨ੍ਹਦਾ ਤਾਂ ਮੈਂ ਵੀ ਨਹੀਂ, ਪਰ ਮਹਾਰਾਜ ਮਿਹਰ ਕਰੂਗਾ, ਆਉਣ ਵਾਲੇ ਸਮੇਂ 'ਚ ਬਹੁਤ ਜਲਦੀ ਕਿਰਪਾ ਕਰੂਗਾ, ਬੰਨਾਂਗੇ। ਸਿਰ ਜੋੜਨ ਦੀ ਲੋੜ ਹੈ, ਨਾ ਕਿ ਅੱਜ ਇਹ ਸੋਚਣ ਦੀ ਲੋੜ ਹੈ ਵੀ ਕੋਈ ਨਹੀਂ ਯਾਰ ਸਾਰੀ ਦੁਨੀਆ ਜਿੱਧਰ ਜਾਊਗੀ ਉੱਧਰ ਅਸੀਂ ਚਲੇ ਜਾਵਾਂਗੇ। ਫਿਰ ਤਾਂ ਕੁਝ ਵੀ ਨਹੀਂ ਬਚਣਾ। ਜੇ ਭਗਤ ਸਿੰਘ ਨੇ ਇੱਦਾਂ ਸੋਚਿਆ ਹੁੰਦਾ ਫਿਰ ਤਾਂ ਅਸੀਂ ਆਜ਼ਾਦ ਹੀ ਨਾ ਹੁੰਦੇ। ਨਿਕਲਣਾ ਪੈਣਾ। ਤੁਹਾਡੀ ਇਹਨਾਂ ਕਦਮਾਂ 'ਚ ਬਾਹਰ ਨਿਕਲ ਕੇ ਜਿਹੜੇ ਤੁਹਾਡੇ ਕਦਮ ਆਏ ਨੇ, ਇੰਨੀ ਕੁ ਜਾਨ ਹੈ, ਉਹ ਪ੍ਰਸ਼ਾਸਨ ਕੰਬਿਆ ਪਿਆ ਸਾਰਾ। ਬਸ ਤੁਹਾਨੂੰ ਤੁਹਾਡੇ ਏਕੇ ਦੀ ਲੋੜ ਹੈ, ਲਾਮਬੰਦੀ ਕਰਨ ਦੀ ਲੋੜ ਹੈ।
ਸੋ ਭੁੱਲ ਚੋਂ ਗਲਤੀ ਦੀ ਮੈਂ ਮਾफ़ी ਚਾਹੁੰਦਾ ਜੇ ਤੁਹਾਡੀ ਸ਼ਾਨ ਦੇ ਖਿਲਾਫ ਕੋਈ ਸ਼ਬਦ ਵੱਧ ਘੱਟ ਹੋ ਗਿਆ ਹੋਵੇ, ਤੁਹਾਡੇ ਤੋਂ ਛੋਟਾ ਸਾਰਿਆਂ ਤੋਂ। ਹੁਣ ਮੈਂ ਲਾਸਟ 'ਚ ਇਹੀ ਕਹਿਣਾ ਚਾਹੂੰਗਾ ਵੀ ਜਿੱਥੇ ਤੱਕ ਇਹ ਲਹਿਰ ਜਾਊਗੀ ਉੱਥੇ ਤੱਕ ਅਸੀਂ ਜਾਵਾਂਗੇ, ਚਾਹੇ ਧਰਨਿਆਂ ਦੇ ਰੂਪ 'ਚ ਜਾਣਾ ਪਵੇ, ਚਾਹੇ ਕਾਨੂੰਨੀ ਰੂਪ 'ਚ ਜਾਣਾ ਪਵੇ, ਚਾਹੇ ਮੁੜ ਕੇ ਡਾਂਗਾਂ ਦੇ ਰੂਪ 'ਚ ਜਾਣਾ ਪਵੇ, ਬਿੱਲਾਂ ਨੂੰ ਰੱਦ ਕਰਾ ਕੇ ਹਟਾਂਗੇ। ਇੱਦਾਂ ਨਹੀਂ ਘਰੇ ਵੜਦੇ। ਹਾਂ ਠੀਕ ਹੈ, ਨਾਲ ਨਾਲ ਸਾਡਾ ਕਿੱਤਾ ਵੀ ਹੈ, ਸਾਡਾ ਕੰਮ ਵੀ ਹੈ। ਤੁਸੀਂ ਇਹ ਵੀ ਨਾ ਸੋਚਿਆ ਕਰੋ ਹੁਣ ਬੜੇ ਲੋਕ ਫੇਸਬੁੱਕ 'ਤੇ ਇਹ ਕਹਿਣ ਲੱਗ ਜਾਂਦੇ ਨੇ ਜੇ ਕਿਸੇ ਦਾ ਕੋਈ ਗਾਣਾ ਆ ਜਾਵੇ, ਹੁਣ ਆਪਾਂ ਵੀ ਯਾਰ ਫਸਲ ਵੱਢਦੇ ਹੀ ਆ ਨਾ, ਸਾਡਾ ਵੀ ਉਹ ਕੰਮ ਆ। ਜਾਂ ਤਾਂ ਤੁਸੀਂ ਇਹ ਕਹੋ ਵੀ ਅਸੀਂ ਧਰਨਿਆਂ 'ਤੇ ਨਹੀਂ ਆਉਂਦੇ ਜਾਂ ਅਸੀਂ ਲਹਿਰ ਦਾ ਹਿੱਸਾ ਨਹੀਂ, ਕੰਮ ਤਾਂ ਕਰਾਂਗੇ ਨਾਲ ਦੀ ਨਾਲ ਜਿਹੜਾ ਸਾਡਾ ਫਰਜ਼ ਬਣਦਾ। ਅੱਜ ਸਾਰੀ ਇੰਡਸਟਰੀ ਧਰਨਿਆਂ 'ਚ ਆਈ ਹੈ, ਨਾਲ ਦੀ ਨਾਲ ਉਹਨੇ ਗੀਤ ਵੀ ਕੱਢੇ ਨੇ ਅਤੇ ਕੱਢ ਵੀ ਰਹੇ ਨੇ, ਪਰ ਜਿਹੜਾ ਸਾਡਾ ਕਿੱਤਾ ਹੈ, ਜਿੱਥੋਂ ਸਿਸਟਮ ਚੱਲਦਾ ਉਹ ਤਾਂ ਨਾਲ ਦੀ ਨਾਲ ਬਰਕਰਾਰ ਰਹੂਗਾ ਨਾ, ਉਹ ਤਾਂ ਕਰਾਂਗੇ ਆਪਾਂ। ਬੜੇ ਵੀਰਾਂ ਨੂੰ ਇਹ ਹੁਣ ਜਿਹੜੇ ਫੇਸਬੁੱਕ 'ਤੇ ਬੁੱਧੀਜੀਵੀ ਬੈਠੇ ਆ, ਇੱਕ ਤਾਂ ਸਾਰੇ ਜੱਜ ਵਕੀਲ ਜਿਹਨੂੰ ਸਰਕਾਰੀ ਨੌਕਰੀ ਨਹੀਂ ਮਿਲਦੀ ਉਹ ਉੱਥੇ ਕਰੰਟ ਕੱਢਦਾ ਫਿਰ ਆਪਦਾ, ਉੱਥੇ ਵਕਾਲਤ ਪੇਸ਼ ਕਰਦਾ ਫੇਸਬੁੱਕ 'ਤੇ ਵੀ ਐਂ ਤੋਂ ਐਂ ਕਿਉਂ ਹੋ ਗਿਆ, ਐਂ ਤੋਂ ਐਂ ਕਿਉਂ ਹੋ ਗਿਆ। ਪਰ ਮੈਂ ਇਸ ਚੀਜ਼ ਦੀ ਗਰੰਟੀ ਲਿਖ ਕੇ ਦੇ ਦਿੰਦਾ ਵੀ ਜਿਹੜੇ ਫੇਸਬੁੱਕ 'ਤੇ ਕਮੈਂਟ ਕਰਦੇ ਨੇ ਨਾ ਉਹ ਕਿਤੇ ਧਰਨਿਆਂ 'ਚ ਆਉਂਦੇ ਨੇ, ਨਾ ਉਹ ਕਿਸੇ ਪਾਸੇ ਲਹਿਰ ਦਾ ਹਿੱਸਾ ਨੇ, ਉਹ ਉੱਥੇ ਹੀ ਖੁਸ਼ ਨੇ ਬਸ। ਇੱਕ ਵਾਰੀ ਲੱਗ ਜਾਣਗੇ 25-30 IT ਸੈੱਲ ਵੀ ਹੁੰਦੇ ਨੇ, ਇਹ ਸਰਕਾਰਾਂ ਵੀ ਕਰਾਉਂਦੀਆਂ ਨੇ। ਹਜ਼ਾਰ ਕਮੈਂਟ ਆ ਜਿਹੜਾ ਸਿੱਧਾ, ਜਦੋਂ ਤੁਸੀਂ ਕਿਸੇ ਦੇ ਕਮੈਂਟ ਪੜ੍ਹਦੇ ਹੋ ਤਾਂ ਤੁਸੀਂ ਦੇਖਦੇ ਹੋ ਵੀ ਸਾਰੀ ਦੁਨੀਆ 1000 ਕਮੈਂਟ ਹੈ, 800 ਕਮੈਂਟ ਇਹਦੇ ਪੱਖ 'ਚ ਹੈ, ਤਾਂ ਉਹ ਸਰਕਾਰਾਂ ਹੀ ਕਰਾਉਂਦੀਆਂ ਨੇ ਸਾਰੇ। ਇੱਕ ਵਾਰੀ ਐਸੇ ਸੌਫਟਵੇਅਰ ਬਣੇ ਹੋਏ ਨੇ, ਇੱਕ ਵਾਰ 'ਚ 1 ਲੱਖ ਕਮੈਂਟ ਡਿਲੀਵਰ ਹੁੰਦਾ। ਤੁਸੀਂ ਟੈਕਨੋਲੋਜੀ ਨਾਲ ਸਾਰੇ ਜੁੜੇ ਹੋ। ਜਦੋਂ ਤੁਸੀਂ ਕਿਸੇ ਦੀ ਵੇਬ ਬਣਾਉਣੀ ਹੋਵੇ, ਜਦੋਂ ਜੇ ਅੱਜ ਮੰਨ ਲਓ ਸਪੋਜ਼ ਕਰੋ ਸਰਕਾਰ ਨੇ ਮੈਨੂੰ ਇੱਕ ਕੋਈ ਮੰਚ ਦੇਣਾ ਨਾ ਵੱਡਾ, ਤਾਂ ਮੈਨੂੰ ਉਹ ਇਸ ਤਰੀਕੇ ਨਾਲ ਫੇਸਬੁੱਕ 'ਤੇ ਪੇਸ਼ ਕਰਨਗੇ ਵੀ ਹਾਂ ਯਾਰ ਅਗਲਾ ਭਗਤ ਸਿੰਘ ਇਹੀ ਹੈ, ਬਸ ਸਾਡਾ ਤਾਂ ਇਹੀ ਆਜ਼ਾਦੀ ਲੈ ਕੇ ਦੇਊਗਾ, ਹੋਰ ਕੋਈ ਬੰਦਾ ਹੀ ਨਹੀਂ ਹੈਗਾ। ਉੱਥੇ ਫੇਸਬੁੱਕ 'ਤੇ ਕਮੈਂਟ ਵੀ ਸਾਰੇ ਇਹੋ ਜਿਹੇ ਹੋਣਗੇ। ਉਹਨਾਂ ਨੂੰ ਦੇਖ ਕੇ ਜੱਜ ਨਾ ਕਰਿਆ ਕਰੋ, ਉਹ ਸਾਰਾ ਪ੍ਰੋਪੋਗੰਡਾ ਸਰਕਾਰਾਂ ਦਾ, ਉਹ IT ਸੈੱਲ ਨੇ, ਫੇਕ ਆ ਸਾਰਾ ਕੁਛ। ਬੰਦੇ ਇਹੀ ਨੇ ਇੱਥੇ ਜਿਹੜੇ ਧਰਨੇ 'ਚ ਆ ਕੇ ਜਿਹੜੇ ਸਾਡੇ ਨਾਲ ਦਰੀਆਂ 'ਤੇ ਬੈਠੇ ਨੇ, ਉੱਥੇ ਉਹ ਤਾਂ ਵਿਗਿਆਨੀ ਨੇ, ਉਹਨਾਂ ਨੂੰ ਵਿਚਾਰਿਆਂ ਨੂੰ ਖੁਸ਼ ਰਹਿਣ ਦਿਓ ਉਹਨੇ 'ਚ। ਪਰ ਤੁਹਾਡੇ ਦਿਮਾਗ 'ਤੇ, ਤੁਸੀਂ ਪੜ੍ਹਦਾ ਤਾਂ ਮੈਂ ਵੀ ਹਾਂ, ਹੁਣ ਪੜ੍ਹਦੇ ਤੁਸੀਂ ਹੋ, ਤੁਹਾਡੇ ਦਿਮਾਗ 'ਤੇ ਉਹ ਚੀਜ਼ਾਂ ਅਸਰ ਕਰਦੀਆਂ ਨੇ, ਤੁਸੀਂ ਪਰਵਾਹ ਨਾ ਕਰਿਆ ਕਰੋ ਉਹਨਾਂ ਦੀ ਜਮਾਂ ਹੀ। ਉਹ ਤਾਂ ਇੱਕ ਸਾਜ਼ਿਸ਼ ਹੁੰਦੀ ਹੈ ਬਿਲਕੁਲ ਵੀ ਕਿਸੇ ਦਾ ਪੱਖ ਕਲੀਅਰ ਕਰਨਾ। ਸੋ ਭੁੱਲ ਚੋਂ ਗਲਤੀ ਦੀ ਮੈਂ ਮਾफ़ੀ ਚਾਹੁੰਦਾ। ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਨੌਜਵਾਨ ਏਕਤਾ ਜਿੰਦਾਬਾਦ, ਨੌਜਵਾਨ ਏਕਤਾ ਜਿੰਦਾਬਾਦ। ਕਾਲੇ ਬਿੱਲਾਂ ਨੂੰ ਰੱਦ ਕਰੋ, ਰੱਦ ਕਰੋ, ਰੱਦ ਕਰੋ, ਕਾਲੇ ਕਾਨੂੰਨਾਂ ਰੱਦ ਕਰੋ। ਧੁੰਦ ਹੋਏ ਵਾਰੀ ਆਪਣਾ ਫਰਜ਼ ਨਿਭਾ ਰਹੇ ਨੇ। ਹੁਣ ਤੋਂ ਬਾਅਦ ਇਹਨਾਂ ਦੇ ਅਗਲੇ ਹਲੋ ਅੱਛਾ ਮੈਕ ਲੱਗਦਾ ਹਲੋ। ਸੋ ਧੰਨਵਾਦ ਕਰਦੇ ਆ ਵੀਰ ਉਹਨਾਂ ਦਾ। ਸੋ ਆਪਾਂ ਨੂੰ ਇਹ ਗੱਲ ਸਾਰਿਆਂ ਨੂੰ ਭਲੀ ਭਾਂਤੀ ਵੀਰ ਨੇ ਸਮਝਾਤੀ ਬਈ ਆਪਾਂ ਨੂੰ ਇੱਕ ਝੰਡੇ ਥੱਲੇ ਇਕੱਠਾ ਹੋਣਾ ਹੀ ਪੈਣਾ, ਇਹ ਤੋਂ ਬਿਨਾ ਕੋਈ ਹੱਲ ਨਹੀਂ। ਤੁਸੀਂ ਜਿੰਨੀਆਂ ਮਰਜ਼ੀ ਆਪਣੇ ਘੋੜੇ ਭਜਾ ਲਓ, ਜਿੰਨੀਆਂ ਮਰਜ਼ੀ ਪਾਰਟੀਆਂ ਦੇ ਮਗਰ ਝੰਡੇ ਲੈ ਕੇ ਘੁੰਮ ਲਓ, ਆਪਣਾ ਗੁਜ਼ਾਰਾ ਕਿਸਾਨ ਯੂਨੀਅਨ ਦੇ ਝੰਡੇ ਥੱਲੇ ਆ ਕੇ ਹੀ ਹੋਣਾ। ਅੱਜ ਜਿਹੜੀ ਲਹਿਰ ਚੱਲੀ ਹੈ ਪੰਜਾਬ 'ਚ, ਪਹਿਲਾਂ ਵੀ ਲਹਿਰਾਂ ਚੱਲੀਆਂ ਨੇ, ਬਹੁਤ ਲਹਿਰਾਂ ਚੱਲੀਆਂ ਨੇ, ਬੜੇ ਹਮੇਸ਼ਾ ਸੈਂਟਰ ਦੇ ਨਾਲ ਜਾਂ ਸਰਕਾਰਾਂ ਨਾਲ, ਮੌਕੇ ਦੀਆਂ ਸਰਕਾਰਾਂ ਨਾਲ ਆਪਣੇ ਸਿੰਘ ਫਸੇ ਹੀ ਰਹੇ ਨੇ। ਖਾਸ ਕਰ ਕਿਸਾਨ ਯੂਨੀਅਨ ਔਰ ਕਿਸਾਨਾਂ ਦੇ ਤਾਂ ਹਮੇਸ਼ਾ ਫਸਦੇ ਹੀ ਰਹਿੰਦੇ ਨੇ। ਹਜੇ ਪਾਰਟੀਆਂ ਦੂਜੀਆਂ ਪਾਰਟੀਆਂ ਨਾਲ ਚੁੱਪ ਕਰ ਜਾਂਦੀਆਂ ਨੇ। ਸੋ ਬਾਈ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਸੋ ਪੂਰਨ ਵਿਸ਼ਵਾਸ ਵੀ ਦਿਵਾਉਂਦੇ ਆਪਾਂ। ਸੋ ਸਾਰਿਆਂ ਨੇ ਹੱਥ ਖੜੇ ਕਰਕੇ ਵਿਸ਼ਵਾਸ ਦਿਵਾਉਣਾ ਵੀ ਜੋ ਕਿਸਾਨ ਯੂਨੀਅਨ ਦਾ, ਇਹਨਾਂ ਜਥੇਬੰਦੀਆਂ ਦਾ ਜੋ ਹੁਕਮ ਹੋਊਗਾ, ਜੋ ਇਹਨਾਂ ਦਾ ਪ੍ਰੋਗਰਾਮ ਹੋਊਗਾ, ਆਪਾਂ ਸਾਰੇ ਵੱਧ ਚੜ੍ਹ ਕੇ ਹਿੱਸਾ ਲਵਾਂਗੇ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਸੋ ਪਿਛਲੇ ਵੀਰ ਬਾਲੇ ਦੂਰ ਨਾ ਜਾਓ, ਜੇ ਦੂਰ ਦੀ ਤਾਂ ਬੰਦਾ ਰਿਸ਼ਤੇਦਾਰੀ ਵੀ ਛੱਡ ਦਿੰਦਾ ਹੁੰਦਾ, ਵੀਰੇ ਨੇੜੇ ਆ ਜਾਓ, ਬੜਾ ਦੂਰ ਹੋ ਕੇ ਨਾ ਖੜਿਆ ਕਰੋ। ਕਿਸੇ ਧਰਨੇ 'ਤੇ ਵੀ ਜਾਓ ਤਾਂ ਘੱਟੋ ਘੱਟ ਇੰਨੀ ਰੇਂਜ ਬਣਾ ਕੇ ਰੱਖੋ ਵੀ ਬੰਦੇ ਦੀ ਨਿਗਾਹ ਤੁਹਾਡੇ 'ਤੇ ਰਹੇ। ਸੋ ਆਪਾਂ ਰਿਸ਼ਤੇਦਾਰੀਆਂ ਉਹੀ ਵਰਤਦੇ ਹਾਂ ਜਿਹੜੀਆਂ ਆਪਣੀਆਂ ਨੇੜੇ ਦੀਆਂ ਨੇ, ਦੂਰ ਦੀ ਰਿਸ਼ਤੇਦਾਰ ਵੀ ਬੰਦਾ ਛੱਡ ਦਿੰਦਾ। ਸੋ ਆਪਾਂ ਸਾਰੇ ਆਪਣੇ ਸਾਥੀਆਂ ਦੇ ਨੇੜੇ ਹੀ ਰਹਿਣਾ। ਸੋ ਇੰਨੀ ਕੁ ਹਾਜ਼ਰੀ ਕਬੂਲ ਕਰਿਓ। ਸੋ ਅਗਲਾ ਪ੍ਰੋਗਰਾਮ ਜਿੱਦਾਂ ਵੀਰੋਂ ਨਹੀਂ ਦਿੰਦੇ ਨੇ ਤੁਹਾਨੂੰ ਸਾਰਿਆਂ ਨੂੰ, ਉਹੀ ਆਪਾਂ ਲਿਖਦੇ ਹਾਂ। ਹਾਂਜੀ ਕਰਨਾ ਚਾਹੁੰਦਾ ਕਿ ਬੜੇ ਜਿਹੜੇ ਪੋਲੀਟੀਕਲ ਲੀਡਰ ਨੇ ਉਹ ਵੀ ਮੈਨੂੰ ਹੁਣ ਫੋਨ ਕਰਦੇ ਹੁੰਦੇ ਆ ਵੀ ਹਾਂ ਕਿਵੇਂ ਚੱਲ ਰਿਹਾ ਧਰਨਾ, ਕਿਵੇਂ ਚੱਲ ਰਿਹਾ। ਮੈਂ ਕਿਹਾ ਜੀ ਬਹੁਤ ਵਧੀਆ ਚੱਲ ਰਿਹਾ, ਸਾਰਾ ਕੁਝ ਚੱਲ ਰਿਹਾ।
ਹੁਣ ਉਹ ਕਹਿੰਦੇ ਨੇ ਯਾਰ ਅਸੀਂ ਵੀ ਆਉਣਾ ਚਾਹੁੰਦੇ ਆ ਯਾਰ ਤੁਹਾਡੇ ਧਰਨੇ 'ਚ, ਪਰ ਡਰਦੇ ਨਹੀਂ ਆਉਂਦੇ ਵੀ ਤੁਸੀਂ ਉੱਥੇ ਮੁਰਦਾਬਾਦ ਕਰਕੇ ਤੁਸੀਂ ਮੋੜ ਦਿੰਦੇ ਹੋ। ਮੈਂ ਉਹਨਾਂ ਨੂੰ ਇੱਕੋ ਹੀ ਗੱਲ ਕਹੀ, ਮੈਂ ਕਿਹਾ ਜੀ ਤੁਸੀਂ ਜੀ ਸਦਕੇ ਆਓ ਸਾਡੇ ਧਰਨੇ 'ਚ, ਸਾਨੂੰ ਕੋਈ ਬਰਿਆਈ ਨਹੀਂ ਤੁਹਾਡੇ ਆਉਣ ਨਾਲ, ਪਰ ਤੁਸੀਂ ਨਾ ਤਾਂ ਆ ਕੇ ਆਪਦੀ ਪਾਰਟੀ ਦਾ ਝੰਡਾ ਲੈ ਕੇ ਆਉਣਾ, ਨਾ ਤੁਸੀਂ ਆ ਕੇ ਇਹ ਪ੍ਰਚਾਰ ਕਰਨਾ ਵੀ ਸਾਡੀ ਪਾਰਟੀ ਤੁਹਾਨੂੰ ਇਨਸਾਫ ਦਿਵਾਊਗੀ, ਸਾਡੀ ਪਾਰਟੀ ਤੁਹਾਨੂੰ ਹੱਕ ਦਿਵਾਊਗੀ। ਜੇ ਤੁਸੀਂ ਆ ਕੇ ਸਾਡੇ ਨਾਲ ਦਰੀਆਂ ਤੇ ਬਹਿ ਸਕਦੇ ਹੋ ਕਿਸਾਨ ਯੂਨੀਅਨ ਦੇ ਝੰਡੇ ਥੱਲੇ, ਫਿਰ ਅਸੀਂ ਤੁਹਾਡਾ ਵੈਲਕਮ ਕਰਾਂਗੇ। ਪਰ ਜੇ ਤੁਸੀਂ ਆ ਕੇ ਇਹ ਗੱਲ ਕਹੋਗੇ ਵੀ ਸਾਡੀ ਪਾਰਟੀ ਤੁਹਾਡੇ ਲਈ ਐਂ ਕਰ ਦੂਗੀ, ਸਾਡੀ ਪਾਰਟੀ ਤੁਹਾਡੇ ਲਈ ਐਂ ਕਰ ਦੂਗੀ, ਵੀ ਫਿਰ ਅਸੀਂ ਨਾਅਰੇ ਵੀ ਲਾਵਾਂਗੇ, ਫਿਰ ਅਸੀਂ ਬਣਦਾ ਮਾਣ ਤਾਣ ਜਿਹੜਾ ਉਹ ਕਰਕੇ ਵੀ ਤੁਹਾਡੇ ਉੱਥੋਂ ਤੋਰਾਂਗੇ। ਸੋ ਅਸੀਂ ਇਸ ਗੱਲ ਦੇ ਪੱਖ 'ਚ ਹਾਂ। ਜੇ ਅੱਜ ਕੋਈ ਵੀ ਲੀਡਰ ਆਉਣਾ ਚਾਹੁੰਦਾ ਹੈ, ਅਸੀਂ ਨਹੀਂ ਕਹਿੰਦੇ, ਅਸੀਂ ਇਸ ਲਹਿਰ ਨੂੰ ਵੱਡਾ ਕਰਨਾ ਹੈ। ਅੱਜ ਇਹ ਨਹੀਂ ਹੈਗਾ ਵੀ ਕੋਈ ਆਪਦਾ ਉੱਥੇ ਧਰਨਾ ਲਾ ਦੇਵੇ। ਹੁਣ ਲੀਡਰ ਕੀ ਕਰ ਰਹੇ ਨੇ, ਜਦੋਂ ਅਸੀਂ ਕਿਸਾਨ ਜਥੇਬੰਦੀ ਦੇ ਪ੍ਰੋਗਰਾਮ ਦੇ ਦਿੰਦੇ ਆ, ਨਾਲ ਹੀ ਉਹ ਆਪਦੇ ਪ੍ਰੋਗਰਾਮ ਦੇ ਦਿੰਦੇ, ਫਿਰ ਉਹ ਸਾਡੇ ਸਕੇ ਕਿਵੇਂ ਹੋ ਗਏ? ਜੇ ਲੜਨਾ ਉਹਨੇ ਵੀ ਸਾਡੇ ਲਈ ਹੈ ਤਾਂ ਸਾਡੇ ਨਾਲ ਆ ਕੇ ਲੜਨ, ਸਾਡੇ ਝੰਡੇ ਦੇ ਥੱਲੇ ਆ ਕੇ, ਕਿਸਾਨ ਜਥੇਬੰਦੀ ਦੇ ਝੰਡੇ ਥੱਲੇ ਆ ਕੇ ਲੜਨ, ਏਕਾ ਕਰਕੇ ਲੜਨ। ਪਰ ਜਿਹੜਾ ਬੰਦਾ ਵੀ ਇਸ ਮੰਚ ਤੇ ਆ ਕੇ ਕੋਈ ਆਪਦਾ ਝੰਡਾ ਲੈ ਕੇ ਆਊਗਾ ਜਾਂ ਕਹੂਗਾ ਵੀ ਸਾਡੀ ਸਰਕਾਰ ਤੁਹਾਨੂੰ ਇਹ ਭਰੋਸਾ ਦਿਵਾਉਂਦੀ ਹੈ ਜਿਵੇਂ ਲੀਡਰ ਕਰਦੇ ਹੀ ਹੁੰਦੇ ਆ, ਤਾਂ ਉਹਨਾਂ ਤੇ ਨਾ ਉਹਨਾਂ ਨੂੰ ਅਸੀਂ ਇਹ ਮੰਚ ਦੇਵਾਂਗੇ, ਨਾ ਉਹਨਾਂ ਨੂੰ ਇਹ ਮੈਕ ਦੇਵਾਂਗੇ। ਹਾਂ, ਕੋਈ ਬੰਦਾ ਇਸ ਤਰੀਕੇ ਨਾਲ ਆਊਗਾ ਵੀ ਹਾਂ ਨਾ ਮੈਂ ਤਾਂ ਆ ਕੇ ਇੱਥੇ ਆਪਣੀ ਸਰਕਾਰ ਦੀ ਗੱਲ ਕਰੂੰਗਾ, ਨਾ ਮੈਂ ਆਪਦੀ ਪਾਰਟੀ ਦੀ, ਮੈਂ ਗੱਲ ਕਰੂੰਗਾ ਕਿਸਾਨੀ ਦੀ, ਮੈਂ ਭਾਰਤੀ ਕਿਸਾਨ ਯੂਨੀਅਨ ਦੇ ਝੰਡੇ ਥੱਲੇ ਬਹਿਣ ਨੂੰ ਤਿਆਰ ਹਾਂ, ਅਤੇ ਮੈਂ ਇਹਨਾਂ ਦੇ ਪ੍ਰੋਗਰਾਮਾਂ 'ਚ ਇਹਨਾਂ ਦੇ ਨਾਲ ਚੱਲਣ ਨੂੰ ਤਿਆਰ ਹਾਂ, ਫਿਰ ਅਸੀਂ ਉਹਦਾ ਸਤਿਕਾਰ ਕਰਾਂਗੇ, ਉਹਨੂੰ ਕਹਾਂਗੇ ਵੀ ਹਾਂ ਠੀਕ ਹੈ। ਪਰ ਪ੍ਰੋਗਰਾਮ ਉਹਨੂੰ ਸਾਡੇ ਹੀ ਕਰਨੇ ਪੈਣਗੇ। ਇਹ ਨਹੀਂ ਹੈਗਾ ਵੀ ਉਹ ਆ ਕੇ ਸਾਨੂੰ ਦੱਸੂਗਾ ਵੀ ਮੈਂ ਭਾਈ ਐਂ ਕਰ ਦੂੰ, ਮੈਂ ਭਾਈ ਆਹ ਕਰ ਦੂੰ। ਅੱਜ ਲੋੜ ਤਾਂ ਸੀਗੀ ਇਹ ਉਹਨਾਂ ਨੂੰ ਬਿਨਾਂ ਕਹੇ ਤੋਂ ਕਰਨ ਦੀ, ਵੀ ਅੱਜ ਇਹ ਨਾ ਸੋਚਦੇ ਵੀ ਆਹ ਫਲਾਣੀ ਪਾਰਟੀ ਹੈ, ਢਮਕਾਣੀ ਪਾਰਟੀ ਹੈ, ਆਪ ਵਾਲੇ ਨੇ, ਅਕਾਲੀ ਨੇ, ਕਾਂਗਰਸੀ ਨੇ, ਉਹ ਸਾਰਾ ਕੁਝ ਛੱਡ ਕੇ ਆਪਦੀਆਂ ਰੈਲੀਆਂ ਕਰਨ ਨਾਲੋਂ ਸਾਡੇ ਝੰਡੇ ਥੱਲੇ ਆ ਜਾਂਦੀਆਂ। 117 MLA ਨੇ, 13 MP ਨੇ, 7-8 ਰਾਜ ਸਭਾ ਦੇ ਨੇ। ਜੇ ਅੱਜ ਸਾਡੀ ਲੜਾਈ ਇਹਨਾਂ ਨੇ ਲੜਨੀ ਹੁੰਦੀ ਤਾਂ ਦਿੱਲੀ ਜਾ ਕੇ ਬਹਿ ਜਾਂਦੇ, ਉੱਥੇ ਸਾਰੇ ਦਿੱਲੀ ਜਾ ਕੇ ਵਿਧਾਨ ਸਭਾ ਦੇ ਮੂਹਰੇ ਧਰਨਾ ਲਾ ਦਿੰਦੇ ਵੀ ਅਸੀਂ ਤਾਂ ਬੈਠੇ ਹਾਂ, ਜੇ ਤੁਸੀਂ ਸਾਡੀ ਮੰਗ ਨਾ ਮੰਨੀ ਤਾਂ ਪੂਰਾ ਸਾਡੇ ਪਿੱਛੇ ਪੰਜਾਬ ਆਊਗਾ। ਪਰ ਉਹਨਾਂ ਨੇ ਨਹੀਂ ਕੀਤੀ। ਪਰ ਹਲੇ ਵੀ ਜੇ ਇਹ ਚੀਜ਼ ਕਰ ਲੈਣ ਤਾਂ ਅਸੀਂ ਉਹਨਾਂ ਦੇ ਧੰਨਵਾਦੀ ਹੋਵਾਂਗੇ। ਹੁਣ ਕੱਲ੍ਹ ਨੂੰ ਮਤਾ ਪੈਣਾ, ਸਾਨੂੰ ਸਰਕਾਰ ਤੋਂ ਵੀ ਬਹੁਤ ਆਸਾਂ ਨੇ ਵੀ ਉਹ ਮਤਾ ਸਾਡੇ ਪੱਖ 'ਚ ਪਾਉਣਗੀਆਂ। ਜੇ ਕਿਤੇ ਇਹ ਪਾ ਦੇਣ ਵੀ ਵਿਰੋਧ ਕਰਕੇ ਇਹਨਾਂ ਬਿੱਲਾਂ ਦਾ ਬਾਈਕਾਟ ਕਰਕੇ ਉਹਨਾਂ ਦੇ ਮੂੰਹ 'ਤੇ ਮਾਰਨ ਪਾੜ ਕੇ ਵੀ ਨਾ ਪੰਜਾਬ ਇਹਨਾਂ ਨੂੰ ਅੱਜ ਮੰਨੇ ਨਾ ਮੰਨੇ, ਕੱਲ੍ਹ ਨੂੰ ਅਸੀਂ ਸੋਚਾਂਗੇ ਵੀ ਹਾਂ ਯਾਰ ਚਲੋ ਲੁੱਟ ਲਿਆ ਕਸੁੱਟ ਲਿਆ, ਜੋ ਮਰਜ਼ੀ ਕਰ ਲਿਆ, ਕਿਤੇ ਨਾ ਕਿਤੇ ਅਖੀਰਲੇ ਮੌਕੇ 'ਤੇ ਜਾ ਕੇ ਸਾਡੀ ਗੱਲ ਕੋਈ ਕਰਦਾ। ਕੋਈ ਨਹੀਂ। ਪਰ ਜੇ ਕੱਲ੍ਹ ਨੂੰ ਵੀ ਆਹੀ ਕੁਛ ਹੋਇਆ ਵੀ ਐਂ ਹੋ ਜਾਊਗਾ ਜੀ, ਵਾਹ ਹੋ ਜਾਊਗਾ, ਫਿਰ ਅਸੀਂ ਤਾਂ ਸੰਘਰਸ਼ ਤਿੱਖਾ ਕਰਾਂਗੇ ਹੀ ਆਪਦਾ। ਫਿਰ ਸਾਨੂੰ ਚਾਹੇ ਜੋ ਕੁਛ ਮਰਜ਼ੀ ਕਰਨਾ ਪਵੇ ਅਸੀਂ ਤਾਂ ਕਰਾਂਗੇ। ਤੁਸੀਂ ਤਾਂ ਭਾਈ ਆਪਦਾ ਕੰਮ ਕਰ ਸੈੱਟ ਕਰ ਲਿਆ, ਸਾਡੇ ਕੋਲ ਤਾਂ ਸਾਡੇ ਖੇਤ ਹੀ ਨੇ, ਅਸੀਂ ਤਾਂ ਉਹੀ ਕੁਛ ਕਰਨਾ। ਖਾੜੇ ਲਾਉਣ ਵੀ ਅਸੀਂ ਉਹਨਾਂ ਦੀ ਜਾਵਾਂਗੇ ਨਾ ਜੇ ਕੋਈ ਖੁਸ਼ਹਾਲ ਹੋਊਗਾ, ਜੇ ਖੇਤ ਬਚਣਗੇ। ਨਹੀਂ ਤਾਂ ਸਾਡੇ ਖਾੜੇ ਵੀ ਕਿਹਨਾਂ ਕੰਮਾਂ ਦੇ। ਗਾਉਣੇ ਵਾਲੇ ਨੇ ਤਾਂ ਹਮੇਸ਼ਾ ਖੁਸ਼ੀ 'ਚ ਜਾਣਾ ਹੁੰਦਾ, ਤੁਹਾਡਿਆਂ ਵਿਆਹਾਂ 'ਤੇ ਜਾਣਾ ਹੁੰਦਾ। ਜਦ ਸਾਡੇ ਤੋਂ ਸਾਡੀਆਂ ਜ਼ਮੀਨਾਂ ਹੀ ਖੋਹ ਲਈਆਂ ਤਾਂ ਫਿਰ ਪਿੱਛੇ ਵੀ ਕੀ ਰਹਿ ਜਾਊਗਾ। ਅੱਜ ਸਰਕਾਰਾਂ ਦਾ ਰੋਲ ਇਹ ਹੋਣਾ ਚਾਹੀਦਾ ਸੀ, ਉਹ ਇੱਕ ਮੰਚ 'ਤੇ ਇਕੱਠੇ ਹੁੰਦੇ, ਜਥੇਬੰਦੀਆਂ ਕੋਲ ਆਉਂਦੇ, ਉਹਨਾਂ ਨੂੰ ਕਹਿੰਦੇ ਵੀ ਹਾਂ ਜੀ ਅਸੀਂ ਤੁਹਾਡੇ ਨਾਲ ਹੈ, ਤੁਸੀਂ ਪ੍ਰੋਗਰਾਮ ਲਿਖੋ, ਤੁਹਾਨੂੰ ਜ਼ਿਆਦਾ ਪਤਾ। ਪਰ ਉਹ ਆਪਦੇ ਝੰਡੇ ਚੱਕੀ ਫਿਰਦੇ ਨੇ। ਜਦੋਂ ਤੱਕ ਆਪਦੇ ਝੰਡੇ ਚੱਕੀ ਫਿਰਦੇ ਨੇ, ਕੋਈ ਲੀਡਰ, ਮੈਨੂੰ ਨਹੀਂ ਲੱਗਦਾ ਇੱਕ ਵੀ ਲੀਡਰ ਕੋਈ ਆਇਆ ਹੋਊਗਾ ਅੱਜ ਤੱਕ। ਇਹ ਸ਼ਰਮ ਦੀ ਗੱਲ ਹੈ। ਜੇ ਕੋਈ ਪਹਿਲ ਕਰ ਦੇਵੇ, ਮੈਂ ਕਹਿੰਦਾ ਮੈਂ ਜਾਊਂਗਾ ਉਹਨੂੰ ਲੈਣ। ਹਾਂ, ਜੇ ਕੋਈ ਇਹ ਲਿਖ ਕੇ ਪਾ ਦੇਵੇ ਆਪਣੇ ਉਹਦੇ 'ਤੇ ਵੀ ਮੈਂ ਕਿਸਾਨਾਂ ਦੇ ਨਾਲ ਹਾਂ, ਨਾ ਮੈਂ ਪਾਰਟੀ ਤੋਂ ਕੁਛ ਲੈਣਾ, ਨਾ ਮੈਂ ਸਰਕਾਰ ਤੋਂ ਕੁਛ ਲੈਣਾ, ਮੈਨੂੰ ਜਿੱਥੇ ਮਰਜ਼ੀ ਲੈ ਚੱਲੋ, ਮੈਂ ਕਹਿੰਦਾ ਮੈਂ ਚੱਲੂੰਗਾ ਵੀ ਆਓ ਜੀ। ਪਰ ਮਜ਼ਦੂਰ ਏਕਤਾ ਜਿੰਦਾਬਾਦ। ਪਰ ਸ਼ਰਮ ਦੀ ਗੱਲ ਇਹ ਆ ਵੀ ਕਿਸੇ ਨੇ ਪਾਇਆ ਹੀ ਨਹੀਂ, ਫਿਰ ਅਸੀਂ ਉਹਨਾਂ ਤੋਂ ਆਸ ਵੀ ਕੀ ਰੱਖੀਏ। ਫਿਰ ਕਹਿੰਦੇ ਨੇ ਵੀ ਯਾਰ ਸਾਨੂੰ ਤੁਸੀਂ ਆਉਣ ਨਹੀਂ ਦਿੰਦੇ, ਫਿਰ ਕਿਉਂ ਆਉਣ ਦਈਏ? ਅਸੀਂ ਆਪਦੇ ਇਹਨਾਂ ਮੰਚਾਂ 'ਚ ਆ ਕੇ ਪਾਰਟੀਬਾਜ਼ੀ ਥੋੜ੍ਹੀ ਬਾੜਦੀਆਂ ਵੀ ਅੱਜ ਫਲਾਣੀ ਵਾਲਾ ਆ ਗਿਆ। ਹੁਣ ਪਾਰਟੀਬਾਜ਼ੀਆਂ ਤਾਂ ਚੱਲਦੀਆਂ ਨੇ, ਲੋਕਤੰਤਰ ਆ, ਪਿੰਡਾਂ 'ਚ ਵੀ ਨੇ। ਜੇ ਸਪੋਜ਼ ਕਰੋ ਅੱਜ ਇੱਥੇ ਇੱਕ ਕਾਂਗਰਸ ਵਾਲਾ ਆ ਗਿਆ, ਅੱਧੇ ਵੀਰ ਅਕਾਲੀ ਨੇ, ਉਹ ਕਹਿਣਗੇ ਫਿਰ ਸਾਡਾ ਵੀ ਬੰਦਾ ਆਊਗਾ, ਸਾਡੇ 'ਚ ਤਾਂ ਫਿਰ ਲੜਾਈ ਪੈ ਜਾਊਗੀ। ਤਾਂ ਕਰਕੇ ਅਸੀਂ ਇਹਨਾਂ ਲੀਡਰਾਂ ਨੂੰ ਆਪਣਾ ਮੰਚ ਨਹੀਂ ਦਿੰਦੇ। ਮੰਚ ਅਸੀਂ ਉਸ ਦਿਨ ਦੇਵਾਂਗੇ ਜਿਸ ਦਿਨ ਇਹ ਆਪਦੇ ਝੰਡੇ, ਆਪਦੀਆਂ ਪੱਗਾਂ ਛੱਡ ਕੇ ਆਉਣਗੇ, ਆਪਦੀ ਪਾਰਟੀ ਛੱਡ ਕੇ ਆਉਣਗੇ, ਇੱਕ ਕਿਸਾਨ ਬਣ ਕੇ ਆਉਣਗੇ, ਯੂਨੀਅਨ ਦੇ ਥੱਲੇ ਆਉਣਗੇ। ਉਸ ਦਿਨ ਅਸੀਂ ਇਹਨਾਂ ਦਾ ਸਵਾਗਤ ਕਰਾਂਗੇ। ਉਦੋਂ ਪਹਿਲਾਂ ਨਾ ਅਸੀਂ ਇਹਨਾਂ ਨੂੰ ਸਵਕਾਰਾਂਗੇ ਅੱਜ ਅਤੇ ਨਾ ਸਵਕਾਰਾਂਗੇ ਕੱਲ੍ਹ। ਇੱਕ ਵੀਰੋ ਤੁਸੀਂ ਗ੍ਰਾਮ ਸਭਾ ਦਾ ਮੇਰੇ ਪਹਿਲਾਂ ਦਿਮਾਗ 'ਚੋਂ ਨਿਕਲ ਗਿਆ ਸੀ, ਉਹ ਜ਼ਰੂਰ ਮਤਾ ਪਾਓ ਆਪਦੇ ਪਿੰਡਾਂ 'ਚ। ਉਹਦੇ ਨਾਲ ਬੜੇ ਵੀਰ ਕਹਿੰਦੇ ਨੇ ਵੀ ਕਾਨੂੰਨੀ ਤੌਰ 'ਤੇ ਕੀ ਫਾਇਦਾ ਹੋ ਜਾਊਗਾ। ਮੈਂ ਮੰਨਦਾ ਵੀ ਕਾਨੂੰਨੀ ਤੌਰ 'ਤੇ ਕੋਈ ਫਾਇਦਾ ਨਹੀਂ ਹੋਊਗਾ, ਉਹ ਕੋਈ ਕਾਨੂੰਨ ਨਹੀਂ ਹੈਗਾ। ਜੇ ਤੁਹਾਨੂੰ ਲੱਗੇ ਵੀ ਗ੍ਰਾਮ ਸਭਾ ਦਾ ਮਤਾ ਪਵਾ ਕੇ ਆਪਾਂ ਸੁਪਰੀਮ ਕੋਰਟ 'ਚ ਕੇਸ ਲਾ ਦਾਂਗੇ ਤਾਂ ਆਪਣਾ ਇਹ ਬਿੱਲ ਰੱਦ ਹੋ ਜਾਣਗੇ, ਨਹੀਂ। ਉਹ ਸਿਰਫ ਇਹ ਹੈ ਵੀ ਜਦੋਂ 12,500 ਪਿੰਡਾਂ ਦੇ ਲੋਕਾਂ ਦੇ ਸਾਈਨ ਜਿਹੜੇ ਜੱਜ ਕੋਲੇ ਸਾਡਾ ਕੇਸ ਹੋਊਗਾ ਉਹਨੇ ਦੇਖਣੇ ਨੇ, ਉਹ ਦੇਖੂਗਾ, ਉਹ ਪ੍ਰੈਸ਼ਰਾਈਜ਼ ਹੋਊਗਾ
ਵੀ ਹਾਂ ਯਾਰ ਜੇ ਸਾਰੇ ਲੋਕ ਇਹਦਾ ਵਿਰੋਧ ਕਰਦੇ ਨੇ ਤਾਂ ਕੋਈ ਨਾ ਕੋਈ ਤਾਂ ਗੱਲ ਮਾੜੀ ਹੈ। ਉਹ ਜੱਜ ਤੇ ਪ੍ਰੈਸ਼ਰ ਆਊਗਾ ਉਸ ਚੀਜ਼ ਦਾ। ਸੋ ਤਾਂ ਕਰਕੇ ਅਸੀਂ ਕੋਈ ਵੀ ਪੱਖ ਛੱਡਣਾ ਨਹੀਂ ਚਾਹੁੰਦੇ। ਥੋੜ੍ਹੇ ਦਿਨਾਂ 'ਚ ਅਸੀਂ ਸੋਸ਼ਲ ਮੀਡੀਆ 'ਤੇ ਵੀ ਇੱਕ ਮੂਵਮੈਂਟ ਖੜੀ ਕਰਨ ਲੱਗੇ ਹਾਂ। ਜਿਹੜੇ ਵੀਰ ਸੋਸ਼ਲ ਮੀਡੀਆ ਚਲਾਉਂਦੇ ਆ ਤੁਸੀਂ ਉਹਦਾ ਵੀ ਸਾਥ ਦਿਓ। ਅਸੀਂ ਇੱਕ ਸਲੋਗਨ ਬਣਾਉਣ ਲੱਗੇ ਹਾਂ, ਉਹ 1-2 ਦਿਨਾਂ 'ਚ ਤੁਹਾਡੇ ਰੂਬਰੂ ਕਰ ਦਾਂਗੇ। ਪੈਂਪਲੇਟ ਬਣਾਉਣ ਲੱਗੇ ਹਾਂ, ਤੁਸੀਂ ਪਿੰਡਾਂ 'ਚ ਵੰਡਿਓ ਤਾਂ ਜੋ ਅਵੇਅਰਨੈਸ ਆਵੇ, ਸਾਰਿਆਂ ਨੂੰ ਪਤਾ ਲੱਗੇ ਤੇ ਨੌਜਵਾਨੀ ਵੱਡੇ ਪੱਧਰ 'ਤੇ ਸਾਡੇ ਸੰਘਰਸ਼ ਨਾਲ ਜੁੜੇ ਹੁਣ ਵੀ ਹੋਏ ਨੇ। ਜਿੰਨੇ ਜੁੜੇ ਨੇ ਸਾਰੇ ਸਤਿਕਾਰਯੋਗ ਨੇ, ਪਰ ਜਿਹੜੇ ਮਾੜੇ ਮੋਟੇ ਰਹਿ ਗਏ ਆਪਾਂ ਉਹ ਵੀ ਆਪਣੇ ਨਾਲ ਜੋੜਦੇ ਨੇ। ਇੱਕ ਮੰਚ ਤੇ ਆਉਣਾ, ਇੱਕ ਝੰਡੇ ਤੇ ਆਉਣਾ। ਸੋ ਇੰਨੀ ਕੁ ਮੈਂ ਮੇਰੇ ਪਹਿਲਾਂ ਗੱਲ ਦਿਮਾਗ 'ਚੋਂ ਨਿਕਲ ਗਈ ਸੀ, ਬਾਈ ਦੇ ਕਹੇ ਤੋਂ ਚੇਤੇ ਆ ਗਿਆ। ਤੁਸੀਂ ਸਾਰੇ ਭਰਾ ਹੋ, ਤੁਸੀਂ ਆਪਣਾਪਣ ਮੈਨੂੰ ਇੱਕ ਫੀਲ ਹੁੰਦਾ ਜਦੋਂ ਮੈਂ ਸਾਰੇ ਪੰਜਾਬ 'ਚ ਕਿਤੇ ਜਾਂਦਾ। ਕੋਈ ਨਹੀਂ ਥੋੜ੍ਹਾ ਜਿਹਾ ਮੈਕ ਵਾਲਾ ਵੀਰ ਖਰਾਬੀ ਕਰਦਾ ਥੋੜ੍ਹੀ। ਸੋ ਇੰਨੀ ਹੀ ਹਾਜ਼ਰੀ ਮੇਰੇ ਵੱਲੋਂ ਪ੍ਰਵਾਨ ਕਰਿਓ। ਭੁੱਲ ਚੁੱਕ ਗਲਤੀ ਦੀ ਮਾਫੀ ਚਾਹੁੰਦਾ ਜੀ। ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਲਾ ਦੇ ਯਾਰ, ਕਿਤੇ ਨਹੀਂ ਕਰੋਨਾ ਹੁੰਦਾ, ਮੈਨੂੰ ਸੁਣਦੀ ਨਹੀਂ ਆਵਾਜ਼ ਤੇਰੀ। ਅੱਜ ਦੇ ਬਾਰੇ ਮੈਂ ਹਾਂਜੀ ਅੱਜ ਜਿਹੜਾ ਪਹੁੰਚੀ ਜਸਪਤ ਕਿੰਨਾ ਕੁ ਹੁੰਗਾਰਾ ਮਿਲ ਰਿਹਾ ਵਾ ਕਿਸਾਨ ਜਥੇਬੰਦੀਆਂ ਵੱਲੋਂ? ਬਿਲਕੁਲ ਪੂਰਾ ਹੰਗਾਰਾ ਮਿਲ ਰਿਹਾ ਜੀ। ਅੱਜ ਦਾ ਨਹੀਂ, ਇਹ ਤਾਂ ਜੂਨ ਦੇ ਜੱਦੇ ਸਾਡੇ ਧਰਨੇ ਸਟਾਰਟ ਹੋਏ ਨੇ, ਜੱਦੀ ਇਹ ਲਹਿਰ ਸ਼ੁਰੂ ਹੋਈ ਆ। ਸਾਨੂੰ ਨੌਜਵਾਨੀ ਦਾ ਬਹੁਤ ਵੱਡੇ ਪੱਧਰ 'ਤੇ ਹੁੰਗਾਰਾ ਵੀ ਮਿਲ ਰਿਹਾ, ਪਰ ਕਿਤੇ ਨਾ ਕਿਤੇ ਹੁਣ ਥੋੜ੍ਹਾ ਜਿਹਾ ਇਹ ਦੇਖਣ ਨੂੰ ਮਿਲ ਰਿਹਾ ਇੱਥੇ ਆਮ ਜਦੋਂ ਅਸੀਂ ਆਉਂਦੇ ਆ ਕਿ ਨੌਜਵਾਨ ਸਿਰਫ ਓਨੇ ਕੇ ਟਾਈਮ ਵਾਸਤੇ ਆਉਂਦਾ ਜਦੋਂ ਕਲਾਕਾਰ ਆਉਂਦੇ ਆ, ਅਤੇ ਉਸ ਤੋਂ ਬਾਅਦ 'ਚ ਉਹ ਫੋਟੋਆਂ ਕਰਾ ਕੇ ਆ ਹੁਣ ਤੁਹਾਡੇ ਸਾਹਮਣੇ ਤੁਸੀਂ ਲਾਈਵ ਹੀ ਰੱਖਿਓ, ਤੁਸੀਂ ਦੇਖ ਲਿਓ, ਫੋਟੋਆਂ ਕਰਾਉਣਗੇ, ਉਸ ਤੋਂ ਬਾਅਦ 'ਚ ਜਾ ਵੜਨਗੇ। ਇਹ ਹੈਗਾ ਦੁੱਖ ਦੀ ਗੱਲ। ਇਹ ਸਾਰੇ ਭਰਾ ਖੜੇ ਨੇ, ਇਹ ਸਾਡੇ ਮੇਰੇ ਕੋਈ ਛੋਟੇ ਨੇ ਕੋਈ ਮੇਰੇ ਤੋਂ ਵੱਡੇ ਨੇ, ਮੇਰਾ ਇਹਨਾਂ 'ਤੇ ਹੱਕ ਆ। ਮੈਂ ਇਹਨਾਂ ਨੂੰ ਹੱਕ ਨਾਲ ਇਹ ਗੱਲ ਕਹਿਣਾ ਚਾਹੁੰਦਾ ਵੀ ਬਈ ਤੁਸੀਂ ਇੱਥੇ ਡਿਊਟੀਆਂ ਦਿਓ ਆਪਦੀਆਂ 4-4 ਘੰਟੇ 5-5 ਘੰਟੇ ਇੱਥੇ ਲਾ ਕੇ ਜਾਓ, ਤਾਂ ਜੋ ਸਾਡੇ ਬਜ਼ੁਰਗ ਜਿਹੜੇ ਦਿਨ ਪਰ ਰਾਤ ਇੱਥੇ ਬੈਠੇ ਨੇ ਉਹ ਵੀ ਆਪਣੇ ਨੇ। ਇਹ ਜ਼ਮੀਨਾਂ ਉਹਨਾਂ ਨੇ ਤੁਹਾਨੂੰ ਹੀ ਦੇ ਕੇ ਜਾਣੀਆਂ ਨੇ, ਲੜਾਈ ਇਹ ਤੁਹਾਡਿਆਂ ਖੇਤਾਂ ਦੀ ਆ। ਸੋ ਆਪਾਂ ਨੂੰ ਆਪਣੀਆਂ ਖੇਤਾਂ ਤੋਂ ਆਪਣੀਆਂ ਜ਼ਮੀਨਾਂ ਤੋਂ ਉੱਤੇ ਕੁਛ ਨਹੀਂ। ਮੈਂ ਉੱਥੇ ਵੀ ਮੰਚ ਤੋਂ ਵੀ ਇਹ ਗੱਲ ਕਹੀ ਆ। ਸੋ ਆਪ ਦਾ ਫਰਜ਼ ਸਮਝਦੇ ਹੋਏ ਇੱਥੇ ਇਹ ਵੀਰ ਵੱਡੀ ਗਿਣਤੀ 'ਚ ਆਉਂਦੇ ਵੀ ਨੇ ਤੇ ਆਉਣਗੇ ਵੀ ਆਉਣ ਵਾਲੇ ਦਿਨਾਂ 'ਚ। ਬਾਜਵਾ ਸਾਹਿਬ, ਤੁਸੀਂ ਇੱਕ ਗੱਲ ਕੀਤੀ ਸੀ ਵੀ ਜਿਹੜੇ ਅਕਾਲੀ ਵੀ ਤੁਹਾਨੂੰ ਫੋਨ ਕਰਦੇ ਨੇ, ਕਾਂਗਰਸ ਵਾਲੇ ਵੀ ਫੋਨ ਕਰਦੇ ਨੇ ਵੀ ਕਿਵੇਂ ਧਰਨੇ ਚੱਲਦੇ ਹੈਗੇ, ਵੀ ਅੱਜ ਉਹ ਇਹਨਾਂ ਧਰਨਿਆਂ ਦੇ ਵਿੱਚ ਆ ਕੇ ਬੈਠਣ ਦੇ ਲਈ ਤਿਆਰ ਨੇ। ਵੀ ਕੀ ਉਹਨਾਂ ਦੀਆਂ ਵੀ ਸਰਕਾਰਾਂ ਰਹੀਆਂ ਸੀਗੀਆਂ, ਅਕਾਲੀਆਂ ਦੀ ਵੀ ਰਹੀ ਆ, ਕਾਂਗਰਸ ਦੀ ਵੀ ਰਹੀ ਆ, ਉਹਨਾਂ ਦੇ ਟਾਈਮ ਦੇ ਵਿੱਚ ਵੀ ਉਹੀ ਕਿਸਾਨ ਸੀਗੇ ਜਿਹੜੇ ਖੁਦਕੁਸ਼ੀਆਂ ਕਰਦੇ ਰਹੇ ਆ। ਉਹਨਾਂ ਦੇ ਟਾਈਮ ਦੇ ਵਿੱਚ ਵੀ ਜਵਾਨੀ ਜਿਹੜੀ ਕੁਰਾਹੇ ਪੈਂਦੀ ਰਹੀ ਹੈਗੀ ਆ। ਕਿ ਅੱਜ ਦੀ ਡੇਟ ਦੇ ਵਿੱਚ ਉਹ ਵਾਕਈ ਹੀ ਕਿਸਾਨੀ ਦੇ ਨਾਲ ਖੜ ਪਾਉਣਗੇ? ਬਾਈ ਜੀ ਦੇਖੋ, ਅਸੀਂ ਤਾਂ ਬੇਨਤੀ ਕਰ ਸਕਦੇ ਹਾਂ, ਠੀਕ ਆ। ਮੈਂ ਤੁਹਾਡਾ ਇਹ ਸਵਾਲ ਸਮਝਦਾ, ਬਿਲਕੁਲ ਇਹ ਤੁਹਾਡੀ ਗੱਲ ਜਾਇਜ਼ ਆ। ਸਰਕਾਰਾਂ ਦੇ ਹੱਥ 'ਚ ਬਹੁਤ ਕੁਝ ਹੁੰਦਾ। ਜਿਹੜੀ ਇਹ ਲੜਾਈ ਅਸੀਂ ਲੜ ਰਹੇ ਹਾਂ, ਬੇਸਿਕਲੀ ਤਾਂ ਇਹ ਲੜਾਈ ਸਰਕਾਰਾਂ ਦੀ ਸੀ, ਸਾਡੀ ਨਹੀਂ ਸੀ। ਜੇ ਸਰਕਾਰਾਂ ਸਾਡੇ ਪੱਖ 'ਚ ਹੁੰਦੀਆਂ ਤਾਂ ਮੈਂ ਪਹਿਲਾਂ ਕਹਿ ਕੇ ਹਟਿਆ ਵੀ 137-38 ਬੰਦੇ ਨੇ, ਉਹ ਜਾ ਕੇ ਵਿਧਾਨ ਸਭਾ ਮੂਹਰੇ ਬਹਿ ਜਾਂਦੇ ਤੇ ਉਹਨਾਂ ਨੂੰ ਉੱਥੇ ਕਹਿੰਦੇ ਵੀ ਅੱਜ ਤਾਂ ਅਸੀਂ ਬੈਠੇ ਹਾਂ, ਕੱਲ੍ਹ ਨੂੰ ਸਾਡੇ ਨਾਲ ਸਾਰਾ ਪੰਜਾਬ ਆਊਗਾ ਜੇ ਤੁਸੀਂ ਨਾ ਮੰਗਾ ਮੰਨੇ। ਤਾਂ ਮੈਨੂੰ ਲੱਗਦਾ ਵੀ ਇਹ 1.5-2 ਮਹੀਨੇ ਦਾ ਟਾਈਮ ਜਿਹੜਾ ਹੋਇਆ ਪਹਿਲਾਂ ਹੱਲ ਹੋ ਜਾਂਦਾ। ਹੁਣ ਇਹ ਰਾਜਨੀਤੀ ਕਹਿ ਸਕਦੇ ਹੋ ਤੁਸੀਂ ਇੱਥੇ, ਜੇ ਉਹ ਆ ਕੇ ਅੱਜ ਆਪਦਾ ਪੱਖ ਕਲੀਅਰ ਕਰ ਗਏ ਤਾਂ ਫਿਰ ਰਾਜਨੀਤੀ ਹੋਊਗੀ ਕਿਵੇਂ? ਪਰ ਅੱਜ ਜਿਹੜਾ ਇਹ ਮੁੱਦਾ ਬੜਾ ਸੈਂਸਿਟਿਵ ਹੈ ਸਾਡਿਆਂ ਖੇਤਾਂ ਦਾ। ਅਸੀਂ ਇਮੋਸ਼ਨਲੀ ਵੀ ਜੁੜੇ ਹਾਂ ਤੇ ਰੁਜ਼ਗਾਰ ਦੇ ਤੌਰ ਤੇ ਵੀ ਜੁੜੇ ਹਾਂ। ਠੀਕ ਹੈ, ਰਾਜਨੀਤੀ ਵੀ ਕਰ ਲੈਣ, ਸਿਸਟਮ ਵੀ ਚੱਲਦਾ ਰਹਿੰਦਾ। ਸਿਸਟਮ 'ਚ ਵੀ ਕਮੀ ਦੂਜੇ ਨੰਬਰ 'ਤੇ ਆ। ਮੈਂ ਇੱਥੇ ਵੀ ਇਹ ਗੱਲ ਕਹੀ ਆ, ਪਹਿਲੀ ਕਮੀ ਸਾਡੇ 'ਚ ਹੈ। ਜੇ ਅਸੀਂ ਸੱਤਾ ਉਹਨਾਂ ਨੂੰ ਦਿੱਤੀ ਆ ਤਾਂ ਵੋਟਾਂ ਪਾਈਆਂ ਨੇ ਤਾਂ ਹੀ ਉਹ ਬਣੇ ਨੇ। ਜੇ ਅਸੀਂ ਚੰਗੇ ਆਗੂ ਜਿਤਾ ਕੇ ਭੇਜੇ ਹੁੰਦੇ ਤਾਂ ਅੱਜ ਇਹ ਦੁਖਾਂਤ ਨਾ ਹੁੰਦਾ ਪੰਜਾਬ 'ਚ। ਪਰ ਚਲੋ ਜੋ ਹੋ ਗਿਆ, ਪੰਜਾਬੀ ਦਿਲਦਾਰ ਨੇ, ਭੁੱਲ ਜਾਂਦੇ ਨੇ ਜੋ ਅੱਗੇ ਪਿੱਛੇ ਉਹਨਾਂ ਨੇ ਕੀਤਾ, ਉਹ ਮਾਫੀ ਹੈ। ਪਰ ਅੱਜ ਆਪਦੀਆਂ ਪਾਰਟੀਆਂ ਦੇ ਝੰਡੇ ਛੱਡ ਕੇ ਸਾਡੇ ਨਾਲ ਜਥੇਬੰਦੀ ਦੇ ਝੰਡੇ ਦੇ ਹੇਠ ਆ ਜਾਣ ਤੇ ਅਸੀਂ ਇੱਕ ਵੱਡਾ ਵਿਸ਼ਾਲ ਇਕੱਠ 20-30 ਲੱਖ ਬੰਦਾ ਪੰਜਾਬ 'ਚ ਇੱਕ ਥਾਵੇਂ ਲਾਮਬੰਦ ਕਰਕੇ ਦਿੱਲੀ ਨੂੰ ਬੁਲਾ ਕੇ ਮਸਲੇ ਦਾ ਹੱਲ ਕਰਾ ਸਕੀਏ। ਇੱਕ ਤੁਸੀਂ ਕਿਹਾ ਲੋਕਲ ਨੁਮਾਇੰਦੇ ਜਿਹੜੇ ਚੁਣੇ ਗਏ ਨੇ ਉਹਨਾਂ ਦਾ ਘਰਾਓ ਕਰੋ, ਹੋ ਸਕਦਾ ਜੀ ਇਹ? ਲੋਕਲ ਕਿਵੇਂ ਲੋਕਲ ਨੁਮਾਇੰਦੇ ਜਿਹੜੇ ਐਮਐਲਏ ਨੇ ਵਗੈਰਾ, ਹਾਂਜੀ, ਉਹਨਾਂ ਦਾ ਘਰਾਓ? ਤੁਸੀਂ ਮੇਰੀ ਗੱਲ, ਮੈਨੂੰ ਲੱਗਦਾ ਸੁਣਨ 'ਚ ਭੁਲੇਖਾ ਪੈ ਗਿਆ। ਮੈਂ ਇਹ ਨਹੀਂ ਕਿਹਾ ਲੋਕਲ ਐਮਐਲਏ ਦਾ ਘਰਾਓ ਕਰੋ। ਮੈਂ ਤੁਹਾਨੂੰ ਇਹ ਗੱਲ ਕਹੀ ਹੈ ਵੀ ਜਦੋਂ ਇੱਕ ਅਸੀਂ ਪਾਰਟੀ ਚੁਣਦੇ ਹਾਂ, ਸਪੋਜ਼ ਕਰੋ ਵੀ ਕੋਈ ਸੱਤਾ 'ਚ ਸਰਕਾਰ ਆ, ਉਹ ਅਸੀਂ ਚੁਣ ਲਈ, ਜਦੋਂ ਉਹ ਸਾਡੇ ਕੰਮ ਨਹੀਂ ਕਰਦੀ ਅਸੀਂ ਫਿਰ ਪਿੱਟਦੇ ਹਾਂ ਵੀ ਸਰਕਾਰਾਂ ਸਾਨੂੰ ਲੁੱਟ ਕੇ ਖਾ ਗਈਆਂ, ਸਰਕਾਰਾਂ ਨੇ ਸਾਨੂੰ ਛੱਡਿਆ ਕਾਸੇ ਜੋਗਾ ਨਹੀਂ। ਮੇਰੇ ਕਹਿਣ ਦਾ ਭਾਵ ਇਹ ਸੀ ਵੀ ਸਰਕਾਰਾਂ ਚੁਣੀਆਂ ਆਪਾਂ ਨੇ, ਸਾਨੂੰ ਸਾਡੇ ਅਧਿਕਾਰਾਂ ਦਾ ਪਤਾ ਹੋਣਾ ਚਾਹੀਦਾ। ਜੇ ਕੋਈ ਲੋਕਲ ਸੜਕ ਹੈ ਤਾਂ ਐਮਐਲਏ ਦੇ ਘਰ ਮੂਹਰੇ ਜਾ ਕੇ ਧਰਨਾ ਲਾਉਣਾ ਚਾਹੀਦਾ ਵੀ ਭਾਈ ਆ ਸੜਕ ਬਣਾ। 2 ਵਾਰੀ ਲਾਵਾਂਗੇ, 3 ਵਾਰੀ ਲਾਵਾਂਗੇ, ਚੌਥੀ ਵਾਰੀ ਉਹ ਕੰਮ ਆਪਣੇ ਆਪ ਕਰੂਗਾ। ਸਾਨੂੰ ਜਾਗਣ ਦੀ ਲੋੜ ਹੈ, ਅਵੇਅਰਨੈਸ ਦੀ ਲੋੜ ਹੈ। ਇਸ ਮੁੱਦੇ ਤੇ ਨਹੀਂ ਮੈਂ ਕਹਿੰਦਾ ਵੀ ਐਮਐਲਏ ਦਾ ਜਾ ਕੇ ਘਰ ਘੇਰ ਲਓ। ਖੇਤੀ ਵਾਲੇ ਮੁੱਦੇ ਤੇ ਆਪਣੇ ਜਿਹੜੇ ਸਾਡੇ ਮੌਲਿਕ ਅਧਿਕਾਰ ਨੇ, ਜਿਹੜੇ ਸਾਡੇ ਬੇਸਿਕ ਹੱਕ ਨੇ, ਉਹਨਾਂ ਦੇ ਉੱਤੇ ਮੈਂ ਕਹਿੰਦਾ ਵੀ ਜਦੋਂ ਆਪਾਂ ਜਿਤਾ ਕੇ ਭੇਜਦੇ ਹਾਂ ਆਪਾਂ ਉਹਨੂੰ ਸਵਾਲ ਕਰਨਾ ਸ਼ੁਰੂ ਕਰੀਏ ਵੀ ਭਾਈ
ਤੇਰੇ ਆਹ ਹਲਕਾ ਆਉਂਦਾ, ਤੇਰੇ ਹਲਕੇ 'ਚ ਇੰਨੇ ਪਿੰਡ ਆਉਂਦੇ ਨੇ, ਇੰਨੇ ਤੇਰੇ ਕੰਮ ਨੇ, ਇਹ ਕਦੋਂ ਤੱਕ ਕਰਕੇ ਦੇਂਗਾ। ਇਸ ਮੁੱਦੇ ਤੇ ਮੈਂ ਕਿਹਾ ਸੀਗਾ ਵੀ ਆਪਦੇ ਹੱਕ ਲੈਣ, ਉੱਥੇ ਵੀ ਧਰਨੇ ਲਾਓ ਜਾ ਕੇ। ਸਰ ਪੰਜਾਬੀ ਕਲਾਕਾਰਾਂ ਨੇ ਇਸ ਲਹਿਰ 'ਚ ਬਹੁਤ ਯੋਗਦਾਨ ਪਾਇਆ। ਕੱਲ ਦਾ ਇੱਕ ਵਿਵਾਦ ਸਾਹਮਣੇ ਆਇਆ ਤੇ ਇੱਕ ਬਿਆਨ ਸਾਹਮਣੇ ਆ ਰਿਹਾ ਕਿ ਪੰਜਾਬੀ ਸਿੰਗਰ ਜਿਹੜੇ ਆਪਣੇ ਬਾਕੀ ਗਾਣੇ ਨੇ ਉਹ ਹਜੇ ਨਾ ਕੱਢਣ, ਸਿਰਫ ਕਿਸਾਨੀ ਦੇ ਗਾਣੇ ਕੱਢਣ। ਇਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ? ਨਹੀਂ ਬਾਈ ਜੀ ਦੇਖੋ, ਇੱਕ ਫਸਲਾਂ ਨੇ ਖੇਤਾਂ 'ਚ ਖੜੀਆਂ ਨੇ, ਉਵੇਂ ਉਹ ਇੱਕ ਸਾਡਾ ਕਿੱਤਾ ਹੈ, ਰੁਜ਼ਗਾਰ ਆ। ਚਲੋ ਅਸੀਂ ਨਹੀਂ ਵੀ ਕੱਢਾਂਗੇ, ਉਹਦੇ ਨਾਲ ਫਰਕ ਦੱਸੋ ਕੀ ਪੈ ਜਾਊਗਾ। ਗੱਲ ਇਹ ਨਹੀਂ ਵੀ ਅਸੀਂ ਗਾਣੇ ਨਾ ਕੱਢੀਏ ਉਹਦੇ ਨਾਲ ਫਰਕ ਪੈ ਜਾਊਗਾ। ਗੱਲ ਇਹ ਹੈ ਵੀ ਅਸੀਂ ਅੱਜ ਜਿਹੜੇ ਗਾਣੇ ਚਾਹੀਦੇ ਨੇ ਯੂਥ ਨੂੰ, ਅੱਜ ਸਾਨੂੰ ਖੇਤਾਂ ਵਾਲੇ ਗਾਣੇ ਚਾਹੀਦੇ ਨੇ, ਸਾਨੂੰ ਇਨਕਲਾਬੀ ਗਾਣੇ ਚਾਹੀਦੇ ਨੇ, ਅਸੀਂ ਉਹ ਕੱਢ ਰਹੇ ਹਾਂ ਨਾਲ ਦੀ ਨਾਲ। ਉਹ ਸਾਡਾ ਇੱਕ ਕਿੱਤਾ ਹੈ। ਜਿਵੇਂ ਹੁਣ ਅਸੀਂ ਇੱਥੇ ਵੀ ਇਹ ਗੱਲ ਕਹਿੰਦੇ ਆ ਵੀ ਤੁਸੀਂ ਆਪਦੀਆਂ ਭਾਈ ਫਸਲਾਂ ਵੀ ਸੰਭੋ, ਉਹ ਸਾਡੀਆਂ ਫਸਲਾਂ ਨੇ। ਐਂਟਰਟੇਨਮੈਂਟ ਕਰਨਾ ਕਲਾਕਾਰ ਦਾ ਇੱਕ ਫਰਜ਼ ਹੁੰਦਾ, ਪਰ ਪਹਿਲਾ ਫਰਜ਼ ਹੈ ਸਾਡਿਆਂ ਲੋਕਾਂ 'ਚ ਆ ਕੇ ਖੜਨਾ ਜਿਨ੍ਹਾਂ ਨੇ ਸਾਨੂੰ ਬਣਾਇਆ। ਅਸੀਂ ਉਹਨਾਂ ਨਾਲ ਆ ਕੇ ਖੜੇ ਹਾਂ। ਪਹਿਲਾ ਧਰਮ ਕਿਸਾਨੀ ਹੈ, ਕਿਸਾਨੀ ਨਾਲ ਖੜੇ ਹਾਂ। ਜਦੋਂ ਤੱਕ ਇਹ ਲਹਿਰ ਚੱਲੂ ਉਦੋਂ ਤੱਕ ਜਾਵਾਂਗੇ। ਪਰ ਜੇ ਕੋਈ ਬੰਦਾ ਇਹ ਕਹੂਗਾ ਵੀ ਆਪਦਾ ਕੰਮਕਾਰ ਹੀ ਛੱਡ ਦਿਓ, ਉਹ ਸਾਡਾ ਕਿੱਤਾ, ਉਹ ਉੱਥੋਂ ਸਾਡਾ ਘਰ ਚੱਲਦਾ। ਉਹ ਤਾਂ ਕਰਕੇ ਸਾਡਾ ਜ਼ਰੂਰੀ ਹੈ ਆਉਣ ਵਾਲੇ ਦਿਨਾਂ 'ਚ। ਇਹ ਤਾਂ ਹੈ ਨਹੀਂ ਵੀ ਜਦੋਂ ਤੱਕ ਲਹਿਰ ਚੱਲਦੀ ਹੈ ਵੀ ਪੰਜਾਬ 'ਚ ਵਿਆਹ ਹੀ ਨਹੀਂ ਹੋਣਗੇ, ਪੰਜਾਬ 'ਚ ਕੋਈ ਕੰਮ ਹੀ ਨਹੀਂ ਹੋਊਗਾ, ਰੋਟੀ ਪਾਣੀ ਛੱਡ ਦਾਂਗੇ। ਜਾਂ ਤਾਂ ਇਹ ਹੋ ਜਵੇ ਵੀ ਜਦੋਂ ਤੱਕ ਲਹਿਰ ਚੱਲਦੀ ਹੈ ਵੀ ਅਸੀਂ ਇਹ ਕਹਿ ਦਈਏ ਵੀ ਪੰਜਾਬ ਫਸਲਾਂ ਹੀ ਨਹੀਂ ਬੀਜੂਗਾ, ਨਾ ਕਣਕ ਬੀਜੂਗਾ, ਨਾ ਝੋਨਾ ਵੱਢੂਗਾ, ਫਿਰ ਤਾਂ ਅਸੀਂ ਵੀ ਛੱਡ ਦਾਂਗੇ, ਫਿਰ ਤਾਂ ਸਾਰੇ ਅਸੀਂ ਨਾਲ ਆ। ਪਰ ਹੁਣ ਜਿਹੜਾ ਸਾਡਾ ਕਿੱਤਾ ਹੈ ਅਸੀਂ ਉਹ ਤਾਂ ਕਰਾਂਗੇ ਹੀ ਨਾ। ਅਸੀਂ ਐਂਟਰਟੇਨਮੈਂਟ ਕਰਨਾ ਸਾਡਾ ਫਰਜ਼ ਹੈ। ਹਾਂ ਅਸੀਂ ਉਹ ਕਰਦੇ ਹਾਂ, ਪਰ ਗਲਤ ਅਸੀਂ ਉੱਥੇ ਸਾਬਤ ਹੁੰਦੇ ਹਾਂ ਜੇ ਅਸੀਂ ਅੱਜ ਇਸ ਲਹਿਰ ਦੇ ਨਾਲ ਨਾ ਜੁੜੀਏ ਤੇ ਨਾ ਇਹਦੇ ਤੇ ਗਾਣੇ ਕੱਢੀਏ। ਅਸੀਂ ਲਹਿਰ ਦੇ ਨਾਲ ਪਹਿਲਾਂ ਜੁੜੇ ਹਾਂ, ਮੋਟੀਵੇਸ਼ਨਲ ਇਨਕਲਾਬੀ ਗਾਣੇ ਪਹਿਲਾਂ ਕੱਢ ਰਹੇ ਹਾਂ। ਉਹ ਸਾਡਾ ਕੰਮ ਹੈ, ਕਿੱਤਾ ਹੈ। ਉਹ ਕਲਾਕਾਰਾਂ ਨੂੰ ਤੁਸੀਂ ਗਲਤ ਨਾ ਕਹੋ ਵੀ ਉਹ ਗਲਤ ਹੋ ਗਏ, ਲਹਿਰ ਨਾਲ ਨਹੀਂ ਜੁੜੇ। ਮੈਂ ਇੰਨਾ ਭਰੋਸਾ ਦਿਵਾ ਦਿੰਦਾ ਕਿ ਕਲਾਕਾਰ ਖਾੜੇ ਲਾ ਕੇ ਆ ਕੇ ਤੁਹਾਡੀ ਲਹਿਰ 'ਚ ਬਹਿਣਗੇ। ਕੱਲ ਨੂੰ ਸੈਸ਼ਨ ਸੱਦਣ ਜਾ ਰਹੇ ਨੇ ਤੇ ਪੰਜਾਬ ਸਰਕਾਰ ਤੋਂ ਕਿੰਨੀਆਂ ਕੁ ਉਮੀਦਾਂ ਨੇ ਕਿ ਬਿੱਲ ਆਪਣੇ ਪੱਖ 'ਚ ਹੋਏਗਾ? ਇੱਕ ਪੰਜਾਬੀ ਹੋਣ ਦੇ ਨਾਤੇ ਤਾਂ ਇੱਕ ਸੂਬੇ ਦੀ ਸਰਕਾਰ ਜਿਹੜੀ ਅਸੀਂ ਚੁਣੀ ਹੈ ਉਹਦੇ ਨਾਤੇ ਤਾਂ ਬਹੁਤ ਉਮੀਦਾਂ ਨੇ ਕਿ ਉਹ ਸਾਡੇ ਪੱਖ 'ਚ ਆਊਗੀ। ਮੈਂ ਬੇਨਤੀ ਵੀ ਕਰਦਾ ਕਿ ਅੱਜ ਉਹਨਾਂ ਨੂੰ ਅੱਜ ਲੋੜ ਹੈ ਸਾਨੂੰ ਕਿ ਸਾਨੂੰ ਇਹ ਭਰੋਸਾ ਹੋ ਜਾਊਗਾ ਵੀ ਸਰਕਾਰ ਸਾਡੀ ਆਪਣੀ ਹੈ, ਇਹਨੇ ਸਾਡੇ ਹੱਕ ਦੀ ਗੱਲ ਕੀਤੀ। ਮੈਨੂੰ ਆਸ ਹੈ ਕਿ ਜਿੰਨੀ ਵੀ ਕਾਂਗਰਸ ਦੀ ਲੀਡਰਸ਼ਿਪ ਹੈ ਉਹ ਸਾਡੇ ਹੱਕ 'ਚ ਇਹ ਬਿੱਲਾਂ ਦਾ ਬਾਈਕਾਟ ਕਰਕੇ ਕੇਂਦਰ ਨੂੰ ਭੇਜੂਗੀ ਤੇ ਪੰਜਾਬ ਦੇ ਜਿਹੜੇ ਹੋਰ ਸੂਬੇ ਦੇ ਅਧਿਕਾਰ ਨੇ, ਜਿਹੜੀ ਉਹਨਾਂ ਦੀ ਇਹ ਲੜਾਈ ਆ, ਉਹ ਸਾਡਾ ਸਮਰਥਨ ਜ਼ਰੂਰ ਕਰਨਗੇ। ਤੇ ਸਰ ਤੁਸੀਂ ਮਾਈਕ ਦੀ ਗੱਲ ਕੀਤੀ ਹੈ ਅੱਜ ਵੀ ਕਲਾਕਾਰਾਂ ਨੂੰ ਮਾਈਕ ਮਤਲਬ ਇਦਾਂ ਯੂਥ ਇਕੱਠਾ ਹੁੰਦਾ। ਪਿਛਲੇ ਦਿਨੀ ਇੱਕ ਵਿਵਾਦ ਇਕੱਠਾ ਹੋਇਆ, ਇੱਕ ਪੰਜਾਬੀ ਕਲਾਕਾਰ ਕਿਸੇ ਧਰਨੇ 'ਚ ਗਿਆ ਤੇ ਉੱਥੇ ਮਾਈਕ ਨਹੀਂ ਮਿਲਿਆ। ਉਹਦੇ ਕਰਕੇ ਇੱਕ ਕਿਸਾਨ ਯੂਨੀਅਨ ਦੇ ਪ੍ਰਧਾਨ ਵੱਲੋਂ ਇਸ ਵਿਵਾਦ ਨੂੰ ਖੜਾ ਕੀਤਾ ਗਿਆ। ਕੀ ਤੁਸੀਂ ਸਮਝਦੇ ਹੋ ਇਸ ਜੀ ਲਹਿਰ ਦੇ ਵਿੱਚ ਇਸ ਤਰ੍ਹਾਂ ਦੇ ਵਿਵਾਦ ਖੜੇ ਕਰਨੇ ਚੰਗੇ ਨੇ? ਇਹ ਮੈਨੂੰ ਤਾਂ ਲੱਗਦਾ ਵੀਰੇ ਇਹ ਕੋਈ ਗੱਲ ਹੀ, ਇਹ ਤਾਂ ਬੜੀ ਹਲਕੀ ਹੈ, ਛੋਟੀ ਹੈ ਗੱਲ, ਕੋਈ ਨਹੀਂ। ਸਮ ਟਾਈਮ ਹੋ ਜਾਂਦਾ। ਹੁਣ ਮੈਂ ਬਹੁਤ ਧਰਨਿਆਂ 'ਤੇ ਗਿਆ, ਮੈਨੂੰ ਮਾਈਕ ਨਹੀਂ ਮਿਲਿਆ, ਕਿੱਡੀ ਵੱਡੀ ਗੱਲ ਹੈ, ਕੋਈ ਪ੍ਰੋਬਲਮ ਵਾਲੀ ਗੱਲ ਨਹੀਂ। ਪਰ ਗੱਲ ਇਹ ਹੈ ਵੀ ਠੀਕ ਹੈ, ਕਲਾਕਾਰ ਇੱਕ ਉਹ ਫੇਸ ਹੁੰਦਾ ਜਿਹਨੂੰ ਨੌਜਵਾਨ ਬਹੁਤ ਵੱਡੇ ਪੱਧਰ 'ਤੇ ਜਿਹਦੀ ਗੱਲ ਸੁਣਦੇ ਆ। ਜੇ ਉੱਥੇ 5 ਮਿੰਟ ਲਾ ਵੀ ਲੈਂਦਾ ਤਾਂ ਮੈਨੂੰ ਲੱਗਦਾ ਉਹ ਆਇਆ ਜਿਹੜਾ ਬੰਦਾ ਘਰੋਂ ਹੀ ਚੱਲ ਪਿਆ, ਉਹ ਸਾਡੇ ਸੰਘਰਸ਼ ਦਾ ਹਿੱਸਾ ਹੈ। ਸੋ ਸਾਨੂੰ ਵੀ ਇਹ ਚਾਹੀਦਾ, ਸਾਡੇ ਬਜ਼ੁਰਗਾਂ ਨੂੰ ਵੀ ਇਹ ਚਾਹੀਦਾ ਵੀ ਅਸੀਂ ਇੱਕ ਤਾਲਮੇਲ ਬਣਾਈਏ। ਜਿੱਥੇ ਨੌਜਵਾਨ ਆਉਂਦੇ ਨੇ, ਸਾਡੇ ਪਿੱਛੇ ਨੌਜਵਾਨ ਆਉਂਦੇ ਨੇ, ਜਿੱਥੇ ਸਾਡੇ ਬਜ਼ੁਰਗ ਨੇ, ਅਸੀਂ ਉਹਨਾਂ ਤੋਂ ਸਲਾਹਾਂ ਲੈ ਕੇ ਚੱਲਣੀਆਂ ਨੇ। ਅਸੀਂ ਰਲ ਮਿਲ ਕੇ ਚੱਲੀਏ। ਅਸੀਂ ਇਹਨਾਂ ਚੱਕਰਾਂ 'ਚ ਨਾ ਪਈਏ ਵੀ ਅੱਜ ਇੱਥੇ ਆ ਗਿਆ ਅਸੀਂ ਇਹਨੂੰ ਬੋਲਣ ਨਹੀਂ ਦੇਣਾ, ਅਸੀਂ ਐ ਨਹੀਂ ਕਰਨ ਦੇਣਾ। ਇਹ ਚੀਜ਼ ਮੈਨੂੰ ਲੱਗਦਾ ਵੀ ਥੋੜ੍ਹਾ ਜਿਹਾ ਕਿਤੇ ਨਾ ਕਿਤੇ ਜ਼ਰੂਰ ਸਮਾਜ 'ਚ ਗਲਤ ਅਸਰ ਜਾਂਦਾ। ਜੇ ਕੋਈ ਬੰਦਾ ਘਰੋਂ ਚੱਲ ਕੇ ਆਉਂਦਾ ਆਪਦੇ, ਇਹ ਨਹੀਂ ਵੀ ਉਹ ਬੋਲਣ ਲਈ ਆਉਂਦਾ। ਉਹ ਨਹੀਂ ਆਉਂਦਾ ਵੀ ਜੇ ਮੈਂ ਅੱਜ ਇੱਥੇ ਆਇਆ ਮੈਂ ਕੋਈ ਇੱਥੇ ਬੁਲਾਰਾ ਨਹੀਂ ਬਣ ਕੇ ਆਇਆ ਵੀ ਮੈਂ ਇੱਥੇ ਆਪਦਾ ਭਾਸ਼ਣ ਹੀ ਦੇਣਾ। ਨਹੀਂ, ਮੈਂ ਇਸ ਲਹਿਰ ਦਾ ਹਿੱਸਾ। ਮੇਰਾ ਕੰਮ ਹੈ ਨੌਜਵਾਨਾਂ ਨੂੰ ਮੋਟੀਵੇਟ ਕਰਨਾ। ਜੇ ਮੈਨੂੰ ਇਹ ਕਹਿੰਦੇ ਨੇ ਵੀ ਭਾਈ ਤੇਰੀ ਕਹੀ ਹੋਈ ਗੱਲ ਜ਼ਿਆਦਾ ਅਸਰ ਕਰਦੀ ਆ ਤਾਂ ਮੈਂ ਆਪਦਾ ਫਰਜ਼ ਨਿਭਾ ਰਿਹਾ। ਤਾਂ ਕਿਤੇ ਨਾ ਕਿਤੇ ਉਹ ਵੀਰ ਵੀ ਆਪਣਾ ਫਰਜ਼ ਨਿਭਾਉਂਦੇ ਹੋਏ ਉੱਥੇ ਗਏ ਆ। ਥੋੜ੍ਹਾ ਜਿਹਾ ਜਥੇਬੰਦੀ ਵਾਲਿਆਂ ਨੂੰ ਵੀ ਚਾਹੀਦਾ ਵੀ ਭਾਈ ਜਿਹੜਾ ਬੰਦਾ ਆਗੂ ਮੰਚ ਤੇ ਪਹੁੰਚਦਾ ਉਹਨੂੰ ਜ਼ਰੂਰ ਕਿਤੇ ਨਾ ਕਿਤੇ ਮੌਕਾ ਜ਼ਰੂਰ ਦਿਓ। ਉਹਨੇ ਉੱਥੇ ਆ ਕੇ ਐਂ ਤਾਂ ਹੈ ਨਹੀਂ ਵੀ ਆਪਣੇ ਗੀਤਾਂ ਦੀ ਪ੍ਰਮੋਸ਼ਨ ਕਰਨੀ ਹੈ। ਗੱਲ ਤਾਂ ਉਹਨੇ ਕਿਸਾਨੀ ਦੀ ਉਹ ਕਰਨੀ ਹੈ, ਗੱਲ ਤਾਂ ਉਹਨੇ ਖੇਤਾਂ ਦੀ ਕਰਨੀ ਹੈ। ਬਾਜਵਾ ਸਾਹਿਬ, ਇੱਕ 25 ਤਰੀਕ ਨੂੰ ਜਿਹੜਾ ਪਿੱਛੇ ਧਰਨਾ ਲੱਗਿਆ ਸੀਗਾ ਉਹਦੇ ਵਿੱਚ ਇਕੱਠ ਵਧੀਆ ਸੀਗਾ ਔਰ ਉਹਦੇ ਵਿੱਚ ਹਰ ਬੰਦਾ ਆਪਣੀ ਆਪਣੀ ਪਾਰਟੀ ਦਾ ਝੰਡਾ ਲੈ ਕੇ ਸ਼ਾਮਲ ਹੋਇਆ ਸੀਗਾ। ਤੇ ਉਹ ਜਿਹੜਾ ਝੰਡਾ ਆ ਉਹ ਟੁਕੜੀਆਂ ਦੇ ਵਿੱਚ ਦਿਸਦਾ ਆ ਵੀ ਉਹ ਪਤਾ ਲੱਗ ਜਾਂਦਾ ਝੰਡਿਆਂ ਤੋਂ ਵੀ ਆਓ ਪਾਰਟੀ ਦੇ, ਆਓ ਪਾਰਟੀ ਦੇ। ਕਿਉਂ ਨਾ ਵੀ ਇਹ ਇੱਕੋ ਝੰਡੇ ਥੱਲੇ ਤੇ ਇੱਕੋ ਨਾਅਰੇ ਦੇ ਥੱਲੇ ਜਦੋਂ ਹੋਵੇ ਤਾਂ ਟੁਕੜੀ ਦਾ ਪਤਾ ਹੀ ਨਾ ਲੱਗੇ, ਵੱਡਾ ਸੰਘਰਸ਼ ਲੱਗੇ। ਮੈਂ ਤਾਂ ਉਹੀ ਕਿਹਾ ਵੀ ਪਿਛਲੀ 25 ਤਾਂ ਲੰਘ ਗਈ, ਹੁਣ ਆਹ 25 ਆ ਗਈ। ਉਦੋਂ ਦਾ ਜਦੋਂ ਮੈਂ ਘਰੋਂ ਨਿਕਲਿਆ
ਉਦੋਂ ਤੱਕ ਅਸੀਂ ਜਥੇਬੰਦੀਆਂ ਨੂੰ ਸਮਰਥਨ ਨਹੀਂ ਦਿੱਤਾ। ਮੈਂ ਵੀ ਇਹ ਗੱਲ ਕਹੀ ਸੀ ਵੀ ਜਿੱਥੇ 4 ਬੰਦੇ ਹੋਣਗੇ ਮੈਂ ਉੱਥੇ ਵੀ ਜਾਊਂਗਾ, ਜਿੱਥੇ 1000 ਬੰਦੇ ਹੋਣਗੇ ਉੱਥੇ ਵੀ ਜਾਊਂਗਾ, ਜਿਹੜੀ ਮਰਜ਼ੀ ਪਾਰਟੀ ਦੇ ਹੋਣ। ਮੈਂ ਘਰੋਂ ਇਹ ਕਹਿ ਕੇ ਨਿਕਲਿਆ ਸੀ ਤੇ ਮੇਰੇ ਤੇ ਬੜੇ ਇਲਜ਼ਾਮ ਵੀ ਲੱਗੇ ਸੀ, ਤੂੰ ਫਲਾਣੀ ਪਾਰਟੀ ਦਾ ਬੰਦਾ ਹੈ, ਤੂੰ ਢਮਕਾਣੀ ਪਾਰਟੀ ਦਾ ਬੰਦਾ। ਉਦੋਂ ਤੱਕ ਸਾਡੀ ਜਥੇਬੰਦੀਆਂ ਨਾਲ ਤਾਲਮੇਲ ਨਹੀਂ ਹੋਇਆ ਸੀ। ਜਦੋਂ ਸਾਡਾ ਪ੍ਰੋਪਰ ਜਥੇਬੰਦੀਆਂ ਨਾਲ ਤਾਲਮੇਲ ਹੋ ਗਿਆ, ਅਸੀਂ ਸਮਰਥਨ ਉਹਨਾਂ ਨੂੰ ਦੇਤਾ। ਅਸੀਂ ਉਸ ਤੋਂ ਬਾਅਦ 'ਚ ਕਿਸੇ ਵੀ ਰੈਲੀ ਤੇ ਨਹੀਂ ਗਏ, ਕਿਸੇ ਝੰਡੇ ਥੱਲੇ ਨਹੀਂ ਗਏ, ਤੇ ਝੰਡੇ ਵਾਲਿਆਂ ਨੂੰ ਵੀ ਰੋਜ਼ ਇਹੀ ਬੇਨਤੀ ਕਰਦੇ ਹਾਂ ਵੀ ਭਾਈ ਤੁਸੀਂ ਆਪਦੇ ਝੰਡੇ ਛੱਡ ਕੇ ਜਥੇਬੰਦੀ ਦੇ ਝੰਡੇ ਥੱਲੇ ਆ ਜਾਓ। ਈਵਨ ਕਿ ਪੰਜਾਬ ਸਰਕਾਰ ਨੂੰ ਇਹ ਬੇਨਤੀ ਕਰਦੇ ਹਾਂ ਵੀ ਤੁਸੀਂ ਅੱਜ ਜਥੇਬੰਦੀ ਦੇ ਨਾਲ ਇਕੱਠੇ ਹੋ ਕੇ ਚੱਲੋ, ਤਾਂ ਜੋ ਇੱਕ ਪੰਜਾਬ 'ਚ ਇੱਕ ਵੱਡਾ ਮੈਸੇਜ ਜਾਵੇ। ਸਰਕਾਰ ਤੇ ਜਥੇਬੰਦੀਆਂ ਦਾ ਏਕਾ ਹੋ ਗਿਆ, ਫਿਰ ਸਾਰੇ ਆਪਾਂ ਇੱਕ ਮੰਚ ਥੱਲੇ ਇਕੱਠੇ ਹੋ ਜਾਈਏ, ਆਪਣੀ ਆਵਾਜ਼ ਆ ਜਿਹੜੀ ਉਹ ਜ਼ਿਆਦਾ ਦੂਰ ਤੱਕ ਜਾਊਗੀ। ਸੰਘਰਸ਼ ਦੀ ਅਗਲੀ ਰੂਪਰੇਖਾ ਦੱਸ ਦਿਓ ਜੀ। ਉਹ 20 ਤਰੀਕ ਨੂੰ ਮੀਟਿੰਗ ਹੋਣੀ ਹੈ ਜੀ ਜਥੇਬੰਦੀਆਂ ਦੀ। ਉਸ ਤੋਂ ਬਾਅਦ 'ਚ ਜੋ ਵੀ ਰੂਪਰੇਖਾ ਹੋਊਗੀ, ਕਿਹਾ ਸੀ ਨਾ ਵੀ ਸੋਸ਼ਲ ਮੀਡੀਆ ਤੇ ਕੁਝ ਕਰਾਂਗੇ। ਹਾਂ ਅਸੀਂ ਸੋਸ਼ਲ ਮੀਡੀਆ ਤੇ ਐਜ਼ ਐਨ ਕਲਾਕਾਰ ਹੋਣ ਦੇ ਨਾਤੇ 2-3 ਲਹਿਰਾਂ ਐਸੀਆਂ ਤੋਰਨ ਲੱਗੇ ਹਾਂ, ਕਿਉਂਕਿ ਅੱਜ ਬਹੁਤ ਵੱਡੇ ਪੱਧਰ ਤੇ ਨੌਜਵਾਨ ਹੈ ਜਿਹੜਾ ਉਹ ਸੋਸ਼ਲ ਮੀਡੀਆ ਨੂੰ ਫੋਲੋ ਕਰਦਾ, ਕਲਾਕਾਰਾਂ ਨੂੰ। ਸੋਸ਼ਲ ਮੀਡੀਆ ਇੱਕ ਵੱਡਾ ਰੋਲ ਪਲੇ ਕਰਦਾ ਹੈ ਸਾਡੇ ਸੰਘਰਸ਼ 'ਚ। ਸੋ 1-2 ਅਸੀਂ ਸਲੋਗਨ ਬਣਾਵਾਂਗੇ ਉੱਥੇ, ਜਿਹੜੇ ਨੌਜਵਾਨ ਆਪਦੇ ਪੱਧਰ ਤੇ ਉਹਨਾਂ ਨੂੰ ਫਲਾਉਣਗੇ, ਤੇ 1-2 ਸਪੀਚਾਂ ਰੱਖਾਂਗੇ, ਜਿਹੜਾ ਨੌਜਵਾਨਾਂ ਨੂੰ ਪਤਾ ਲੱਗੂਗਾ ਵੀ ਹਾਂ ਇਹ ਸਾਡੇ ਹੱਕਾਂ ਤੇ ਕਿਵੇਂ ਡਾਕਾ ਮਾਰਿਆ ਗਿਆ। ਆਉਣ ਵਾਲੇ ਦਿਨਾਂ 'ਚ ਅਸੀਂ ਉਹ ਪੈਂਪਲੇਟ ਵੀ ਬਣਾਏ ਨੇ ਆਪਦੇ ਵੱਲੋਂ, ਪੰਜਾਬੀ 'ਚ ਜਿਹੜੇ ਪਿੰਡਾਂ 'ਚ ਵੰਡਣੇ ਨੇ। ਆਪਦੇ ਤੌਰ ਤੇ ਇਹ ਅਸੀਂ ਜਥੇਬੰਦੀਆਂ ਦੇ ਪ੍ਰੋਗਰਾਮਾਂ ਤੋਂ ਬਿਨਾਂ ਅਸੀਂ ਆਪਦੇ ਪੱਧਰ ਤੇ ਸੋਸ਼ਲ ਮੀਡੀਆ ਤੇ ਨੌਜਵਾਨਾਂ ਨੂੰ ਜ਼ਰੂਰ ਅਗਰਾਹ ਕਰ ਰਹੇ ਹਾਂ ਜੀ। ਓਕੇ ਜੀ, ਥੈਂਕ ਯੂ, ਬਹੁਤ ਮਿਹਰਬਾਨੀ।